ਕਰਫਿਊ ਦਾ ਐਲਾਨ ਕਰਤਾ ਸੀ ਤੇ ਮੰਗਲਵਾਰ ਤੋਂ 24 ਤਰੀਕ ਤੋਂ ਸਮੁੱਚੇ ਦੇਸ਼ ਦੇ ਵਿੱਚ ਲਾਕਡਾਊਨ ਸ਼ੁਰੂ ਹੋ ਗਿਆ ਸੀ। ਤਾਂ ਤੁਸੀਂ ਇਹ ਦੇਖੋ ਦਲਬੀਰ ਜੀ ਕਿ ਕੋਈ ਵੀ ਟੀਚਰ ਮੈਂਟਲੀ ਜਾਂ ਫਿਜ਼ੀਕਲੀ ਪ੍ਰਿਪੇਅਰ ਨਹੀਂ ਸੀ ਸਿਚੁਏਸ਼ਨ ਨੂੰ ਹੈਂਡਲ ਕਰਨ ਲਈ। ਉਹਨਾਂ ਨੂੰ ਨਹੀਂ ਪਤਾ ਸੀ, ਇਵਨ ਸਾਨੂੰ ਨਹੀਂ ਪਤਾ ਸੀ ਕਿ ਕੀ ਹੋਣ ਜਾ ਰਿਹਾ ਹੈ ਜੀ, ਕਿਉਂਕਿ ਦੇਸ਼ ਦੀ ਜਾਂ ਪ੍ਰਦੇਸ਼ ਦੀ ਸਰਕਾਰਾਂ ਵੱਲੋਂ ਇਸ ਬਾਬਤ ਕੋਈ ਡਿਟੇਲ ਐਡਵਾਈਜ਼ਰੀ ਜਾਰੀ ਨਹੀਂ ਕੀਤੀ ਗਈ ਸੀ ਪਹਿਲਾਂ ਤੋਂ ਐਡਵਾਂਸ ਦੇ ਵਿੱਚ। ਅਚਾਨਕ ਹੀ ਸਭ ਕੁਝ ਕੀਤਾ ਗਿਆ ਤੇ ਅਸੀਂ ਸਭ ਜਿੱਥੇ ਹੈਗੇ ਸੀ ਉੱਥੇ ਹੀ ਬਣੇ ਗਏ। ਲੇਕਿਨ ਐਜੂਕੇਸ਼ਨ ਸੈਕਟਰ ਇੱਕ ਐਸਾ ਸੈਕਟਰ ਰਿਹਾ ਜਿਸ ਨੇ ਬੜੀ ਜਲਦੀ ਆਪਣੇ ਆਪ ਨੂੰ ਦੁਬਾਰਾ ਖੜਾ ਕੀਤਾ। ਬੇਸ਼ੱਕ ਬਿਲਡਿੰਗਾਂ ਬੰਦ ਸਨ ਕਿਉਂਕਿ ਸਰਕਾਰਾਂ ਨੇ ਇਜਾਜ਼ਤ ਨਹੀਂ ਦਿੱਤੀ ਸੀ, ਲੇਕਿਨ ਟੀਚਰਾਂ ਨੇ ਆਪਣੇ ਦਿਲ ਦੇ ਤੇ ਦਿਮਾਗ ਦੇ ਦਰਵਾਜ਼ੇ ਖੋਲ੍ਹੇ। ਨਵੀਆਂ ਸਕਿੱਲਸ ਉਹਨਾਂ ਨੇ ਫਟਾਫਟ ਲਰਨ ਕੀਤੀਆਂ। ਮੈਨੂੰ ਯਾਦ ਹੈ ਮੈਂ ਆਪਣੇ ਸਾਰੇ ਸਟਾਫ ਦੀ 3-4 ਦਿਨ ਲਗਾਤਾਰ ਜ਼ੂਮ ਐਪ ਉੱਪਰ, ਮਾਈਕਰੋਸਾਫਟ ਟੀਮਸ ਉੱਪਰ ਮੀਟਿੰਗਸ ਲੈ ਕੇ ਉਹਨਾਂ ਨੂੰ ਪ੍ਰਪੇਅਰ ਕੀਤਾ। ਇਹ ਪੂਰੇ ਦੇਸ਼ ਵਿੱਚ ਹੀ ਹੋਇਆ। ਮੈਂ ਆਪਣੀ ਗੱਲ ਕਰੂੰਗਾ ਲੇਕਿਨ ਹੋਇਆ ਇਹ ਪੂਰੇ ਦੇਸ਼ ਵਿੱਚ ਜੀ। ਟੀਚਰਸ ਨੂੰ ਸਕੈਨਿੰਗ ਕਰਨੀ ਨਹੀਂ ਆਉਂਦੀ ਸੀ, ਟੀਚਰ ਨੂੰ PDF ਬਣਾਉਣੇ ਨਹੀਂ ਆਉਂਦੇ ਸੀ, ਟੀਚਰਸ ਨੂੰ ਵੀਡੀਓ ਬਣਾਉਣੇ ਨਹੀਂ ਆਉਂਦੇ ਸੀ। ਬਹੁਤ ਸਾਰੇ ਟੀਚਰ ਅਜਿਹੇ ਸੀ 70-80% ਜਿਨ੍ਹਾਂ ਨੇ ਕੈਮਰਾ ਕਦੇ ਫੇਸ ਵੀ ਨਹੀਂ ਕੀਤਾ ਸੀ। ਟੀਚਰਸ ਨੂੰ ਗੂਗਲ ਫਾਰਮ ਕ੍ਰੀਏਟ ਕਰਨਾ ਨਹੀਂ ਆਉਂਦਾ ਸੀ। ਟੀਚਰਸ ਨੂੰ ਅਸਾਈਨਮੈਂਟ ਬਣਾ ਕੇ ਉਹਨਾਂ ਨੂੰ ਲੜੀਵਾਰ ਲਾਣਾ, ਡਿਜੀਟਲ ਫਾਰਮ ਦੇ ਵਿੱਚ ਕਰਨਾ ਤੇ ਬੱਚਿਆਂ ਨੂੰ ਭੇਜਣਾ, ਫਿਰ ਉਹਨਾਂ ਦੇ ਰਿਸਪੌਂਸ ਨੂੰ ਗੈਦਰ ਕਰਨਾ, ਉਹਨਾਂ ਨੂੰ ਚੈੱਕ ਕਰਨਾ ਤੇ ਫਿਰ ਵਾਪਸ ਫੀਡਬੈਕ ਬੱਚਿਆਂ ਨੂੰ ਦੇਣਾ। ਇਹ ਸਾਰਾ ਜੋ ਡਿਜੀਟਲ ਪ੍ਰੋਸੈਸ ਸੀ ਜਾਂ ਜੋ ਆਨਲਾਈਨ ਪ੍ਰੋਸੈਸ ਸੀ, ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਹਰਕਿਊਲੀਅਨ ਟਾਸਕ ਮੰਨਿਆ ਜਾਂਦਾ ਸੀ ਜੀ, ਬਹੁਤ ਵੱਡਾ ਟਾਸਕ ਸੀ। ਲੇਕਿਨ ਮੈਂ ਸ਼ਾਬਾਸ਼ੇ ਦਊਂਗਾ ਪੂਰੇ ਹਿੰਦੁਸਤਾਨ ਦੇ ਬਲਕਿ ਪੂਰੀ ਦੁਨੀਆ ਦੇ ਟੀਚਿੰਗ ਕਮਿਊਨਿਟੀ ਨੂੰ, ਫੈਕਲਟੀ ਮੈਂਬਰਸ ਨੂੰ, ਜਿਨ੍ਹਾਂ ਨੇ ਬੜੀ ਜਲਦੀ ਹੀ ਆਪਣੇ ਆਪ ਨੂੰ ਇਸ ਮੁਸੀਬਤ ਦਾ ਸਾਹਮਣਾ ਕਰਨ ਲਈ ਤਿਆਰ ਕੀਤਾ। ਤੇ ਅੱਜ 4 ਮਹੀਨੇ ਹੋ ਗਏ ਨੇ। ਸ਼ੁਰੂ ਦੇ 5-7 ਦਿਨਾਂ ਦੀ ਗੱਲ ਅੱਡ ਸੀ, ਲੇਕਿਨ ਉਸ ਤੋਂ ਬਾਅਦ ਇੱਕ ਦਿਨ ਵੀ ਨਾਗਾ ਨਹੀਂ ਪਿਆ ਤੇ ਅਸੀਂ ਬੱਚਿਆਂ ਨੂੰ ਸਿੱਖਿਆ ਦੇ ਨਾਲ ਜੋੜ ਕੇ ਰੱਖਿਆ ਹੈ। ਬੱਚਿਆਂ ਨੂੰ ਆਨਲਾਈਨ ਮਾਧਿਅਮ ਦੇ ਰਾਹੀਂ ਨਾ ਸਿਰਫ ਉਹਨਾਂ ਦਾ ਸਿਲੇਬਸ ਕਰਵਾਇਆ ਜਾ ਰਿਹਾ ਹੈ, ਬਲਕਿ ਉਹਨਾਂ ਦੀ ਪਰਸਨੈਲਿਟੀ ਨੂੰ ਨਿਖਾਰਨ ਦੇ ਲਈ ਵੱਖ-ਵੱਖ ਗਤੀਵਿਧੀਆਂ, ਜੇ ਮੈਂ ਆਪਣੇ ਸਕੂਲ ਦੀ ਗੱਲ ਕਰਾਂ ਤਾਂ ਅਸੀਂ ਵੀ 20 ਤੋਂ ਵੱਧ ਗਤੀਵਿਧੀਆਂ ਪਿਛਲੇ 3-3.5 ਮਹੀਨਿਆਂ 'ਚ ਕੀਤੀਆਂ। ਇਸ ਤੋਂ ਇਲਾਵਾ ਬੱਚਿਆਂ ਦੀ ਤਿਆਰੀ ਕਿਸ ਤਰ੍ਹਾਂ ਦੀ ਹੈ, ਬੱਚੇ ਪੜ੍ਹ ਰਹੇ ਨੇ ਕਿ ਨਹੀਂ ਪੜ੍ਹ ਰਹੇ ਨੇ, ਇਸ ਨੂੰ ਇਹਦਾ ਮੁਲਾਂਕਣ ਕਰਨ ਦੇ ਲਈ ਅਸੀਂ ਆਨਲਾਈਨ ਹੀ ਵੱਖ-ਵੱਖ ਟੂਲਸ ਦੀ ਹੈਲਪ ਨਾਲ ਅਸੈਸਮੈਂਟ ਵੀ ਕੀਤੀ ਹੈ ਬੱਚਿਆਂ ਦੀ। ਮਤਲਬ ਇੱਕ ਤਰੀਕੇ ਨਾਲ ਘਰ ਬੈਠੇ ਬੱਚਿਆਂ ਦੇ ਅਸੀਂ ਐਗਜ਼ਾਮ ਵੀ ਲਏ ਹਨ ਤੇ ਹਰ ਤਰ੍ਹਾਂ ਦੀ ਉਹ ਗਤੀਵਿਧੀ ਜਾਰੀ ਹੈ ਜੋ ਕਿ ਸ਼ਾਇਦ ਸਕੂਲ ਲੱਗਦਾ ਤਾਂ ਉਦੋਂ ਹੀ ਹੋਣੀ ਸੀ। ਫਰਕ ਸਿਰਫ ਇੰਨਾ ਜਿਹਾ ਰਿਹਾ ਕਿ ਇੱਕ ਫਿਜ਼ੀਕਲ ਜੋ ਮੇਲ ਹੈ ਟੀਚਰ ਦਾ ਤੇ ਬੱਚਿਆਂ ਦਾ, ਉਹ ਨਹੀਂ ਹੋ ਪਾਇਆ। ਇੱਕ ਜੋ ਫਿਜ਼ੀਕਲ ਕੰਟੈਕਟ ਸੀ ਉਹਨਾਂ ਦਾ, ਬੱਚਿਆਂ ਨੇ ਟੀਚਰ ਨੂੰ ਮਿਲਣਾ, ਦੇਖਣਾ, ਗੱਲ ਕਰਨੀ, ਉਹ ਚੀਜ਼ ਨਹੀਂ ਹੋ ਪਾਈ। ਲੇਕਿਨ ਇਸ ਆਨਲਾਈਨ ਤਕਨੀਕ ਦੇ ਥਰੂ ਸਿੱਖਿਆ ਦਾ ਜੋ ਖੇਤਰ ਹੈ ਉਹ ਬੁਲੰਦ ਰਿਹਾ ਹੈ। ਦੁਨੀਆ ਭਰ ਦੇ ਟੀਚਰਸ ਨੇ ਐਜੂਕੇਸ਼ਨ ਦਾ ਝੰਡਾ ਬੁਲੰਦ ਕੀਤਾ ਹੈ ਤੇ ਮੈਂ ਚਾਹੂੰਗਾ ਕਿ ਬਹੁਤ ਵੱਡੀ ਉਹਨਾਂ ਨੇ ਮਿਹਨਤ ਕੀਤੀ ਹੈ, ਬਹੁਤ ਵੱਡੀ ਉਹਨਾਂ ਨੇ ਸਕਿੱਲ ਲਰਨ ਕੀਤੀ ਹੈ ਤੇ ਆਪਣੇ ਆਪ ਨੂੰ ਇਸ ਮਹਾਮਾਰੀ ਦਾ ਮੁਕਾਬਲਾ ਕਰਨ ਲਈ ਤਿਆਰ ਕੀਤਾ ਹੈ। ਤਾਂ ਅੱਜ ਬੇਸ਼ੱਕ ਅਸੀਂ ਪ੍ਰਭਾਵਿਤ ਹੈਗੇ ਹਾਂ ਕਿਉਂਕਿ ਬਹੁਤ ਸਾਰੇ ਮੁੱਦੇ ਇਸ ਦੇ ਨਾਲ ਹੋਰ ਜੁੜ ਗਏ ਨੇ, ਲੇਕਿਨ ਜੇ ਮੈਂ ਗੱਲ ਕਰਾਂ, ਸਿੱਖਿਆ ਹਿੰਦੁਸਤਾਨ ਦੇ ਵਿੱਚ ਬਿਲਕੁਲ ਬੰਦ ਨਹੀਂ ਹੋਈ। ਬਿਲਡਿੰਗਾਂ ਬੰਦ ਰਹੀਆਂ ਲੇਕਿਨ ਟੀਚਰ ਹਮੇਸ਼ਾ ਅਲਰਟ ਰਹੇ। ਜਿਸ ਤਰ੍ਹਾਂ ਆਪਾਂ ਗੱਲ ਕਰਦੇ ਹਾਂ ਆਰਮੀ ਦੀ, ਪੁਲਿਸ ਦੀ, ਡਾਕਟਰਸ ਦੀ, ਵਲੰਟੀਅਰਸ ਦੀ, ਤਾਂ ਟੀਚਰਸ ਨੇ ਵੀ ਆਪਣਾ ਵੱਡਮੁੱਲਾ ਯੋਗਦਾਨ ਇਸ ਦੇਸ਼ ਦੀ ਤਰੱਕੀ ਦੇ ਵਿੱਚ ਪਾਇਆ। ਡਾਕਟਰ ਸਾਹਿਬ, ਇੱਕ ਜਿਹੜਾ ਸੋਸ਼ਲ ਮੀਡੀਆ ਤੇ ਕਹਿ ਲਓ, ਅਖਬਾਰਾਂ ਦੀਆਂ ਸੁਰਖੀਆਂ 'ਚ ਕਹਿ ਲਓ, ਅੱਜ ਜਿਹੜਾ ਹੈਗਾ ਉਹ ਕਰੋਨਾ ਦੀ ਮਾਰ ਦਾ ਦੌਰ ਜਿਹੜਾ ਹੈਗਾ ਉਹ ਆਪਣੀ ਛਾਪ ਛੱਡਦਾ ਨਜ਼ਰ ਆ ਰਿਹਾ। ਸਿੱਖਿਆ ਖੇਤਰ ਦੇ ਵਿੱਚ ਵੀ ਸਿੱਖਿਆ ਮਾਫੀਆ ਸ਼ਬਦ ਜਿਹੜਾ ਹੈਗਾ, ਮੈਂ ਅਕਸਰ ਜਿਹੜਾ ਵੀ ਬੁੱਧੀਜੀਵੀ ਸਾਡੇ ਨਾਲ ਜੁੜਦਾ ਉਹਦੇ ਵਿਚਾਰ ਜ਼ਰੂਰ ਲੈਣਾ ਇਸ ਤੇ, ਇਹ ਬੜਾ ਭਾਰੂ ਪੈ ਰਿਹਾ। ਸਿੱਖਿਆ ਖੇਤਰ ਦੇ ਵਿੱਚ ਜਦੋਂ ਹਰ ਇੱਕ ਚੀਜ਼ ਪੈਸੇ ਨਾਲ ਹੀ ਬਣਦੀ ਹੈ, ਪੈਸੇ ਨਾਲ ਹੀ ਸਿੱਖਿਆ ਮਿਲਦੀ ਹੈ, ਪੈਸੇ ਨਾਲ ਹੀ ਸਿਹਤ ਸਹੂਲਤਾਂ ਮਿਲਦੀਆਂ ਨੇ, ਪੈਸੇ ਨਾਲ ਹੀ ਸਾਡਾ ਪਰਿਵਾਰ ਚੱਲਦਾ, ਫਿਰ ਇੱਕਦਮ ਕਰੋਨਾ ਦੀ ਮਹਾਮਾਰੀ ਦਾ ਖਤਰਾ ਮੰਡਰਾਉਣ ਲੱਗ ਜਾਂਦਾ ਹਰ ਇੱਕ ਖੇਤਰ ਦੇ ਵਿੱਚ। ਸਿੱਖਿਆ ਖੇਤਰ ਦੇ ਵਿੱਚ ਬਹੁਤ ਜ਼ਿਆਦਾ ਮਾਂ-ਬਾਪ ਫੀਸ ਭਰਨ ਲਈ ਸੁਪਰੀਮ ਕੋਰਟ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕਰਦੇ ਨੇ, ਸਰਕਾਰਾਂ ਸੁਪਰੀਮ ਕੋਰਟ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕਰਦੀਆਂ ਨੇ, ਜਦ ਕਿ ਸਿੱਖਿਆ, ਸਿਹਤ ਤੇ ਨਿਆਂ, ਮੈਨੂੰ ਲੱਗਦਾ ਮੇਰੇ ਆਪਣੇ ਨਿੱਜੀ ਵਿਚਾਰ ਨੇ ਕਿ ਇਹ ਮੁਫਤ ਸਹੂਲਤਾਂ ਹੋਣੀਆਂ ਚਾਹੀਦੀਆਂ ਸੀਗੀਆਂ ਜਿਵੇਂ ਬਾਹਰਲੇ ਸੂਬਿਆਂ ਨੂੰ, ਬਾਹਰਲੇ ਕੰਟਰੀਜ਼ ਦੇ ਲੋਕਾਂ ਨੂੰ ਮਿਲਦੀਆਂ ਨੇ, ਭਾਵੇਂ ਉਹ ਟੈਕਸ ਪੇ ਕਰਦੇ ਨੇ।
ਸਾਡੇ ਖੇਤਰ ਦੇ ਵਿੱਚ ਸਿੱਖਿਆ ਮਾਫੀਆ ਨੂੰ ਤੁਸੀਂ ਕਿਸ ਨਜ਼ਰ ਨਾਲ ਦੇਖਦੇ ਹੋ? ਤੁਹਾਨੂੰ ਲੱਗਦਾ ਕਿ ਸਿੱਖਿਆ ਖੇਤਰ ਨਾਲ ਜੁੜੇ ਉਹਨਾਂ ਛੋਟੇ ਛੋਟੇ ਪਰਿਵਾਰਾਂ ਦੇ ਅਧਿਆਪਕ ਜਿਹੜੇ ਹੈਗੇ ਆ ਉਹ ਮੁਥਾਜੀ ਦੀ ਜ਼ਿੰਦਗੀ ਬਤੀਤ ਕਰ ਰਹੇ ਸੀ 3-4 ਸਾਲਾਂ 'ਚ? ਬਹੁਤੇ ਅਧਿਆਪਕ ਇਹੋ ਜਿਹੇ ਨੇ ਜਿਨ੍ਹਾਂ ਨੂੰ ਅੱਜ ਤੱਕ 3-4 ਮਹੀਨੇ ਹੋ ਗਿਆ, ਮੈਨੂੰ ਲੱਗਦਾ ਸੈਲਰੀ ਵੀ ਜਿਹੜੀ ਹੈਗੀ ਆ ਕੁਝ ਸਕੂਲਾਂ ਨੇ ਨਹੀਂ ਦੇ ਸਕੇ ਕਿਉਂਕਿ ਉਹ ਸਕੂਲਾਂ ਕੋਲ ਫੀਸਾਂ ਹੀ ਨਹੀਂ ਇਕੱਠੀਆਂ ਹੋਈਆਂ। ਤੁਸੀਂ ਇਸ ਸਿਨੈਰੀਓ ਨੂੰ ਕਿੱਦਾਂ ਦੇਖਦੇ ਹੋ? ਜੀ ਬੜਾ ਹੀ ਦਲਵੀਰ ਜੀ ਬੜਾ ਰੈਲੇਵੈਂਟ ਸਵਾਲ ਤੁਸੀਂ ਪੁੱਛਿਆ ਹੈ ਤੇ ਅੱਜ ਦੇ ਟਾਈਮ ਦੇ ਵਿੱਚ ਬਹੁਤ ਹੀ ਹਾਈਲਾਈਟ ਹੋ ਚੁੱਕਿਆ ਹੈ ਮੁੱਦਾ, ਫੀਸਾਂ ਦਾ ਜੋ ਮੁੱਦਾ ਹੈ। ਦੇਖੋ ਇਸ ਦੇ ਕਾਫੀ ਸਾਰੇ ਪੱਖ ਨੇ, ਇਹ ਨਹੀਂ ਕਿ ਕੋਈ ਇੱਕ ਪੱਖੀ ਮੁੱਦਾ ਹੈ, ਇਸ ਦੇ ਬਹੁਤ ਸਾਰੇ ਪੱਖ ਨੇ। ਪਹਿਲਾਂ ਜੇ ਮੈਂ ਗੱਲ ਕਰਾਂ, ਜਿਵੇਂ ਤੁਸੀਂ ਗੱਲ ਕੀਤੀ ਕਿ ਸਿੱਖਿਆ ਮਾਫੀਆ, ਤਾਂ ਬੜੀ ਹੀ ਮੈਂ ਕਹਿੰਦਾ ਕਿ ਆਪਣੇ ਦੇਸ਼ ਦੇ ਲਈ ਦੁਰਭਾਗ ਵਾਲੀ ਗੱਲ ਹੈ ਕਿ ਸਿੱਖਿਆ ਦੇ ਨਾਲ ਜੁੜੇ ਲੋਕਾਂ ਨੂੰ ਮਾਫੀਆ ਦਾ ਨਾਮ ਦਿੱਤਾ ਗਿਆ ਹੈ। ਮਾਫੀਆ, ਮੈਨੂੰ ਇਸ ਗੱਲ ਦਾ ਪੂਰਾ ਯਕੀਨ ਹੈ ਕਿ ਇਸ ਵਰਡ ਦਾ ਪ੍ਰਯੋਗ ਕਰਨ ਵਾਲੇ ਜੋ ਲੋਕ ਨੇ ਉਹਨਾਂ ਨੂੰ ਨਹੀਂ ਪਤਾ ਕਿ ਮਾਫੀਆ ਹੁੰਦਾ ਕੀ ਹੈ, ਕਿਉਂਕਿ ਜੇ ਉਹਨਾਂ ਨੂੰ ਪਤਾ ਹੁੰਦਾ ਤਾਂ ਆਖਿਰਕਾਰ ਉਹ ਵੀ ਤਾਂ ਕਿਸੇ ਨਾ ਕਿਸੇ ਗੁਰੂ ਤੋਂ, ਕਿਸੇ ਨਾ ਕਿਸੇ ਟੀਚਰ ਤੋਂ ਪੜ੍ਹ ਕੇ ਪਹੁੰਚੇ ਨੇ ਇੱਥੇ। ਅਨਪੜ੍ਹ ਬੰਦਾ ਕਦੇ ਮਾਫੀਆ ਦੀ ਗੱਲ ਨਹੀਂ ਕਰੇਗਾ। ਇਹ ਕਿਸੇ ਪੜ੍ਹੇ ਲਿਖੇ ਬੰਦੇ ਨੇ ਜੇ ਗੱਲ ਛੇੜੀ ਹੈ ਜਿਸ ਦੇ ਸ਼ਾਇਦ ਆਪਣੇ ਕੋਈ ਨਿੱਜੀ ਸਵਾਰਥ ਹੋਣਗੇ ਇਸ ਦੇ ਵਿੱਚ, ਤਾਂ ਬੜੀ ਸ਼ਰਮਨਾਕ ਗੱਲ ਹੈ ਕਿ ਸਿੱਖਿਆ ਨਾਲ ਜੁੜੇ ਲੋਕਾਂ ਨੂੰ ਕਹਿੰਦੇ ਜੀ ਬਿਨ ਗੁਰੂ ਗਿਆਨ ਕਹਾਂ ਸੇ ਪਾऊं, ਦੀ ਜੋ ਦਾਨ ਹਰੀ ਗੁਣ ਗਾऊं, ਹੈ ਜੀ। ਗੁਰੂ ਦੇ ਦਾਨ ਦੇ ਬਗੈਰ ਤਾਂ ਹਰੀ ਦਾ ਗੁਣ ਗਾਣਾ ਵੀ ਔਖਾ ਹੈ, ਤੇ ਉਸ ਗੁਰੂ ਦੇ ਲਈ, ਉਸ ਟੀਚਰ ਦੇ ਲਈ ਜਾਂ ਉਸ ਸਕੂਲ ਮੈਨੇਜਮੈਂਟ ਦੇ ਲਈ ਜੇ ਆਪਾਂ ਮਾਫੀਆ ਸ਼ਬਦ ਦਾ ਪ੍ਰਯੋਗ ਕਰਦੇ ਹਾਂ, ਮਾਫੀਆ ਕੌਣ ਹੁੰਦੇ ਨੇ? ਮਾਫੀਆ ਹੁੰਦੇ ਨੇ ਸਮਗਲਰਸ, ਬਲੈਕਮੇਲਰਸ। ਆਮ ਤੌਰ ਤੇ ਉਹਨਾਂ ਨੂੰ ਮਾਫੀਆ ਕਿਹਾ ਜਾਂਦਾ ਹੈ, ਇਟਾਲੀਅਨ ਵਰਡ ਹੈ। ਕੀ ਸਮਗਲਿੰਗ ਕੀਤੀ ਐਜੂਕੇਸ਼ਨ ਵਾਲਿਆਂ ਨੇ ਤੇ ਕੀ ਬਲੈਕਮੇਲਿੰਗ ਕੀਤੀ ਕਿਸੇ ਦੀ? ਪ੍ਰਾਈਵੇਟ ਸਕੂਲ ਤਗੜੇ ਕਾਰਪੋਰੇਟ ਘਰਾਣਿਆਂ ਨੇ ਵੀ ਖੋਲੇ ਨੇ ਜੀ, ਇੱਕ ਅੱਛੇ ਬਿਜ਼ਨਸਮੈਨ ਨੇ ਵੀ ਖੋਲੇ ਨੇ, ਲੇਕਿਨ ਆਮ ਬੰਦੇ ਨੇ ਵੀ ਪ੍ਰਾਈਵੇਟ ਸਕੂਲ ਖੋਲੇ ਨੇ। ਜਿਨਨੇ ਪੜ੍ਹ ਲਿਖ ਕੇ ਡਿਗਰੀਆਂ ਹਾਸਲ ਕਰਕੇ ਜਦੋਂ ਉਹਨੇ ਧੱਕੇ ਖਾਧੇ, ਉਹਨੂੰ ਨੌਕਰੀ ਨਹੀਂ ਮਿਲੀ, ਕੋਈ ਕਾਰੋਬਾਰ ਉਹਨੂੰ ਨਹੀਂ ਜਚਿਆ, ਤਾਂ ਉਸਨੇ ਵੀ ਸਕੂਲ ਖੋਲ੍ਹਿਆ ਜੀ। ਬਹੁਤ ਸਾਰੇ ਹਜ਼ਾਰਾਂ ਦੀ ਗਿਣਤੀ ਸਕੂਲ ਹੈ ਜਿਹੇ ਨੇ ਜੋ ਸਿੰਗਲ ਬੰਦੇ ਨੇ ਆਪਣੀ ਮਿਹਨਤ ਦੀ ਕਮਾਈ ਨਾਲ 5 ਲੱਖ ਰੁਪਏ ਨਾਲ 10 ਲੱਖ ਰੁਪਏ ਨਾਲ 2 ਕਮਰੇ ਪਾ ਕੇ ਉਹਨੇ ਸ਼ੁਰੂ ਕੀਤਾ ਹੈ। ਹੌਲੀ ਹੌਲੀ ਉਸਨੇ ਮਿਹਨਤ ਕੀਤੀ ਹੈ ਤੇ ਉਸ ਨੂੰ ਇੱਕ ਵੱਡੇ ਇੰਸਟੀਟਿਊਸ਼ਨ ਦਾ ਦਰਜਾ ਮਿਲਿਆ ਹੈ। ਤੇ ਇੱਥੇ ਜੇ ਆਪਾਂ ਦੇਖੀਏ, ਜੇ ਉਹ ਕੋਈ ਚੀਜ਼ ਪ੍ਰੋਵਾਈਡ ਕਰ ਰਿਹਾ ਹੈ ਤੇ ਜੇ ਬਦਲੇ 'ਚ ਉਹਦੀ ਉਹ ਕੀਮਤ ਲੈ ਰਿਹਾ ਹੈ, ਤਾਂ ਕੀ ਇਹ ਇੱਕ ਅਣਹੋਣੀ ਹੈ? ਕਿਹੜੇ ਬਿਜ਼ਨਸ ਦੇ ਵਿੱਚ, ਕਿਹੜੇ ਵਪਾਰ ਦੇ ਵਿੱਚ ਦੁਨੀਆ ਦਾ ਕੋਈ ਇੱਕ ਇਹੋ ਮੈਨੂੰ ਚੀਜ਼ ਦੱਸੀ ਜਾਏ ਜੋ ਕਿ ਕਿਸੇ ਵੀ ਇਨਸਾਨ ਨੂੰ ਫ੍ਰੀ ਦੇ ਵਿੱਚ ਅਵੇਲੇਬਲ ਹੁੰਦੀ ਹੈ? ਆਪਾਂ ਕਹਿ ਦਿੰਦੇ ਹਾਂ ਜੀ ਸਸਤਾ ਆਟਾ ਦਾਲ, ਫ੍ਰੀ ਆਟਾ ਦਾਲ, ਕੀ ਵਾਕਈ ਇਹ ਫ੍ਰੀ ਹੈ? ਸਰਕਾਰੀ ਸਕੂਲਾਂ 'ਚ ਐਜੂਕੇਸ਼ਨ ਫ੍ਰੀ, ਕੀ ਵਾਕਈ ਐਜੂਕੇਸ਼ਨ ਫ੍ਰੀ ਹੈ? ਤਾਂ ਫਿਰ ਜੇ ਐਜੂਕੇਸ਼ਨ ਫ੍ਰੀ ਹੈ ਤਾਂ ਸਰਕਾਰੀ ਸਕੂਲ ਦੇ ਟੀਚਰਸ ਨੂੰ ਪੇਮੈਂਟ ਕਿੱਥੋਂ ਮਿਲਦੀ ਹੈ ਜੀ? ਤਾਂ ਇਸ ਦੁਨੀਆ ਦੇ ਵਿੱਚ ਮੈਂ ਚੈਲੰਜ ਕਰਦਾ ਜੀ ਵੱਡੇ ਤੋਂ ਵੱਡੇ ਵਿਦਵਾਨ ਨੂੰ, ਜੇ ਮੈਨੂੰ ਕੋਈ ਕਨਵਿੰਸ ਕਰਦੇ ਕਿ ਇਸ ਦੁਨੀਆ ਦੇ ਵਿੱਚ ਭਾਈ ਸਾਹਿਬ ਆਹ ਚੀਜ਼ ਫ੍ਰੀ ਮਿਲਦੀ ਹੈ, ਮੈਂ ਇਸ ਦਾਅਵੇ ਨੂੰ ਕੰਟੈਂਡ ਕਰਾਂਗਾ ਕਿ ਫ੍ਰੀ ਕੁਝ ਵੀ ਨਹੀਂ ਹੁੰਦਾ। ਫ੍ਰੀ ਦਾ ਤਾਂ ਸਿਰਫ ਨਾ ਹੀ ਫ੍ਰੀ ਹੁੰਦਾ ਹੈ, ਅਦਰਵਾਈਜ਼ ਫ੍ਰੀ ਨਾਮ ਦੀ ਕੋਈ ਚੀਜ਼ ਨਹੀਂ ਹੁੰਦੀ। ਸਿੱਖਿਆ ਦੇਣ ਵਾਲੇ ਨੇ ਆਪਣੀ ਸਮਰੱਥਾ ਅਨੁਸਾਰ ਸਕੂਲ ਖੋਲ੍ਹਿਆ, ਪੇਰੈਂਟ ਨੇ ਆਪਣੀ ਫੀਸ ਭਰਨ ਦੀ ਸਮਰੱਥਾ ਮੁਤਾਬਿਕ, ਦੇਖੋ ਪੇਰੈਂਟ ਕੋਲ ਬਹੁਤ ਸਾਰੇ ਆਪਸ਼ਨ ਨੇ। ਪੇਰੈਂਟ ਕੋਲ ਸਭ ਤੋਂ ਪਹਿਲਾਂ ਸਰਕਾਰੀ ਸਕੂਲ ਹੈ ਜਿੱਥੇ ਅਖੌਤੀ ਤੌਰ ਤੇ ਐਜੂਕੇਸ਼ਨ ਫ੍ਰੀ ਹੈ। ਮੈਂ ਨਹੀਂ ਮੰਨਦਾ ਕਿ ਸਰਕਾਰੀ, ਮੈਂ ਕਹਿੰਦਾ ਸਰਕਾਰੀ ਸਕੂਲ ਦੀ ਐਜੂਕੇਸ਼ਨ ਸਾਡੇ ਹਾਈਲੀ ਪੇਡ ਜੋ ਪ੍ਰਾਈਵੇਟ ਸਕੂਲ ਨੇ ਉਹਨਾਂ ਨਾਲੋਂ ਵੀ ਜ਼ਿਆਦਾ ਮਹਿੰਗੀ ਹੈ। ਇੱਕ ਅਨੁਮਾਨ ਦੇ ਮੁਤਾਬਿਕ ਸਰਕਾਰੀ ਸਕੂਲ ਦੇ ਇੱਕ ਬੱਚੇ ਤੇ ਪ੍ਰਤੀ ਮਹੀਨੇ 3000 ਰੁਪਏ ਖਰਚ ਹੁੰਦੇ ਆ, ਤੇ 5 ਜਾਂ 7% ਸਕੂਲ ਨੇ ਪ੍ਰਾਈਵੇਟ ਜੋ 3000 ਰੁਪਏ ਪਰ ਮੰਥ ਲੈਂਦੇ ਨੇ। ਆਮ ਤੌਰ ਤੇ ਜੋ ਸਕੂਲ ਨੇ ਉਹ 3000 ਤੋਂ ਘੱਟ ਹੀ ਲੈਂਦੇ ਨੇ। 300 ਰੁਪਏ ਪ੍ਰਤੀ ਮੰਥ ਲੈਣ ਵਾਲੇ ਵੀ ਸਕੂਲ ਨੇ ਜਿਹੜੇ ਅੱਜ ਫੀਸ ਨਹੀਂ ਲੈ ਪਾ ਰਹੇ। 300 ਰੁਪਏ ਪ੍ਰਤੀ ਮਹੀਨਾ, 500 ਵਾਲੇ, 1000 ਵਾਲੇ। ਤਾਂ ਪੇਰੈਂਟ ਕੋਲ ਆਪਸ਼ਨ ਸੀ ਸਰਕਾਰੀ ਸਕੂਲ ਦਾ, ਫਿਰ ਪੇਰੈਂਟ ਕੋਲ ਆਪਸ਼ਨ ਸੀ ਸਟੇਟ ਬੋਰਡ ਦੇ ਸਕੂਲਾਂ ਦਾ ਜਿਨ੍ਹਾਂ ਦੀ ਫੀਸ ਕੰਪੈਰੀਟਿਵਲੀ ਘੱਟ ਹੁੰਦੀ ਹੈ। ਫਿਰ ਤੀਜਾ ਆਪਸ਼ਨ ਸੀ ਪੇਰੈਂਟ ਕੋਲ CBSE ਸਕੂਲਾਂ ਦਾ ਜੋ ਕਈ ਤਰ੍ਹਾਂ ਦੇ ਨੇ, ਉੱਥੇ ਦਰਮਿਆਨੀ ਫੀਸ ਵਾਲੇ, ਮੀਡੀਅਮ ਫੀਸ ਵਾਲੇ, ਲੋ ਫੀਸ ਵਾਲੇ ਤੇ ਹਾਈ ਫੀਸ ਵਾਲੇ, ਹਰ ਤਰ੍ਹਾਂ ਦੇ ਸਕੂਲ ਅੱਜ ਕੱਲ੍ਹ ਹਰ ਸ਼ਹਿਰ ਦੇ ਵਿੱਚ ਬਣੇ ਹੋਏ ਨੇ। ਉਹਨਾਂ ਸਕੂਲਾਂ ਦੇ ਵਿੱਚ ਜੋ ਸਹੂਲਤਾਂ ਦਿੱਤੀਆਂ ਜਾਂਦੀਆਂ ਮੈਨੇਜਮੈਂਟ ਵੱਲੋਂ, ਉਹਨਾਂ ਸਹੂਲਤਾਂ ਦੇ ਮੁਤਾਬਿਕ ਫੀਸ ਲਈ ਜਾਂਦੀ ਹੈ। ਹੁਣ ਫॉर ਐਗਜ਼ਾਮਪਲ ਕੋਈ ਸਕੂਲ ਹੈ ਉਹ ਘੁੜਸਵਾਰੀ ਦੇ ਰਿਹਾ ਹੈ, ਸਵਿਮਿੰਗ ਪੂਲ ਦੇ ਰਿਹਾ ਹੈ, ਉਹ ਫੈਂਸਿੰਗ ਦੇ ਰਿਹਾ ਹੈ, ਉਹ ਹਾਈ ਐਂਡ ਗੇਮਸ ਜਾਂ ਹਾਈ ਐਂਡ ਐਜੂਕੇਸ਼ਨ ਦੇ ਰਿਹਾ ਹੈ, ਤਾਂ ਉਹ ਉਸੇ ਤਰੀਕੇ ਨਾਲ ਫੀਸ ਵਸੂਲ ਕਰੇਗਾ ਕਿਉਂਕਿ ਉਸਦੇ ਉਸ ਤਰ੍ਹਾਂ ਦੇ ਖਰਚੇ ਨੇ। ਉਹਨਾਂ ਦੇ ਜੋ ਟੀਚਰਸ ਨੇ ਉਹ ਅਰੇਂਜ ਕਰ ਰਹੇ ਨੇ, ਹਾਈਲੀ ਪੇਡ ਟੀਚਰਸ ਨੇ।
ਫਿਰ ਇੱਕ ਮੀਡੀਅਮ ਕਿਸਮ ਦੇ ਸਕੂਲ ਨੇ ਜਿਨ੍ਹਾਂ ਨੇ ਆਨਲਾਈਨ, ਜਿਨ੍ਹਾਂ ਨੇ ਸਮਾਰਟ ਕਲਾਸ ਵਗੈਰਾ ਦਿੱਤੀ ਹੋਈ ਹੈ, 에ਅਰ ਕੰਡੀਸ਼ਨਰ ਵਗੈਰਾ ਲਗਾਏ ਹੋਏ ਨੇ, ਉਹਨਾਂ ਦੇ ਫੀਸ ਉਸ ਲੈਵਲ ਤੇ ਹੈ। ਫਿਰ ਇੱਕ ਆਮ ਸਕੂਲ ਨੇ। ਹੁਣ ਫ੍ਰੀ ਮਾਰਕੀਟ ਹੈ, ਫ੍ਰੀ ਇਕਨੋਮੀ ਹੈ ਆਪਣੀ, ਤਾਂ ਪੇਰੈਂਟ ਕੋਲ ਇਹ ਪੂਰਾ ਦਾ ਪੂਰਾ ਉਹਨੂੰ ਮਤਲਬ ਹੱਕ ਸੀ ਕਿ ਉਹ ਕਿਸੇ ਵੀ ਸਕੂਲ ਨੂੰ ਆਪਣੀ ਸਮਰੱਥਾ ਦੇ ਅਨੁਸਾਰ ਚੂਜ਼ ਕਰੇ। ਮੈਨੂੰ ਹੈਰਾਨੀ ਇਸ ਗੱਲ ਦੀ ਹੈ ਅੱਜ ਇਹ ਮੁੱਦਾ ਕਿਉਂ ਉੱਠ ਰਿਹਾ ਹੈ। ਚਲੋ ਕਰੋਨਾ ਨੇ ਇਕਨੋਮੀ ਤੇ ਇੰਪੈਕਟ ਪਾਇਆ ਹੈ, ਹਰ ਇੱਕ ਕਿਸੇ ਬੰਦੇ ਦੀ ਜੋ ਆਮਦਨ ਹੈ ਉਹ ਘੱਟ ਹੋਈ ਹੈ, ਸਿਵਾਏ ਕੁਝ ਵੱਡੇ ਇੰਡਸਟਰੀਅਲਿਸਟ ਦੇ ਜਿਨ੍ਹਾਂ ਦੀ ਆਮਦਨ ਪਿਛਲੇ 3 ਮਹੀਨਿਆਂ 'ਚ ਜੋ ਹੈ ਦੁੱਗਣੀ ਵੀ ਹੋਈ ਹੈ। ਇਹ ਆਪਾਂ ਜਾਣਦੇ ਹਾਂ ਜੇ ਆਪਾਂ ਮਾਰਕੀਟ ਨੂੰ ਦੇਖਦੇ ਹਾਂ ਤਾਂ। ਇਸ ਦੇ ਵਿੱਚ ਇਹ ਪੋਸੀਬਲ ਹੈ ਕਿ ਚਲੋ ਪੇਰੈਂਟ ਡਾਇਰੈਕਟ ਸਕੂਲ ਨਾਲ ਅਪਰੋਚ ਕਰੇ, ਤੇ ਪੇਰੈਂਟ ਤੇ ਸਕੂਲ ਦਾ ਆਪਣਾ ਇੱਕ ਸਾਂਝਾ ਇੱਕ ਰਿਸ਼ਤਾ ਹੁੰਦਾ ਹੈ, ਬਹੁਤ ਘનિष्ਠ ਰਿਸ਼ਤਾ ਹੁੰਦਾ ਹੈ। ਮੈਨੂੰ ਨਹੀਂ ਲੱਗਦਾ ਕੋਈ ਵੀ ਮੈਨੇਜਮੈਂਟ ਪੇਰੈਂਟਸ ਦੀ ਗੱਲ ਨੂੰ ਸਮਝਣ ਤੋਂ ਮਨਾ ਕਰੇਗੀ ਤੇ ਉਸ ਨੂੰ ਰਿਆਇਤ ਦੇਣ ਤੋਂ ਮਨਾ ਕਰੇਗੀ। ਅਸੀਂ ਸਾਡੇ ਕੋਲ ਪੇਰੈਂਟ ਅਪਰੋਚ ਕਰ ਰਹੇ ਨੇ, ਆਪਣੀ ਪ੍ਰੋਬਲਮ ਦੱਸ ਰਹੇ ਹੈ ਤੇ ਅਸੀਂ ਉਹਨਾਂ ਨੂੰ ਉਸੇ ਤਰੀਕੇ ਨਾਲ ਟਾਈਮ ਦੇ ਰਹੇ ਹਾਂ। ਜੇ ਕੋਈ ਇੱਕ ਵਾਰੀ ਅੱਧੀ ਫੀਸ ਭਰ ਸਕਦਾ ਤਾਂ ਉਹ ਅੱਧੀ ਭਰ ਰਿਹਾ, ਉਹ ਬਾਅਦ 'ਚ ਪ੍ਰੋਮਿਸ ਕਰਕੇ ਜਾ ਰਿਹਾ ਕਿ ਮੈਂ ਬਾਕੀ ਫੀਸ ਬਾਅਦ 'ਚ ਦਊਂਗਾ, ਤੇ ਅਸੀਂ ਉਹਦੇ ਨਾਲ ਇਸ ਤਰ੍ਹਾਂ ਦਾ ਸਮਝੌਤਾ ਕਰ ਰਹੇ ਹਾਂ। ਮੈਨੂੰ ਲੱਗਦਾ ਹੀ ਨਹੀਂ ਕਿ ਇਹ ਮੁੱਦਾ ਸਕੂਲ ਤੇ ਪੇਰੈਂਟ ਤੋਂ ਬਾਹਰ ਜਾਣਾ ਚਾਹੀਦਾ ਸੀ, ਲੇਕਿਨ ਕੁਝ ਨਿੱਜੀ ਸਵਾਰਥਾਂ ਨੇ ਇਸ ਮੁੱਦੇ ਨੂੰ ਸਕੂਲ ਤੇ ਪੇਰੈਂਟ ਦੀ ਗ੍ਰਿਫਤ ਤੋਂ ਕੱਢ ਕੇ ਬਾਹਰ ਉਹ ਪਬਲਿਕ 'ਚ ਲੈ ਕੇ ਗਏ, ਮੁਜ਼ਾਹਰੇ ਕੀਤੇ ਗਏ, ਪ੍ਰਦਰਸ਼ਨ ਕੀਤੇ ਗਏ, ਕੋਰਟ ਕੇਸ ਪਾਏ ਗਏ, ਸਕੂਲਾਂ ਨੂੰ ਵੀ ਮਜਬੂਰਨ ਕੋਰਟਾਂ 'ਚ ਕੇਸ ਲੜਨੇ ਪਏ, ਤੇ ਅੱਜ ਹਾਲਾਤ ਇਹ ਹੈ ਕਿ ਇਹ ਗਲੀ ਦਾ ਮੁੱਦਾ ਬਣ ਚੁੱਕਿਆ ਹੈ, ਸੜਕਾਂ ਦਾ ਮੁੱਦਾ ਬਣ ਚੁੱਕਿਆ ਹੈ, ਜਦਕਿ ਇਹ ਹੋਣਾ ਨਹੀਂ ਚਾਹੀਦਾ ਸੀ। ਤਾਂ ਮਾਫੀਆ ਨਾਮ ਦੀ ਕੋਈ ਚੀਜ਼ ਨਹੀਂ ਹੈ ਦਲਬੀਰ ਜੀ, ਤੇ ਨਾ ਹੀ ਸਕੂਲ ਕਿਸੇ ਵੀ ਪੇਰੈਂਟ ਨੂੰ ਤੰਗ ਕਰ ਰਹੇ ਨੇ। ਹਾਲਾਤਾਂ ਦਾ ਅੰਦਾਜ਼ਾ ਸਭ ਨੂੰ ਹੀ ਹੈ। ਜਿਵੇਂ ਹੁਣ ਤੁਸੀਂ ਆਪ ਹੀ ਆਪਣੇ ਮੂੰਹ ਨਾਲ ਕਿਹਾ ਹੈ ਕਿ ਟੀਚਰਸ ਨੂੰ ਵੀ ਪੇ ਨਹੀਂ ਮਿਲੀ, 4-4 ਮਹੀਨੇ ਹੋ ਗਏ, ਤਾਂ ਜੇ ਸਕੂਲਾਂ ਕੋਲ ਫੰਡਸ ਹੁੰਦੇ ਤਾਂ ਸ਼ਾਇਦ ਟੀਚਰਸ ਨੂੰ ਪੇ ਦੇ ਦਿੰਦੇ, ਕਿਉਂਕਿ ਹਰ ਸਕੂਲ ਮੈਨੇਜਮੈਂਟ ਨੂੰ ਇਸ ਗੱਲ ਦਾ ਪਤਾ ਹੈ ਕਿ ਉਹਨਾਂ ਦੇ ਟੀਚਰਸ ਨੇ ਹੀ ਸਕੂਲ ਨੂੰ ਅੱਗੇ ਲੈ ਕੇ ਜਾਣਾ ਹੈ ਜੀ। ਤੇ ਈਵਨ ਜੇ ਅੱਜ ਸਕੂਲ ਜਿੰਦਾ ਨੇ, ਖੜੇ ਨੇ, ਤਾਂ ਟੀਚਰਸ ਦੇ ਕਰਕੇ ਹੀ ਖੜੇ ਨੇ, ਤਾਂ ਕਿਉਂਕਿ ਉਹ ਘਰ ਬੈਠੇ ਵੀ ਬੱਚਿਆਂ ਨੂੰ ਸਿੱਖਿਆ ਦੇ। ਬਿਲਕੁਲ। ਦੂਸਰਾ, ਉਹਨਾਂ ਦੀ ਨੀਂਹ ਨੂੰ ਫੀਸ ਨੇ ਹੀ ਜਿਹੜਾ ਹੈਗਾ ਉਹ ਮਜ਼ਬੂਤ ਕਰਦਾ, ਫੀਸ ਨੇ ਹੀ ਰਿਸ਼ਤਾ ਜਿਹੜਾ ਹੈਗਾ ਉਹ ਮਾਪਿਆਂ ਦਾ, ਅਧਿਆਪਕ ਦਾ, ਵਿਦਿਆਰਥੀ ਦਾ, ਉਹ ਮਜ਼ਬੂਤ ਕਰਨਾ। ਮੈਂ ਆਪਣਾ ਪਰਸਨਲ ਇੱਕ ਲਾਈਨ ਦਾ ਐਕਸਪੀਰੀਅੰਸ ਸ਼ੇਅਰ ਕਰਨਾ ਚਾਹੂੰਗਾ। ਮੈਂ ਵੀ ਇੱਕ ਸਕੂਲ ਦਾ ਪ੍ਰਿੰਸੀਪਲ ਹਾਂ, ਮੈਨੂੰ ਨਹੀਂ ਦਿੱਕਤ ਆ ਰਹੀ ਪੇਰੈਂਟਸ ਵੱਲੋਂ ਕੋਈ। ਠੀਕ ਹੈ, ਬਹੁਤ ਘੱਟ ਗਿਣਤੀ 'ਚ ਪੇਰੈਂਟਸ ਫੀਸ ਭਰਨ ਆ ਰਹੇ ਨੇ, ਲੇਕਿਨ ਮਨਾ ਕਰਨ ਵਾਲੇ ਪੇਰੈਂਟਸ ਨਹੀਂ ਨੇ ਕਿ ਕੋਈ ਮਨਾ ਕਰ ਰਿਹਾ ਹੋਵੇ। ਅਸੀਂ ਵੀ ਮੰਨਦੇ ਹਾਂ ਕਿ ਲੋਕ ਲੇਟ ਭਰਨਗੇ, ਥੋੜਾ ਰੁਕ ਕੇ ਭਰ ਦੇਣਗੇ, ਲੇਕਿਨ ਇਹ ਜਿਹਾ ਨਹੀਂ ਹੈ ਕਿ ਲੋਕ ਮਨਾ ਕਰ ਰਹੇ ਨੇ, ਕਿਉਂਕਿ ਉਹ ਰਿਸ਼ਤਾ ਹੈ ਸਕੂਲ ਦਾ ਪੇਰੈਂਟਸ ਦੇ ਨਾਲ, ਮੈਨੇਜਮੈਂਟ ਦਾ ਪੇਰੈਂਟਸ ਦੇ ਨਾਲ ਇੱਕ ਰਿਸ਼ਤਾ ਹੈ। ਬਿਲਕੁਲ। ਦੂਸਰਾ, ਇਸ ਦੇ ਨਾਲ ਹੀ ਰਿਸ਼ਤਾ ਇੱਕ ਹੋਰ ਸਵਾਲ ਜਨਮ ਲੈਂਦਾ। ਤੁਸੀਂ ਬਤੌਰ ਪ੍ਰਿੰਸੀਪਲ ਜਿਹੜੀ ਚੀਜ਼ ਮੈਂ ਸਮਝਣ ਦੀ ਕੋਸ਼ਿਸ਼ ਕਰ ਰਿਹਾ ਕਿ ਤੁਹਾਡੇ ਕੋਲ ਕੋਈ ਇਦਾਂ ਦੇ ਪੇਰੈਂਟਸ ਜਿਹੜੇ ਆਉਂਦੇ ਆ ਜਿਨ੍ਹਾਂ ਦਾ ਕਰੋਨਾ 'ਚ 2-3 ਮਹੀਨੇ ਦਾ ਰੁਜ਼ਗਾਰ ਚਲਾ ਗਿਆ ਜਾਂ ਨੌਕਰੀ ਹੀ ਚਲੀ ਗਈ, ਇਹੋ ਜਿਹੇ ਮਾਪਿਆਂ ਲਈ ਫੀਸ ਭਰਨੀ ਬਿਲਕੁਲ ਨਾਮੁਮਕਿਨ ਆ। ਇਹੋ ਜਿਹੇ ਸਥਿਤੀ ਨੂੰ ਬਤੌਰ ਪ੍ਰਿੰਸੀਪਲ ਤੁਸੀਂ ਕਿੱਦਾਂ ਟੈਕਲ ਕਰਦੇ ਹੋ, ਤੇ ਇਹਦੇ ਲਈ ਕੀ ਸੁਝਾਅ ਹੈਗਾ ਤੁਹਾਡਾ? ਦੇਖੋ ਜੀ, ਇਹ ਸਕੂਲ ਟੂ ਸਕੂਲ ਡਿਪੈਂਡ ਕਰਦੀ ਹੈ ਸਿਚੁਏਸ਼ਨ। ਜੀ ਜੀ। ਇਹਦੇ ਵਿੱਚ ਹੋਣਾ ਇਹ ਚਾਹੀਦਾ ਹੈ ਕਿ ਪੇਰੈਂਟ ਖੁਦ ਅਪਰੋਚ ਕਰੇ ਪ੍ਰਿੰਸੀਪਲ ਕੋਲ, ਮੈਨੇਜਮੈਂਟ ਕੋਲ, ਤੇ ਵਿਦ ਐਵੀਡੈਂਸ ਉਹ ਦੱਸੇ ਸਕੂਲ ਨੂੰ ਕਿ ਮੇਰਾ ਜੋ ਹੈ 3 ਮਹੀਨੇ 'ਚ ਬਿਲਕੁਲ ਰੋਜ਼ਗਾਰ ਮੇਰਾ ਬੰਦ ਸੀ, ਮੇਰੀ ਜ਼ੀਰੋ ਇਨਕਮ ਸੀ, ਤੇ ਆਹ ਮੇਰੀਆਂ ਮਜਬੂਰੀਆਂ ਨੇ। ਤੇ ਉਸ ਦੇ ਉੱਤੇ ਮੈਰਿਟ ਵਾਈਜ਼, ਕੇਸ ਟੂ ਕੇਸ, ਜੀ, ਕੋਈ ਵੀ ਰੂਲ ਇਹਦੇ ਵਿੱਚ ਹਰ ਬੰਦੇ ਤੇ ਅਪਲਾਈ ਨਹੀਂ ਹੋ ਸਕਦਾ। ਹਰ ਬੰਦੇ ਲਈ ਅੱਡ ਤੋਂ ਇਹਦੇ ਵਿੱਚ ਜੋ ਰੂਲਿੰਗ ਬਣੇਗੀ, ਹਰ ਬੰਦੇ ਲਈ ਅੱਡ ਤੋਂ ਕੰਸੈਸ਼ਨ ਬਣੇਗਾ, ਤੇ ਉਹ ਸਕੂਲ ਮੈਨੇਜਮੈਂਟ ਦੇਖੇਗੀ ਕਿ ਅਸੀਂ ਕਿਸ ਤਰ੍ਹਾਂ ਦਾ ਇਹਨੂੰ ਕੰਸੈਸ਼ਨ ਦੇਣਾ ਹੈ ਜਾਂ ਕਿੰਨਾ ਕੁ ਡਿਫਰਮੈਂਟ ਦੇਣਾ ਹੈ ਫੀ ਪੇਮੈਂਟ ਦੇ ਵਿੱਚ। ਦੋਨੋਂ ਚੀਜ਼ਾਂ ਹੈ ਜੀ, ਇੱਕ ਤਾਂ ਰਿਆਇਤ ਹੋ ਸਕਦੀ ਹੈ, ਕੰਸੈਸ਼ਨ ਹੋ ਸਕਦਾ ਹੈ, ਦੂਜਾ ਹੈ ਕਿ ਫੀ ਪੇਮੈਂਟ ਨੂੰ ਡਿਫਰਮੈਂਟ ਦਿੱਤਾ ਜਾ ਸਕਦਾ ਹੈ ਕਿ ਚਲੋ ਤੁਸੀਂ 3 ਮਹੀਨੇ ਲਈ ਆਹ ਵਾਲੀ ਜੋ ਫੀਸ ਹੈ ਉਹ ਤੁਸੀਂ ਹੋਰ ਅਗਲੇ 3 ਮਹੀਨੇ ਰੁਕ ਕੇ ਦੇ ਦੇਣਾ ਜਦੋਂ ਤੁਹਾਡਾ ਕਾਰੋਬਾਰ ਹੋ ਜੇ, ਜਾਂ ਉਹਦੀਆਂ ਕੋਈ ਇੰਸਟਾਲਮੈਂਟ ਇਹਦੀਆਂ ਬਣਾਈਆਂ ਜਾ ਸਕਦੀਆਂ ਜਿਹਦੇ ਵਿੱਚ ਕਿ ਉਹ ਪੇਰੈਂਟ ਖੁਸ਼ ਹੋ ਕੇ ਚਲਾ ਜਾਏ। ਤਾਂ ਇਹ ਡਿਪੈਂਡ ਕਰੇਗਾ ਕੇਸ ਟੂ ਕੇਸ, ਸਕੂਲ ਟੂ ਸਕੂਲ, ਸਿਚੁਏਸ਼ਨ ਟੂ ਸਿਚੁਏਸ਼ਨ। ਬਿਲਕੁਲ ਜੀ। ਦੂਸਰੀ ਵੱਡੀ ਚਿੰਤਾ ਇਸ ਗੱਲ ਦੀ ਹੈ ਕਿ ਰੈਗੂਲਰ ਸਕੂਲਿੰਗ ਬਿਲਕੁਲ ਬੰਦ ਹੈ। ਇਸ ਦੇ ਵਿੱਚ ਬੱਚੇ ਵੀ ਪ੍ਰਭਾਵਿਤ ਹੁੰਦੇ ਆ, ਟੀਚਰਾਂ ਦਾ ਵੀ ਜ਼ੋਰ ਜਿਹੜਾ ਹੈਗਾ ਉਹ ਦੁੱਗਣਾ ਤਿੱਗਣਾ ਲੱਗ ਰਿਹਾ। ਇਹ ਵੀ ਆਪਾਂ ਨੂੰ ਪਤਾ ਕਿ ਇੱਕ ਨਵੀਂ ਟਾਸਕ ਸੀਗੀ, ਨਵੀਂ ਟਾਸਕ ਨੂੰ ਸਿੱਖ ਕੇ ਇੰਪਲੀਮੈਂਟ ਕਰਨਾ, ਉਹਦੀ ਆਊਟਪੁੱਟ ਲੱਭਣੀ, ਇੱਕ ਉਹ ਨਵਾਂ ਆਪਰੇਸ਼ਨ ਸ਼ੁਰੂ ਹੋ ਜਾਣਾ, ਜਿਸ ਦੇ ਵਿੱਚ ਹਰ ਇੱਕ ਨੂੰ ਡਰ ਰਹਿੰਦਾ ਕਿ ਆਪਾਂ ਪਾਸ ਹੋਵਾਂਗੇ ਕਿ ਫੇਲ ਹੋਵਾਂਗੇ। ਇਹੋ ਜਿਹੇ ਨਜ਼ਰੀਏ ਤੋਂ ਬੱਚੇ ਰੈਗੂਲਰ ਸਕੂਲਿੰਗ ਦੇ ਵਿੱਚ ਖੇਡਦੇ ਵੀ ਸੀ, ਬੱਚੇ ਪੜ੍ਹਦੇ ਵੀ ਸੀ, ਰੈਗੂਲਰ ਸਕੂਲਿੰਗ ਵਧੀਆ ਤਰੀਕੇ ਨਾਲ ਚੱਲ ਰਹੀ ਸੀ, ਇੱਕਦਮ ਚੇਂਜ ਆ ਗਿਆ ਕਰੋਨਾ ਕਰਕੇ। ਇਸ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ? ਇਹ ਕੀ ਤੁਹਾਨੂੰ ਲੱਗਦਾ ਆਉਣ ਵਾਲੇ ਸਮੇਂ ਲਈ? ਦੇਖੋ, ਇਸ ਗੱਲ ਦੇ ਵਿੱਚ ਕੋਈ ਡਾਊਟ ਨਹੀਂ ਹੈ ਕਿ ਜੋ ਸਮਾਂ ਚੱਲ ਰਿਹਾ ਹੈ ਇਹ ਕੋਈ ਅੱਛਾ ਸਮਾਂ ਨਹੀਂ ਹੈ, ਬਲਕਿ ਮੈਂ ਤਾਂ ਸਾਫ਼ ਤੌਰ ਤੇ ਡਿਕਲੇਅਰ ਕਰੂੰਗਾ ਕਿ ਦਿਸ ਇਜ਼ ਦੀ ਵਰਸਟ ਸਿਨੈਰੀਓ ਇਨ ਦਾ ਹਿਊਮਨ ਹਿਸਟਰੀ। ਇਹ ਮੇਰਾ ਮੰਨਣਾ ਹੈ, ਕਿਉਂਕਿ ਦੇਖੋ ਦੁਨੀਆ ਨੇ 2 ਮਹਾਯੁੱਧ ਵੀ ਦੇਖੇ ਨੇ,
पहला वर्ल्ड वॉर 1914 तो 1919, दूजा वर्ल्ड वॉर 1939 तो 1945, लेकिन इन्ने बद हालात उदों भी नहीं सन जी इस तरह कारोबार बंद हो जाना, आम बंदे दा घरों बेघर हो जाना, ते इस तरह जो समाज की बुनियाद है सिक्ख्या दा जो स्तंभ है वो भी ढिला पै जाना, ये इंसानी इतिहास दे विच जदों दा इतिहास आपां लिखण लगे हाँ जी ਉਹਦੇ ਵਿੱਚ ਇਹ ਪਹਿਲੀ ਵਾਰ ਹੋਇਆ ਤਾਂ ਬਹੁਤ ਹੀ ਵੱਡੀ ਇਤਿਹਾਸਿਕ ਘਟਨਾ ਹੈ ਤੇ ਨੋ ਡਾਊਟ ਐਜੂਕੇਸ਼ਨ ਬਹੁਤ ਬੈਡਲੀ ਇਫੈਕਟਡ ਹੋ ਰਹੀ ਹੈ। ਜੇ ਮੈਂ ਗੱਲ ਕਰਾਂ ਛੋਟੇ ਛੋਟੇ ਬੱਚਿਆਂ ਦੀ ਜਿਨ੍ਹਾਂ ਦਾ ਬੇਸ ਬਣਨਾ ਸੀ, ਫॉर ਐਗਜ਼ਾਮਪਲ ਨਰਸਰੀ ਦਾ ਬੱਚਾ, LKG UKG ਗ੍ਰੇਡ 1 2 3 4 5 ਦੇ ਬੱਚੇ ਜਿਨ੍ਹਾਂ ਨੇ ਪੜ੍ਹਨਾ ਤੇ ਲਿਖਣਾ ਸਿੱਖਣਾ ਸੀ, ਉਸ ਦੇ ਨਾਲ ਨਾਲ ਜਿਨ੍ਹਾਂ ਨੇ ਸੋਸ਼ਲ ਹੋਣਾ ਸਿੱਖਣਾ ਸੀ, ਕਿਉਂਕਿ ਸਕੂਲ ਇੱਕ ਇਹੋ ਪਲੇਟਫਾਰਮ ਹੈ ਜੋ ਬੱਚੇ ਨੂੰ ਸੋਸ਼ਲ ਕਰਦਾ ਹੈ। ਉੱਥੇ ਬੱਚਾ ਆਪਣੇ ਪੀਅਰ ਗਰੁੱਪ ਦੇ ਵਿੱਚ ਬੈਠਦਾ ਹੈ, ਭਾਂਤ ਦੇ ਤਰ੍ਹਾਂ ਦੇ ਬੱਚਿਆਂ ਦੇ ਨਾਲ ਉਹ ਬੈਠਦਾ ਹੈ, ਤਰ੍ਹਾਂ ਦੀ ਸਮਾਜਿਕ ਜੋ ਬੈਕਗ੍ਰਾਉਂਡ ਵਾਲੇ ਬੱਚਿਆਂ ਦੇ ਨਾਲ ਉਹ ਬੈਠਦਾ ਹੈ ਤੇ ਉਹ ਬਹੁਤ ਸਾਰੀਆਂ ਚੀਜ਼ਾਂ ਆਬਜ਼ਰਵ ਕਰਦਾ ਹੈ ਤੇ ਉਹਦੇ ਨਾਲ ਉਹਦਾ ਜੋ IQ ਲੈਵਲ ਹੈ ਜਾਂ ਮੈਂਟਲ ਹੋਰਾਈਜ਼ਨ ਜਿਹਨੂੰ ਆਪਾਂ ਕਹਿੰਦੇ ਆ ਉਹਦਾ ਵਿਕਾਸ ਹੁੰਦਾ ਹੈ ਤੇ ਉਹਨਾਂ ਚੀਜ਼ਾਂ ਤੋਂ ਬੱਚੇ ਜੋ ਮਹਿਰੂਮ ਹੋ ਰਹੇ ਨੇ ਇਸ ਦੀ ਭਰਪਾਈ ਹੋਣਾ ਬਹੁਤ ਮੁਸ਼ਕਿਲ ਹੈ। ਚਾਹੇ ਕਿੰਨੀ ਵੀ ਆਪਾਂ ਆਨਲਾਈਨ ਐਜੂਕੇਸ਼ਨ ਕਰ ਲਈਏ ਜਾਂ ਕਿੰਨੇ ਵੀ ਹੋਰ ਤਰੀਕੇ, ਹੁਣ ਜਿਵੇਂ ਮੈਂ ਕਹਿ ਰਿਹਾ ਸੀ ਕਿ ਅਸੀਂ ਬੱਚਿਆਂ ਦੀ ਪਰਸਨੈਲਿਟੀ ਗਰੂਮ ਲਈ ਬਹੁਤ ਉਪਰਾਲੇ ਕਰ ਰਹੇ ਹਾਂ, ਲੇਕਿਨ ਕਿਸੇ ਚੀਜ਼ ਨੂੰ ਆਨਲਾਈਨ ਕਰਨਾ ਤੇ ਕਿਸੇ ਚੀਜ਼ ਨੂੰ ਬੱਚੇ ਨੂੰ ਸਾਹਮਣੇ ਬਿਠਾ ਕੇ ਕਰਨਾ, ਇਹਨਾਂ ਦੋਨਾਂ ਚੀਜ਼ਾਂ 'ਚ ਬਹੁਤ ਵੱਡਾ ਫਰਕ ਹੈ। ਤੇ ਕੋਈ ਸ਼ੱਕ ਨਹੀਂ ਇਸ ਚੀਜ਼ ਦੇ ਵਿੱਚ ਕਿ ਕਰੋਨਾ ਨੇ ਐਜੂਕੇਸ਼ਨ ਨੂੰ ਬੜੀ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਬੱਚਿਆਂ ਦਾ ਜੋ ਮਾਨਸਿਕ ਤੇ ਸਰੀਰਕ ਵੀ ਮੈਂ ਕਹੂੰਗਾ ਵਿਕਾਸ ਹੈ ਉਹਦੇ ਵਿੱਚ ਬਹੁਤ ਵੱਡੀ ਰੁਕਾਵਟ ਆਈ ਹੈ ਤੇ ਇਸ ਸਥਿਤੀ ਨੂੰ ਨਜਿੱਠਣ ਲਈ ਸਰਕਾਰਾਂ ਨੂੰ ਤੇ ਪ੍ਰਾਈਵੇਟ ਸਕੂਲਾਂ ਨੂੰ ਤੇ ਪੇਰੈਂਟਸ ਨੂੰ ਮਿਲ ਕੇ ਬੈਠਣਾ ਹੋਏਗਾ ਤੇ ਇੱਕ ਫਿਊਚਰ ਪਲੈਨਿੰਗ, ਇੱਕ ਸਟ੍ਰੈਟਜੀ ਤਿਆਰ ਕਰਨੀ ਹੋਏਗੀ ਕਿ ਤਾਂ ਕਿ ਆਪਾਂ ਜੋ ਬੀਤਿਆ ਹੋਇਆ ਸਮਾਂ ਹੈ, ਜੋ ਗਵਾਤਾ ਆਪਾਂ ਕਰੋਨਾ ਕਰਕੇ, ਉਸ ਸਮੇਂ ਦੀ ਭਰਪਾਈ ਆਪਾਂ ਕਿਵੇਂ ਕਰਨੀ ਹੈ। ਤੇ ਹੁਣ ਅਕੈਡਮਿਕ ਸੈਸ਼ਨ ਦਾ ਜੋ ਰੀਸਟਰਕਚਰਿੰਗ ਹੈ ਤੇ ਅਕੈਡਮਿਕ ਸਿਲੇਬਸ ਦਾ ਜੋ ਰੀਸਟਰਕਚਰਿੰਗ ਹੈ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਵਿਸ਼ਾ ਹੈ, ਬਹੁਤ ਹੀ ਜ਼ਿਆਦਾ, ਤੇ ਉਸ ਨੂੰ ਸਹੀ ਕੀਤੇ ਬਿਨਾ ਅੱਗੇ ਪੜ੍ਹਾਈ ਕਰਵਾਉਣਾ ਉਚਿਤ ਨਹੀਂ ਹੋਏਗਾ। ਜੀ ਦੂਸਰੀ ਵੱਡੀ ਗੱਲ ਡਾਕਟਰ ਸੋਮ ਇਹ ਆਉਂਦੀ ਆ ਕਿ ਹੁਣ ਬੱਚੇ ਬਿਲਕੁਲ ਘਰ ਦੇ ਵਿੱਚ ਮਾਪਿਆਂ ਕੋਲ, ਬਜ਼ੁਰਗਾਂ ਕੋਲ ਆਸ਼ਰਿਤ ਨੇ, ਉਹਨਾਂ ਤੇ ਡਿਪੈਂਡ ਨੇ। ਇਹ ਸਮਾਂ ਅਜਿਹਾ ਹੈਗਾ ਕਿ ਆਨਲਾਈਨ ਸਟੱਡੀ ਵੀ ਚੱਲ ਰਹੀ ਹੈ, ਘਰ ਦੇ ਕੰਮ ਵੀ ਚੱਲ ਰਹੇ ਨੇ, ਵਿੱਚ ਹੀ ਬੱਚੇ ਜਿਹੜੇ ਹੈਗੇ ਆ ਉਹ ਮੈਂ ਬਤੌਰ ਪੇਰੈਂਟਸ ਤੁਹਾਡੇ ਨਾਲ ਗੱਲ ਕਰ ਰਿਹਾ ਕਿ ਉਹ ਸਾਨੂੰ ਸਮਝ ਨਹੀਂ ਆ ਰਹੀ ਇਹ ਕਿ ਇਹ ਕਿਹੋ ਜਿਹੀ ਸਿਚੁਏਸ਼ਨ ਹੈਗੀ ਆ। ਮਾਪਿਆਂ ਨੂੰ ਤਿਆਰ ਕਰਨ ਲਈ ਕਿਹੋ ਜਿਹੇ ਸੁਝਾਅ ਨੇ? ਤੁਸੀਂ ਸਿੱਖਿਆ ਸ਼ਾਸਤਰੀ ਹੋ, ਤੁਸੀਂ ਬੜੇ ਡੂੰਘੇ ਵਿਚਾਰ ਰੱਖਦੇ ਹੋ, ਦਿਲੋਂ ਕੰਮ ਕਰਨ ਵਾਲੇ ਸਿੱਖਿਆ ਸ਼ਾਸਤਰੀਆਂ ਚਾਹੁੰਦੇ ਹੋ, ਪ੍ਰੈਕਟੀਕਲ ਕੰਮ ਕਰਨ ਵਾਲੇ ਸਿੱਖਿਆ ਸ਼ਾਸਤਰੀਆਂ ਚਾਹੁੰਦੇ ਹੋ। ਇਹਦਾ ਮਤਲਬ ਸੁਚਾਰੂ ਕੀ ਕੋਈ ਲਾਭ ਕਿੱਦਾਂ ਦਾ ਤੁਹਾਡੇ ਸ਼ਬਦਾਂ ਨਾਲ ਮਾਪਿਆਂ ਨੂੰ ਕੋਈ ਹੱਲਾਸ਼ੇਰੀ ਮਿਲੂਗੀ, ਕੋਈ ਵਧੀਆ ਸੰਕੇਤ, ਕੋਈ ਸੁਨੇਹਾ ਜਿਹੜਾ ਹੈ ਕਿਹਾ ਜਾਏ? जी बिल्कुल, बड़ा ही रेलेवेंट क्वेश्चन है क्योंकि बहुत सारे पेरेंट्स की क्वेरी रही है या जिमें जो अपनी ऑब्जरवेशन है, तुसीं एज अ पेरेंट ये गल की, साडी भी ऑब्जरवेशन है, पेरेंट्स नूं इस दे लई ट्रेन करना बड़ा जरूरी है। देखो, मैं जो 2-3 सलाहां पेरेंट्स नूं देना चाहूँगा वो ये कि हर स्कूल ने अपनी ऑनलाइन पढ़ाई का समा निश्चित किया होया है। किसी ने 8 बजे तो लेके 11 बजे तक, किसी ने 9 तो लेके 12 बजे तक या 10 तो लेके 12 बजे तक, हर स्कूल अपनी अपनी समर्थानुसार उन्हें एक टाइम टेबल फिक्स किया है। उस दरम्यान हुण होना ये चाहिए है कि बच्चे नूं एक रूम मिलना चाहिए जिहदे विच किसी भी किस्म का खलल या इंटरप्शन ना होवे। बच्चे को मोबाइल या जो भी घर की स्थिति है, लैपटॉप जो दे सकते हैं तो लैपटॉप, नहीं तो मोबाइल होना चाहिए, इंटरनेट कनैक्शन होना चाहिए। लेकिन उसके अलावा दोनों पेरेंट्स चों किसी नूं थोड़ा बहुत टाइम भी निकालना चाहिए है कि वो बच्चे नूं अपनी ऑब्जरवेशन दे विच लाइव क्लास लगवाण। हाँ, उहदे विच इंटरप्शन करने की लोड़ नहीं है, टीचर्स दे नाल इंटरैक्शन करने की लोड़ नहीं है। वो जो कोई डाउट है तो वो बाद अलग तो मैसेज करके या फोन कॉल करके टीचर को पूछ सकते हैं। लाइव क्लास दे विच मापिਆਂ ਨੂੰ इंटरप्शन नहीं करना चाहिए, लेकिन एट द सेम टाइम अपने बच्चों को सुपरविजन दे विच रख के कि वाकई वो जो क्लास लग रही है उसनूं वो प्रॉपर सुचੱਜੇ ढंग नाल अटेंड कर रहे हैं कि नहीं कर रहे हैं, टीचर जो चीज़ उन्होंने दस रही है बच्चे उसनूं नोट कर रहे हैं कि नहीं कर रहे हैं। इस तो इलावा जो होमवर्क स्कूल वालों भेजा जा रहा है बच्चे उसनूं कर रहे हैं कि नहीं कर रहे हैं। छोटियां क्लासां दे पेरेंट नूं मैं सुझाव देना चाहूँगा कि उन्हां लई स्क्रीन दे उत्तों मटीरियल नूं पढ़ना ते करना बहुत औखा है। इसलिए जो पेरेंट अफोर्ड कर सकते हैं
ਉਹ ਉਸ ਕੰਟੈਂਟ ਦਾ ਫੋਟੋਕਾਪੀ ਕਰਵਾਉਣ ਮਾਰਕੀਟ ਦੇ ਵਿੱਚੋਂ ਤੇ ਫਿਰ ਬੱਚਿਆਂ ਨੂੰ ਦੇਣ। ਉਹਦੇ ਵਿੱਚ ਬੱਚਿਆਂ ਦੀ ਜ਼ਿਆਦਾ ਰੁਚੀ ਬਣੇਗੀ ਤੇ ਉਹ ਪੂਰੇ ਇੰਟਰਸਟ ਨਾਲ ਕਰਨਗੇ। ਬੜੀ ਕਲਾਸ ਦੇ ਬੱਚੇ, ਉਹਨਾਂ ਨੂੰ ਨੋਟਸ ਆ ਰਹੇ ਨੇ, ਕਾਫੀ ਵੱਡੀ ਤਾਦਾਦ ਦੇ ਵਿੱਚ ਪੇਜਸ ਹੁੰਦੇ ਨੇ। ਚਲੋ ਜੇ ਮੈਂ ਮੰਨਦਾ ਕਿ ਜੇ ਕਿਸੇ ਪੇਰੈਂਟ ਨੂੰ ਲੱਗਦਾ ਕਿ ਉਹਦੇ ਵਿੱਚ ਖਰਚਾ ਜ਼ਿਆਦਾ ਹੈ ਤਾਂ ਬੱਚਾ ਉਹਨਾਂ ਨੂੰ ਮੋਬਾਈਲ ਦੇ ਵਿੱਚ ਹੀ ਸਟੱਡੀ ਕਰ ਸਕਦਾ ਹੈ। ਲੇਕਿਨ ਉਹ ਵੀ ਕਲਾਸ ਲਗਾਉਣ ਤੋਂ ਬਾਅਦ ਉਹਨਾਂ ਨੇ ਸਟੱਡੀ ਕਰਨੀ ਹੈ ਤਾਂ ਉਹਦੇ ਵਿੱਚ ਇੱਕ ਲੰਬੀ ਕੰਟੀਨਿਊਟੀ ਨਹੀਂ ਹੋਣੀ ਚਾਹੀਦੀ। ਅੱਧਾ ਪੌਣਾ ਘੰਟਾ ਬੱਚਾ ਸਟੱਡੀ ਕਰੇ, ਉਸ ਤੋਂ ਬਾਅਦ ਬੱਚੇ ਨੂੰ 15-20 ਮਿੰਟ ਦਾ ਇੱਕ ਕੰਸਟਰਕਟਿਵ ਜਿਹਾ ਬ੍ਰੇਕ ਮਿਲਣਾ ਚਾਹੀਦਾ ਹੈ, ਜਿਹਦੇ ਵਿੱਚ ਬੱਚਾ ਆਪਣੀ ਜੋ ਵੀ ਉਹਦੀ ਹੌਬੀ ਹੈ, ਜੇ ਕਿਸੇ ਨੇ ਮਿਊਜ਼ਿਕ ਸੁਣਨਾ ਹੈ, ਕਿਸੇ ਨੇ ਗਾਰਡਨਿੰਗ ਕਰਨੀ ਹੈ, ਕਿਸੇ ਨੇ ਮਾੜਾ ਮੋਟਾ ਇੰਡੋਰ 'ਚ ਹੀ ਖੇਡਣਾ ਹੈ ਕਿਉਂਕਿ ਬਾਹਰ ਤਾਂ ਜਾਣਾ ਨਹੀਂ ਹੈ, ਜਾਂ ਕੋਈ ਜੇ ਕੁਕਿੰਗ ਕਰ ਸਕਦਾ ਹੈ, ਮਦਰ ਦੇ ਨਾਲ ਹੈਲਪ ਕਰ ਸਕਦਾ ਹੈ, ਛੋਟਾ ਮੋਟਾ ਕੋਈ ਵੀ ਇਹੋ ਜਿਹਾ ਕੰਮ ਜਿਹਦੇ ਨਾਲ ਉਸਨੂੰ ਫਿਰ ਤੋਂ ਰਿਜੂਵੀਨੇਸ਼ਨ ਮਿਲੇ, ਫਿਰ ਤੋਂ ਇੱਕ ਤਾਜ਼ਗੀ ਮਹਿਸੂਸ ਹੋਵੇ। ਉਸ ਤੋਂ ਬਾਅਦ ਫਿਰ 40-45 ਮਿੰਟ ਦਾ ਇੱਕ ਸੈਸ਼ਨ, ਕਿਉਂਕਿ ਲਗਾਤਾਰ ਸਕਰੀਨ ਟਾਈਮ ਜੇ ਆਪਾਂ ਲਵਾਂਗੇ, ਅੱਖਾਂ ਨੂੰ ਸਕਰੀਨ ਦੇ ਉੱਤੇ ਗੜਾ ਕੇ ਰੱਖਾਂਗੇ ਤਾਂ ਉਹਦਾ ਨਾ ਸਿਰਫ ਅੱਖਾਂ ਤੇ ਬਲਕਿ ਮੈਂਟਲ ਹੈਲਥ ਉੱਤੇ ਵੀ ਨੈਗੇਟਿਵ ਅਸਰ ਪੈਂਦਾ ਹੈ, ਚਿੜਚਿੜਾ ਬਣਾਉਂਦਾ ਹੈ। ਤਾਂ ਇਹ ਪੇਰੈਂਟ ਦੀ ਜ਼ਿੰਮੇਵਾਰੀ ਹੈ ਘਰ ਦੇ ਵਿੱਚ ਕਿ ਉਹ ਬੱਚਿਆਂ ਦਾ ਇੱਕ ਸ਼ੈਡਿਊਲ ਬਣਾਏ, ਟਾਈਮ ਟੇਬਲ ਬਣਾਏ ਤੇ ਬੱਚੇ ਉਸ ਤਰੀਕੇ ਨਾਲ ਉਸ ਚੀਜ਼ ਨੂੰ ਪੜ੍ਹਾਈ ਨੂੰ ਆਪਣੀ ਜਾਰੀ ਰੱਖਣ। ਪਲੱਸ ਇੱਕ ਰੈਗੂਲਰ ਸੁਪਰਵਿਜ਼ਨ ਬਹੁਤ ਜ਼ਰੂਰੀ ਹੈ, ਖਾਸ ਤੌਰ ਤੇ ਜਦੋਂ ਬੱਚੇ ਆਨਲਾਈਨ ਕਲਾਸ ਲਗਾ ਰਹੇ ਨੇ, ਕਿਉਂਕਿ ਇਹਦੇ ਵਿੱਚ ਕਨਸੈਂਟਰੇਸ਼ਨ ਲੈਵਲ ਬੜਾ ਘੱਟ ਹੁੰਦਾ ਹੈ। ਕਿਉਂਕਿ ਬੱਚਿਆਂ ਦੇ ਦਿਮਾਗ ਦੇ ਵਿੱਚ ਇਹ ਹੈ ਕਿ ਫਿਜ਼ੀਕਲੀ ਸਾਨੂੰ ਟੀਚਰ ਨਹੀਂ ਦੇਖ ਰਹੀ, ਉਹਨੂੰ ਨਹੀਂ ਪਤਾ ਲੱਗ ਰਿਹਾ, ਕਿਉਂਕਿ ਸਿਰਫ ਸਕਰੀਨ ਫੇਸ ਨੂੰ ਲੈ ਰਹੀ ਹੈ। ਤਾਂ ਮਾਂ-ਬਾਪ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਨੂੰ ਆਪਣੀ ਸੁਪਰਵਿਜ਼ਨ ਦੇ ਵਿੱਚ ਰੱਖ ਕੇ ਕਰਵਾਉਣ ਤੇ ਇਹਨਾਂ ਚੀਜ਼ਾਂ ਨਾਲ ਬਹੁਤ ਹੈਲਪ ਹੋ ਜਾਏਗੀ, ਮੈਂ ਸਮਝਦਾ। ਬਿਲਕੁਲ ਇਹ ਪੱਖ ਤਾਂ ਮਾਪਿਆਂ ਲਈ ਵਧੀਆ ਸੁਨੇਹਾ ਲੈ ਕੇ ਆਇਆ ਕਿ ਉਹਨਾਂ ਦਾ ਧਿਆਨ ਜੇਕਰ ਅਸੀਂ ਰੱਖਾਂਗੇ, ਸਾਡੀ ਵੀ ਜ਼ਿੰਮੇਵਾਰੀ ਹੈ। ਜੇਕਰ ਟੀਚਰ ਮਿਹਨਤ ਕਰ ਰਿਹਾ ਆਨਲਾਈਨ ਕਲਾਸਾਂ ਦੇ ਉੱਤੇ, ਸਾਨੂੰ ਵੀ ਘਰ ਬੈਠ ਕੇ ਜਿਹੜਾ ਵੀ ਪੇਰੈਂਟਸ ਆਪਦੇ ਤਰੀਕੇ ਨਾਲ ਉਹਨੂੰ ਹੈਂਡਲ ਕਰੂਗਾ, ਨਾਲ ਇਨ ਟੱਚ ਰਹੂਗਾ, ਤਾਂ ਜ਼ਰੂਰ ਬੱਚੇ ਜਿਹੜੇ ਹੈਗੇ ਆ ਉਹ ਕੁਝ ਨਾ ਕੁਝ ਸਿੱਖਿਆ ਜਿਹੜੀ ਹੈਗੀ ਆ ਉਹ ਹਾਸਿਲ ਵੀ ਕਰਨਗੇ ਤੇ ਕੁਰਾਹੇ ਵੀ ਨਹੀਂ ਪੈਣਗੇ, ਉਸ ਨੂੰ ਸਾਰਥਕ ਰੂਪ ਦੇ ਵਿੱਚ ਉਹਦੇ ਸਿੱਟੇ ਅੱਛੇ ਹੀ ਆਉਣਗੇ। ਦੂਸਰੀ ਗੱਲ ਆਉਂਦੀ ਹੈ ਕਿ ਡਾਕਟਰ ਸੋਮ, ਜਦੋਂ ਅੱਜ ਦਾ ਬਦਲਿਆ ਹੋਇਆ ਮਾਹੌਲ ਆ, ਬਿਲਕੁਲ ਹੀ ਬਦਲਿਆ ਹੋਇਆ, ਸੋਚ ਵੀ ਬਦਲ ਗਈ ਹੈ, ਨੀਅਤ ਵੀ ਬਦਲ ਗਈ ਹੈ ਔਰ ਜ਼ਰੀਏ ਵੀ ਬਦਲ ਗਏ ਆ, ਅਰਥਚਾਰੇ ਦਾ ਕੋਈ ਪਤਾ ਨਹੀਂ ਕਿੱਧਰ ਨੂੰ ਜਾ ਰਿਹਾ, ਪਰ ਸਮਾਂ ਸਿੱਖਿਆ ਲਈ ਬੜਾ ਘਾਤਕ ਸਿੱਧ ਹੋ ਰਿਹਾ। ਬਿਲਕੁਲ। ਤੇ ਸਰਕਾਰਾਂ, ਤੁਹਾਨੂੰ ਲੱਗਦਾ ਕੀ ਨਜ਼ਰੀਆ ਕਿ ਸਰਕਾਰਾਂ ਇਸ ਨੂੰ ਕਿਸ ਤਰੀਕੇ ਨਾਲ ਲੈ ਰਹੀਆਂ? ਤੁਸੀਂ ਸਰਕਾਰ ਦੀਆਂ ਕੋਸ਼ਿਸ਼ਾਂ ਉਪਰਾਲਿਆਂ ਦੇ ਬਾਰੇ ਕੀ ਟੀਕਾ ਟਿੱਪਣੀ ਕਰਨੀ ਚਾਹੋਗੇ? ਤੁਸੀਂ ਤਾਂ ਮੇਰੇ ਮਨ ਦਾ ਸਵਾਲ ਪੁੱਛ ਲਿਆ ਜੀ। ਮੇਰੇ ਜੋ ਵਿਚਾਰ ਨੇ ਸਰਕਾਰ ਦੇ ਉਪਰਾਲਿਆਂ ਉੱਪਰ, ਕਿ ਸਰਕਾਰ ਦਾ ਕੀ ਸਟੈਂਡ ਹੈ, ਸਰਕਾਰ ਦਾ ਕੀ ਮੋਡਸ ਆਪਰੈਂਡੀ ਹੈ, ਜਾਂ ਸਰਕਾਰ ਦਾ ਕੀ ਨਜ਼ਰੀਆ ਹੈ, ਤਾਂ ਮੈਂ ਕਹੂੰਗਾ ਕਿ ਐਜ਼ ਐਨ ਐਜੂਕੇਸ਼ਨਿਸਟ ਮੈਨੂੰ ਬਹੁਤ ਵੱਡੀ ਡਿਸਅਪੁਆਇੰਟਮੈਂਟ ਹੈ ਸਰਕਾਰ ਤੋਂ। ਜੀ। ਜਿਸ ਤਰ੍ਹਾਂ ਕਿ ਆਪਣੇ ਸੰਵਿਧਾਨ ਦੇ ਵਿੱਚ ਵੀ ਲਿਖਿਆ ਹੈ, ਜੋ ਨੀਤੀ ਨਿਰਦੇਸ਼ਕ ਸਿਧਾਂਤ ਨੇ ਸਟੇਟ ਦੇ, ਗਵਰਨਮੈਂਟ ਦੇ, ਜਿਹਦੇ ਵਿੱਚ ਲਿਖਿਆ ਹੈ ਕਿ ਸਰਕਾਰ ਸਾਰੀ ਬੁਨਿਆਦੀ ਸਹੂਲਤਾਂ ਉਪਲਬਧ ਕਰਵਾਏਗੀ। ਤੇ ਆਪਾਂ ਜਾਣਦੇ ਹਾਂ ਕਿ ਆਜ਼ਾਦੀ ਦੇ 70 ਸਾਲਾਂ ਬਾਅਦ ਵੀ ਸਰਕਾਰ ਬੁਰੀ ਤਰ੍ਹਾਂ ਨਾਕਾਮਯਾਬ ਰਹੀ ਹੈ। ਅੱਜ ਵੀ ਦੇਸ਼ ਦੀ ਜੋ 40 ਕਰੋੜ ਦੇ ਲਗਭਗ ਆਬਾਦੀ ਹੈ, ਉਹਨਾਂ ਨੂੰ ਨਾ ਰੋਟੀ, ਨਾ ਕੱਪੜਾ ਤੇ ਨਾ ਮਕਾਨ। ਸਿੱਖਿਆ ਤੇ ਸਿਹਤ ਤਾਂ ਬਹੁਤ ਦੂਰ ਦੀ ਗੱਲ ਹੈ, ਉਹਨਾਂ ਨੇ ਸੁਪਨਾ ਇੱਕ, ਮੈਂ ਇਹ ਕਹੂੰਗਾ ਜੀ। ਤੇ ਜੇ ਮੈਂ ਗੱਲ ਕਰਾਂ ਪਾਰਟਿਕੂਲਰਲੀ ਐਜੂਕੇਸ਼ਨ ਨੂੰ ਲੈ ਕੇ ਸਰਕਾਰ ਦੇ ਸਟੈਂਡ ਦੀ, ਤਾਂ ਬਹੁਤ ਹੀ ਨਿਰਾਸ਼ਾਵਾਦੀ ਰਵੱਈਆ ਅਪਣਾਇਆ ਹੈ। ਸਰਕਾਰ ਨੂੰ ਪਤਾ ਹੈ ਇਸ ਗੱਲ ਦਾ ਕਿ ਜਿੰਨੇ ਬੱਚੇ ਸਰਕਾਰੀ ਸਕੂਲਾਂ 'ਚ ਪੜ੍ਹ ਰਹੇ ਨੇ, ਉਦੋਂ 1.5 ਲੱਖ ਬੱਚਾ ਵੱਧ ਪ੍ਰਾਈਵੇਟ ਸਕੂਲਾਂ 'ਚ ਪੜ੍ਹ ਰਿਹਾ। ਮੈਂ ਸਿਰਫ ਪੰਜਾਬ ਦੀ ਗੱਲ ਕਰ ਰਿਹਾ ਹਾਂ ਜੀ, ਪੂਰਾ ਦੇਸ਼ ਤਾਂ ਬਹੁਤ ਵੱਡਾ ਹੈ। ਪੰਜਾਬ ਦੇ ਵਿੱਚ ਹੀ 25-26 ਲੱਖ ਬੱਚੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਹੈ ਤੇ 27 ਲੱਖ ਦੇ ਕਰੀਬ ਪ੍ਰਾਈਵੇਟ ਸਕੂਲਾਂ 'ਚ ਪੜ੍ਹਦੇ ਹੈ ਜੀ। ਤੇ ਪ੍ਰਾਈਵੇਟ ਸਕੂਲਾਂ ਨੇ ਅੱਧਾ ਬੋਝ ਸਰਕਾਰ ਦਾ ਚੱਕਿਆ ਹੋਇਆ ਹੈ, ਬਿਲਕੁਲ ਅੱਧਾ ਬੋਝ, ਕਿਉਂਕਿ ਜ਼ਿੰਮੇਵਾਰੀ ਸਰਕਾਰ ਦੀ ਹੈ। ਪਿਛਲੇ 4 ਮਹੀਨਿਆਂ 'ਚ ਸਰਕਾਰ ਦੇ ਤੁਸੀਂ ਜੋ ਵੀ ਬਿਆਨ ਚੱਕ ਲਓ, ਸੰਬੰਧਿਤ ਮੰਤਰੀਆਂ ਦੇ ਜਾਂ ਸੰਬੰਧਿਤ ਅਧਿਕਾਰੀਆਂ ਦੇ, ਤੇ ਕੋਰਟ ਨੇ ਵੀ ਬੜੀ ਤਿੱਖੀਆਂ ਟਿੱਪਣੀਆਂ ਕੀਤੀਆਂ ਸਰਕਾਰ ਦੇ ਫੈਸਲਿਆਂ ਉੱਪਰ ਕਿ ਜੋ ਸਰਕਾਰ ਨੇ ਫੈਸਲੇ ਲਏ ਨੇ ਜਾਂ ਇੱਕ ਤਰਫਾ ਆਦੇਸ਼ ਜਾਰੀ ਕੀਤੇ ਨੇ ਫੀਸਾਂ ਨੂੰ ਲੈ ਕੇ, ਉਹ ਕਿਸ ਤਰ੍ਹਾਂ ਨਾਕਾਮਯਾਬੀ ਹੈ ਸਰਕਾਰ ਦੀ, ਜਾਂ ਸਰਕਾਰ ਦੀ ਫੇਲੀਅਰ ਟੂ ਅੰਡਰਸਟੈਂਡ ਦੀ ਗ੍ਰੈਵਿਟੀ ਆਫ ਦੀ ਸਿਚੁਏਸ਼ਨ। ਸਰਕਾਰ ਪੂਰੀ ਤਰ੍ਹਾਂ ਨਾਕਾਮਯਾਬ ਰਹੀ ਹੈ ਸਿਚੁਏਸ਼ਨ ਦੀ ਗੰਭੀਰਤਾ ਨੂੰ ਸਮਝਣ ਦੇ ਵਿੱਚ। ਕਿਸੇ ਵੀ ਦਿਨ ਐਜੂਕੇਸ਼ਨ ਤੋਂ ਸੰਬੰਧਿਤ ਬੰਦਿਆਂ ਦਾ, ਜੋ ਸਰਕਾਰੀ ਮੰਤਰੀ ਨੇ, ਨੇਤਾ ਨੇ, ਜੋ ਵੀ ਨੇ, ਇਹਨਾਂ ਦਾ ਇੱਕ ਵੀ ਪੋਜ਼ਿਟਿਵ ਬਿਆਨ ਨਹੀਂ ਆਇਆ ਅੱਜ ਤੱਕ, ਇੱਕ ਵੀ, ਜਿਹਦੇ ਨਾਲ ਪੇਰੈਂਟਸ ਦੇ ਵਿੱਚ, ਬੱਚਿਆਂ ਦੇ ਵਿੱਚ, ਟੀਚਰਸ ਦੇ ਵਿੱਚ ਹੱਲਾਸ਼ੇਰੀ ਮਚੀ ਹੋਵੇ। ਇੱਕ ਸਿੰਗਲ ਬਿਆਨ ਇਹੋ ਜਿਹਾ ਨਹੀਂ ਆਇਆ, ਬਲਕਿ ਜੋ ਵੀ ਬਿਆਨ ਆਏ ਨੇ ਉਹ ਖਾਸ ਤੌਰ ਤੇ ਪ੍ਰਾਈਵੇਟ ਸਿੱਖਿਆ ਨੂੰ ਹਤੋਤਸ਼ਾਹਿਤ ਕਰਨ ਵਾਲੇ, ਪਿੱਛੇ ਲਿਜਾਣ ਵਾਲੇ ਸਾਬਿਤ ਹੋਏ ਨੇ। ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਸਰਕਾਰ ਦੀ ਸੋਚ ਕੀ ਹੈ। ਕਿ ਸਰਕਾਰ ਇਹ ਚਾਹੁੰਦੀ ਹੈ ਕਿ ਬੱਚੇ ਪ੍ਰਾਈਵੇਟ ਸਕੂਲਾਂ ਚੋਂ ਨਿਕਲ ਜਾਣ,
ਤਾਂ ਫਿਰ ਸਰਕਾਰ ਨੂੰ ਇੱਕ ਆਰਡੀਨੈਂਸ ਪਾਸ ਕਰਨਾ ਚਾਹੀਦਾ ਹੈ, ਤੁਰੰਤ ਪ੍ਰਭਾਵ ਨਾਲ ਸਾਰੇ ਪ੍ਰਾਈਵੇਟ ਸਕੂਲ ਬੰਦ ਕਰ ਦੇਣੇ ਚਾਹੀਦੇ ਹੈ ਜੀ। ਇਹ ਕੰਮ ਸਰਕਾਰ ਕਰ ਸਕਦੀ ਹੈ। ਮੈਂ ਇਹ ਕਹੂੰਗਾ ਕਿ ਜੀ ਤੁਸੀਂ ਅਟੈਕ ਕਰਨਾ ਹੀ ਹੈ ਤਾਂ ਤੁਸੀਂ ਡਾਇਰੈਕਟ ਅਟੈਕ ਕਰੋ। ਆ ਛੋਟੇ ਮੋਟੇ ਲੁਕ ਕੇ ਅਟੈਕ ਕਰਨਾ ਕਿ ਫੀਸਾਂ ਨਹੀਂ ਭਰਨੀਆਂ, ਫੀਸਾਂ ਨਹੀਂ ਲੈਣੀਆਂ, ਕਿ ਸਰਕਾਰ ਨੂੰ ਨਹੀਂ ਪਤਾ ਕਿ ਆਨਲਾਈਨ ਐਜੂਕੇਸ਼ਨ ਚੱਲ ਰਹੀ ਹੈ। ਨਾਲੇ ਆ ਮੰਥਲੀ ਫੀਸ ਦਾ ਤਾਂ ਕਨਸੈਪਟ ਕੋਈ ਹੁੰਦਾ ਹੀ ਨਹੀਂ। ਸਕੂਲ ਪੂਰੇ ਸੈਸ਼ਨ ਦੀ ਪੜ੍ਹਾਈ ਕਰਵਾਉਂਦਾ ਹੈ ਤੇ ਇਹ ਇੱਕ ਪੈਕੇਜ ਹੁੰਦਾ ਹੈ ਜੀ। ਪੇਰੈਂਟ ਦੀ ਸਹੂਲਤ ਲਈ ਇਸ ਨੂੰ 12 ਮਹੀਨਿਆਂ 'ਚ ਵੰਡਿਆ ਜਾਂਦਾ ਹੈ, ਤਾਂ ਕੋਈ 3-3 ਮਹੀਨੇ ਦੀ ਲੈਂਦਾ ਹੈ, ਕੋਈ 1-1 ਮਹੀਨੇ ਦੀ ਲੈਂਦਾ ਹੈ, ਲੇਕਿਨ ਅਸਲ 'ਚ ਪੂਰੇ ਸਾਲ ਦੀ ਫੀਸ ਹੁੰਦੀ ਹੈ। ਜੇ ਬੱਚੇ ਨੇ ਸਾਲ ਤੋਂ ਬਾਅਦ ਪ੍ਰਮੋਟ ਹੋਣਾ ਹੈ ਤਾਂ ਇਹਦਾ ਮਤਲਬ ਹੈ ਕਿ ਬੱਚੇ ਨੇ ਪੂਰਾ ਸਾਲ ਕੁਛ ਨਾ ਕੁਛ ਤਾਂ ਕਰਨਾ ਹੀ ਕਰਨਾ ਹੈ। ਸ਼ਾਇਦ ਹੀ ਕੋਈ ਸਕੂਲ ਹੋਣਗੇ ਜੋ ਆਨਲਾਈਨ ਨਹੀਂ ਦੇ ਰਹੇ ਐਜੂਕੇਸ਼ਨ, ਬਾਕੀ ਹਰ ਸਕੂਲ ਨੂੰ ਚਿੰਤਾ ਹੈ ਕਿ ਉਹਨਾਂ ਨੇ ਸਿਲੇਬਸ ਕਰਵਾਉਣਾ ਹੈ, ਤਾਂ ਜਿਸ ਵੀ ਢੰਗ ਨਾਲ ਉਹ ਕਰਵਾ ਸਕਦੇ ਨੇ ਉਹ ਕਰਵਾ। ਘੱਟ ਵੱਧ ਉਹ ਮੈਂ ਦੁਬਾਰਾ ਰਿਪੀਟ ਕਰੂੰਗਾ ਕਿ ਉਹ ਸਕੂਲ ਤੇ ਪੇਰੈਂਟ ਦਾ ਆਪਸੀ ਮਾਮਲਾ ਹੈ। ਇਹਦੇ ਵਿੱਚ ਨਾ ਤਾਂ ਸਮਾਜ ਨੂੰ ਤੇ ਨਾ ਹੀ ਕੋਰਟ ਨੂੰ ਤੇ ਸਰਕਾਰ ਨੂੰ ਤਾਂ ਬਿਲਕੁਲ ਵੀ ਇੰਟਰਫੇਅਰ ਨਹੀਂ ਕਰਨਾ ਚਾਹੀਦਾ। ਸਰਕਾਰ ਦੀ ਤਾਂ ਪਾਲਿਸੀ ਉਹ ਹੋਈ ਹੈ ਵੀ ਅਸੀਂ ਆਪ ਕੁਝ ਕਰਨਾ ਨਹੀਂ ਤੇ ਅਸੀਂ ਕਿਸੇ ਹੋਰ ਨੂੰ ਕੁਝ ਕਰਨ ਦੇਣਾ ਨਹੀਂ ਜੀ। ਰਹਿ ਗਈ ਗੱਲ ਸਿੱਖਿਆ ਦੇ ਸਟੈਂਡਰਡ ਦੀ, ਤੁਸੀਂ ਪਿਛਲੇ 2-4 ਸਾਲਾਂ ਦੇ ਅਖਬਾਰ ਚੱਕ ਲਓ, ਉਹਦੇ ਵਿੱਚ ਵੱਡੀਆਂ ਫੋਟੋਆਂ ਲੱਗੀਆਂ ਹੋਈਆਂ ਨੇ ਕਿ ਸਰਕਾਰੀ ਸਕੂਲਾਂ ਦਾ ਜਾਂ ਸਰਕਾਰੀ ਸਿੱਖਿਆ ਦਾ ਜੋ ਤਥਾਕਥਿਤ ਤੌਰ ਤੇ ਫ੍ਰੀ ਹੈ ਉਹਨਾਂ ਦਾ ਕੀ ਸਟੈਂਡਰਡ ਹੈ ਤੇ ਕੀ ਉਹਨਾਂ ਦਾ ਮਿਆਰ ਹੈ। ਤਾਂ ਮੈਨੂੰ ਨਹੀਂ ਲੱਗਦਾ ਕਿ ਸਰਕਾਰ ਦਾ ਕੋਈ ਬਹੁਤਾ ਪੋਜ਼ਿਟਿਵ ਰਵੱਈਆ ਰਿਹਾ ਹੈ, ਬਲਕਿ ਸਰਕਾਰੀ ਇੰਟਰਫੇਰੈਂਸ ਕਰਕੇ ਹੀ ਅੱਜ ਹਾਲਾਤ ਵਿਗੜੇ ਨੇ। ਮੈਂ ਸਮਝਦਾ ਸਰਕਾਰ ਨੂੰ ਬਿਲਕੁਲ ਇਸ ਚੀਜ਼ ਤੋਂ ਅਲੱਗ ਹੋ ਜਾਣਾ ਚਾਹੀਦਾ ਹੈ, ਕਿਸੇ ਕਿਸਮ ਦਾ ਇੰਟਰਫੇਅਰ ਨਹੀਂ ਕਰਨਾ ਚਾਹੀਦਾ। ਦੇਖੋ ਜੀ, ਜੋ ਸਕੂਲ ਐਜੂਕੇਸ਼ਨ ਦੇ ਰਿਹਾ ਹੈ ਉਸ ਨੂੰ ਫੀਸ ਲੈਣ ਦਾ ਹੱਕ ਹੈ, ਲੋਕ ਭਰਨ ਨੂੰ ਤਿਆਰ ਨੇ, ਲੇਕਿਨ ਇਹ ਇੰਟਰਫੇਰੈਂਸ ਜੋ ਗਵਰਨਮੈਂਟ ਵੱਲੋਂ ਆ ਰਹੀ ਹੈ ਉਹਦੇ ਕਰਕੇ ਹੀ ਅੱਜ ਦਾ ਮਾਹੌਲ ਵਿਗੜਿਆ ਹੈ। ਵਰਨਾ ਮੈਂ ਨਹੀਂ ਸਮਝਦਾ ਕਿ ਪੇਰੈਂਟਸ ਸਕੂਲਾਂ ਦੇ ਖਿਲਾਫ ਨੇ। ਪੇਰੈਂਟਸ ਨੂੰ ਪਤਾ ਹੈ ਸਾਡੇ ਬੱਚੇ ਬੜੇ ਹੀ ਸੁਰੱਖਿਅਤ ਹੱਥਾਂ 'ਚ ਨੇ, ਉਹਨਾਂ ਨੇ ਆਪਣੀ ਮਰਜ਼ੀ ਨਾਲ ਬੱਚੇ ਆਪਣੇ ਪਸੰਦ ਦੇ ਸਕੂਲਾਂ ਵਿੱਚ ਪਾਏ ਨੇ ਤੇ ਅੱਜ ਇਹੋ ਜਿਹਾ ਕੁਝ ਵੀ ਨਹੀਂ ਹੋਇਆ। ਸਕੂਲਾਂ ਨੇ ਕੋਈ ਇਹ ਜੀ ਮਾਰ ਨਹੀਂ ਮਾਰੀ ਕਿ ਪੇਰੈਂਟ ਨਾਰਾਜ਼ ਨੇ। ਪੇਰੈਂਟ ਬਿਲਕੁਲ ਨਾਰਾਜ਼ ਨਹੀਂ ਹੈ ਜੀ। ਇਹ ਜਿਹੜਾ ਮਾਹੌਲ ਵਿਗਾੜਿਆ ਗਿਆ ਹੈ ਮੀਡੀਆ ਦੇ ਵਿੱਚ, ਸੋਸ਼ਲ ਮੀਡੀਆ ਦੇ ਵਿੱਚ, ਸੋਸਾਇਟੀ ਦੇ ਵਿੱਚ, ਇਹ ਉਸ ਦਾ ਨਤੀਜਾ ਹੈ। ਅਦਰਵਾਈਜ਼ ਕੋਈ ਰਿਲੇਸ਼ਨ ਖਰਾਬ ਨਹੀਂ ਨੇ। ਮੈਂ ਨਹੀਂ ਮੰਨਦਾ ਕਿ ਰਿਲੇਸ਼ਨ ਖਰਾਬ ਨੇ। ਬਿਲਕੁਲ। ਦੂਸਰੀ ਗੱਲ ਆਉਂਦੀ ਹੈ ਕਿ ਮੰਨ ਲਓ ਕੋਰਟਾਂ ਦੇ ਵਿੱਚ ਫੈਸਲਾ ਲੰਬਿਤ ਆ, ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈਗਾ ਉਹ ਮਾਪਿਆਂ ਦੀਆਂ ਨਿਗਾਹਾਂ ਕੋਰਟ ਦੇ ਫੈਸਲੇ ਤੇ ਰਹਿੰਦੀਆਂ ਨੇ। ਤੁਹਾਨੂੰ ਕੀ ਲੱਗਦਾ ਇਹ ਬਰਨਿੰਗ ਇਸ਼ੂ ਆ, ਭਖਦਾ ਮੁੱਦਾ ਹੈਗਾ, ਆਉਣ ਵਾਲੇ ਸਮੇਂ ਦੇ ਵਿੱਚ ਫੀਸਾਂ ਨੂੰ ਲੈ ਕੇ ਕਿਹੋ ਜਿਹਾ ਰੁਖ ਜਿਹੜਾ ਹੈਗਾ ਉਹ ਅਖਤਿਆਰ ਹੋ ਸਕਦਾ, ਇਸ ਨੂੰ ਕਿਵੇਂ ਸੌਰਟ ਆਊਟ ਕੀਤਾ ਜਾ ਸਕਦਾ? ਕਿਉਂਕਿ ਇਹ ਬੱਚਿਆਂ ਦੇ ਭਵਿੱਖ ਲਈ ਜਿਹੜਾ ਹੈਗਾ ਉਹ ਖਤਰਨਾਕ ਆ। ਬੱਚਿਆਂ ਦਾ ਭਵਿੱਖ ਤੇ ਅਧਿਆਪਕਾਂ ਦਾ ਤੇ ਬੱਚਿਆਂ ਦਾ ਰਿਸ਼ਤਾ ਮਾਪਿਆਂ ਦੀ ਫੀਸ ਭਰਨ ਦੇ ਨਾਲ ਹੀ ਜੁੜਿਆ ਹੁੰਦਾ। ਔਰ ਬੜੇ ਘਰ ਜਿਹੜੇ ਹੈਗੇ ਆ ਉਹ ਸਿਰਫ ਪ੍ਰਾਈਵੇਟ ਅਦਾਰਿਆਂ ਦੇ ਵਿੱਚ ਸਾਨੂੰ ਪਤਾ ਕਿ ਨਿਗੁਣੀਆਂ ਜੀਆਂ ਤਨਖਾਹਾਂ ਦੇ ਵਿੱਚ ਜਿਹੜਾ ਹੈਗਾ ਉਹ ਆਪਦਾ ਘਰ ਚਲਾਉਣਾ ਬੜਾ ਔਖਾ ਹੁੰਦਾ ਜੇ 2-3 ਮਹੀਨੇ ਦੀਆਂ ਫੀਸਾਂ ਪਿੱਛੇ ਰਹਿ ਜਾਂਦੀਆਂ, ਜਿਹੜਾ ਕਿ ਸਾਡਾ ਇੱਕ ਸਮਾਜਿਕ ਫਰਜ਼ ਆ। ਅਸੀਂ ਹਰ ਪੱਖ ਦੀ ਗੱਲ ਕਰਦੇ ਹਾਂ, ਅਸੀਂ ਉਹਨਾਂ ਦੀ ਗੱਲ ਵੀ ਕਰਦੇ ਹਾਂ ਜਿਨ੍ਹਾਂ ਦੀ ਨੌਕਰੀ ਚਲੀ ਗਈ, ਉਹਨਾਂ ਨੂੰ ਵੀ, ਸਕੂਲਾਂ ਨੂੰ, ਸਕੂਲ ਪ੍ਰਬੰਧਕ ਕਮੇਟੀਆਂ ਨੂੰ, ਪ੍ਰਿੰਸੀਪਲ ਸਾਹਿਬ ਨੂੰ, ਉਹ ਵੀ ਅਸੀਂ ਉਹਨਾਂ ਦੇ ਹੱਕ 'ਚ ਵੀ ਗੱਲ ਕਰਦੇ ਹਾਂ ਕਿ ਉਹਨਾਂ ਦਾ ਵੀ ਮਦਦ ਹੋਣੀ ਚਾਹੀਦੀ ਹੈ, ਮਾਲੀ ਮਦਦ ਹੋਣੀ ਚਾਹੀਦੀ ਹੈ। ਦੂਸਰੀ ਗੱਲ ਕਿ ਜਿਹੜੀਆਂ ਮੈਨੇਜਮੈਂਟਸ ਨੇ ਹਜੇ ਤੱਕ ਤਨਖਾਹਾਂ ਨਹੀਂ ਦਿੱਤੀਆਂ ਜਾਂ ਘੱਟ ਦੇ ਰਹੀਆਂ ਨੇ, ਜਿਹਦੇ ਨਾਲ ਇਹ ਸਾਰਾ ਸਿਸਟਮ ਹੀ ਉਲਝ ਗਿਆ। ਕੀ ਲੱਗਦਾ ਬਰਨਿੰਗ ਇਸ਼ੂ ਅਦਾਲਤ ਦੇ ਫੈਸਲੇ ਤੋਂ ਬਾਅਦ ਕੀ ਰੁਖ ਅਖਤਿਆਰ ਕਰੇਗਾ? ਦੇਖੋ ਬਰਾੜ ਸਾਹਿਬ, ਤੁਹਾਡਾ ਸਵਾਲ ਬਿਲਕੁਲ ਆਪਣੀ ਜਗ੍ਹਾ ਤੇ ਜਾਇਜ਼ ਹੈ। ਮਾਨਯੋਗ ਹਾਈ ਕੋਰਟ ਦਾ ਤਾਂ ਫੈਸਲਾ 15 ਦਿਨ ਪਹਿਲਾਂ ਆ ਵੀ ਗਿਆ ਸੀ, ਜਿਹਦੇ ਵਿੱਚ ਉਹਨਾਂ ਨੇ ਸਰਕਾਰ ਦੀ ਕਾਫੀ ਆਲੋਚਨਾ ਕੀਤੀ ਸੀ ਤੇ ਪੇਰੈਂਟਸ ਨੂੰ ਵੀ ਨਿਰਦੇਸ਼ ਦਿੱਤਾ ਗਿਆ ਸੀ ਕਿ ਉਹ ਸਕੂਲਾਂ ਦੇ ਨਾਲ ਰਾਬਤਾ ਕਾਇਮ ਕਰਨ ਤੇ ਸਕੂਲ ਆਪਣੀ ਖਰਚੇ ਦੇ ਮੁਤਾਬਿਕ ਫੀਸਾਂ ਲੈ ਲੈਣ ਤੇ ਸਕੂਲਾਂ ਵੱਲੋਂ ਨੋਟਿਸ ਵੀ ਜਾਰੀ ਕਰ ਦਿੱਤੇ ਗਏ ਸੀ। ਮੈਂ ਸਮਝਦਾ ਪੇਰੈਂਟਸ ਹਜੇ ਥੋੜਾ, ਕਿਉਂਕਿ ਜਿਵੇਂ ਸਰਕਾਰ ਨੇ ਮਾਹੌਲ ਵਿਗਾੜਿਆ ਹੈ ਤੇ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਤੁਸੀਂ ਇਹ ਦੇਖੋ ਜੀ, ਸਰਕਾਰ ਦਾ ਜੋ ਡਬਲ ਸਟੈਂਡਰਡ ਹੈ। ਕਰੋਨਾ ਖਤਮ ਤਾਂ ਜਦੋਂ ਹੋਣਾ ਹੈ ਉਦੋਂ ਹੋਏਗਾ, ਲੋਕਡਾਊਨ ਖੁੱਲ੍ਹਣ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਅੱਜ ਆਪਾਂ ਦੇਖੀਏ ਤਾਂ ਲਗਭਗ 2 ਮਹੀਨੇ ਹੋ ਗਏ ਹੈ ਨਾ, ਲੋਕਡਾਊਨ 1 ਤੇ ਲੋਕਡਾਊਨ ਅਨਲੌਕ 1 ਤੇ ਅਨਲੌਕ 2। ਇਹਨਾਂ 2 ਮਹੀਨਿਆਂ 'ਚ ਸਰਕਾਰ ਨੇ, ਮੇਰੀ ਗੱਲ ਨੂੰ ਨਾ ਬੜੇ ਗੌਰ ਨਾਲ ਸੁਣਨਾ ਸਾਰੇ ਸਰੋਤੇ, ਸਰਕਾਰ ਨੇ ਹਰ ਇੱਕ ਚੀਜ਼ ਦਾ ਰੇਟ ਨਾ ਸਿਰਫ ਵਧਾਇਆ ਹੈ ਬਲਕਿ ਡਬਲ ਕਰਨ ਦੇ ਕਗਾਰ ਤੇ ਪਹੁੰਚੀ ਹੈ ਜੀ। ਪਰਸੋਂ ਚੌਥੇ ਹੀ ਉਹਨਾਂ ਨੇ ਜੋ ਫਾਇਰ ਦੀ ਐਨਓਸੀ ਹੈ ਤੇ ਬਾਕੀ ਐਨਓਸੀਜ਼ ਨੇ, ਉਹਨਾਂ ਦੀ ਫੀਸਾਂ ਸਕੂਲਾਂ ਲਈ ਤੇ ਬਾਕੀ ਅਦਾਰਿਆਂ ਲਈ ਜਸਟ ਡਬਲ ਕਰ ਦਿੱਤੀਆਂ ਜੀ। 2000 ਫੀਸ ਹੁੰਦੀ ਸੀ ਤਾਂ ਸਕੂਲਾਂ ਲਈ ਉਹ 10,000 ਕਰ ਦਿੱਤੀ ਗਈ ਹੈ, 5 ਗੁਣਾ ਬੜੋਤਰੀ ਜੀ। ਇਸੇ ਤਰ੍ਹਾਂ ਪੈਟਰੋਲ ਤੇ ਡੀਜ਼ਲ
ਸੈਂਟਰਲ ਗਵਰਨਮੈਂਟ ਨੇ ਆਪਣਾ ਐਕਸਾਈਜ਼ ਡਿਊਟੀ ਵਧਾਇਆ ਹੈ ਤਾਂ ਸਟੇਟ ਗਵਰਨਮੈਂਟ ਨੇ ਵੀ ਆਪਣਾ ਵੈਟ ਵਧਾਇਆ ਹੈ। ਕਿਸੇ ਵੀ ਸਟੇਟ ਗਵਰਨਮੈਂਟ ਨੇ, ਜੇ ਅੱਜ ਆਪਾਂ ਗੱਲ ਕਰੀਏ ਸੈਂਟਰ ਦੇ ਵਿੱਚ ਕਿਸੇ ਹੋਰ ਪਾਰਟੀ ਦੀ ਸਰਕਾਰ ਹੈ ਤਾਂ ਆਪਣੇ ਪੰਜਾਬ ਦੇ ਵਿੱਚ ਕਿਸੇ ਹੋਰ ਪਾਰਟੀ ਸਰਕਾਰ ਹੈ, ਆਲੋਚਨਾ ਜ਼ਰੂਰ ਕੀਤੀ ਹੈ ਪੰਜਾਬ ਦੀ ਸਰਕਾਰ ਨੇ, ਲੇਕਿਨ ਆਪਣੇ ਵੱਲੋਂ ਉਪਰਾਲਾ ਕੋਈ ਨਹੀਂ ਕੀਤਾ ਕਿ ਆਮ ਜਨਤਾ ਨੂੰ, ਆਮ ਲੋਕਾਂ ਨੂੰ ਕੋਈ ਫਾਇਦਾ 1 ਰੁਪਈਏ ਦਾ ਵੀ ਪਹੁੰਚਾਇਆ ਹੋਵੇ ਜਾਂ 50 ਪੈਸੇ ਦਾ ਵੀ ਪਹੁੰਚਾਇਆ ਹੋਵੇ। ਸਰਕਾਰ ਦੋਨਾਂ ਹੱਥਾਂ ਨਾਲ ਟੈਕਸ ਵਸੂਲ ਕਰਨ ਦੇ ਉੱਤੇ ਜੁਟੀ ਹੋਈ ਹੈ, ਲੇਕਿਨ ਪ੍ਰਾਈਵੇਟ ਸਕੂਲਾਂ ਦੇ ਉੱਪਰ ਡੰਡਾ ਖੜਾ ਕਰ ਰੱਖਿਆ ਹੈ ਕਿ ਤੁਸੀਂ 1 ਰੁਪਈਆ ਵੀ ਨਹੀਂ ਲਾਉਂਗੇ ਤੇ ਅਸੀਂ ਐਸੇ ਜਨਤਾ ਤੋਂ ਜਿੰਨਾ ਮਰਜ਼ੀ ਪੈਸਾ ਟੈਕਸਾਂ ਦੇ ਥਰੂ ਲੈ ਲਈਏ। ਉੱਥੇ ਲੋਕ ਚੁੱਪਚਾਪ ਭਰੇ ਜਾ ਰਹੇ ਨੇ। ਹਰ ਬੰਦਾ ਰੋਜ਼ ਤੇਲ ਪਵਾ ਰਿਹਾ ਸਕੂਟਰ ਦੇ ਵਿੱਚ, ਮੋਟਰਸਾਈਕਲ ਦੇ ਵਿੱਚ, ਕਾਰ ਦੇ ਵਿੱਚ, ਕਿਸਾਨ ਡੀਜ਼ਲ ਲੈ ਰਿਹਾ ਟਰੈਕਟਰ ਦੇ ਵਿੱਚ, ਟਿਊਬਵੈਲ ਚਲਾ ਰਿਹਾ, ਝੋਨੇ ਦੀ ਖੇਤੀ ਚੱਲ ਰਹੀ ਹੈ, ਸਭ ਪੇ ਕਰ ਰਹੇ ਨੇ, ਵਧਿਆ ਹੋਇਆ ਰੇਟ ਦੇ ਰਹੇ ਨੇ। ਹਿੰਦੁਸਤਾਨ ਦੇ ਇਤਿਹਾਸ ਦੇ ਵਿੱਚ ਬਹੁਤ ਵੱਡੀ ਘਟਨਾ ਹੋਈ ਹੈ ਜੀ, ਜਿਸ ਦੇ ਉੱਪਰ ਕੋਈ ਵਿਰੋਧ ਨਹੀਂ ਹੋਇਆ, ਕੋਈ ਪ੍ਰਦਰਸ਼ਨ ਨਹੀਂ ਤੇ ਕੋਈ ਸੁਰਖੀ ਨਹੀਂ ਬਣੀ। ਉਹ ਇਹ ਹੈ ਕਿ ਡੀਜ਼ਲ ਦੇ ਰੇਟ ਪੈਟਰੋਲ ਤੋਂ ਉੱਪਰ ਨਿਕਲ ਗਏ। ਇਹ ਆਪਣੇ ਆਪ ਦੇ ਵਿੱਚ ਇੱਕ ਇਤਿਹਾਸਿਕ ਘਟਨਾ ਹੈ ਜੀ, ਬਿਲਕੁਲ। ਇਹ ਜਗ ਜ਼ਾਹਿਰ ਵਿਗਿਆਨਿਕ ਫੈਕਟ ਹੈ ਕਿ ਡੀਜ਼ਲ ਦੀ ਜੋ ਮੈਨੂਫੈਕਚਰਿੰਗ ਕੋਸਟ ਹੈ, ਪ੍ਰੋਡਕਸ਼ਨ ਕੋਸਟ ਹੈ, ਉਹ ਪੈਟਰੋਲ ਨਾਲੋਂ ਬਹੁਤ ਘੱਟ ਹੁੰਦੀ ਹੈ। ਇਸ ਦੇ ਬਾਵਜੂਦ ਡੀਜ਼ਲ ਦੇ ਰੇਟ ਵੱਧ ਗਏ ਨੇ। ਤਾਂ ਕੁੱਲ ਮਿਲਾ ਕੇ ਸਰਕਾਰ ਦੀ ਜੋ ਡਬਲ ਸਟੈਂਡਰਡ ਪਾਲਿਸੀ ਹੈ, ਲੋਕਾਂ ਨੂੰ ਇਸ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ। ਸਰਕਾਰ ਸਿਰਫ ਆਪਣਾ ਉੱਲੂ ਸਿੱਧਾ ਕਰ ਰਹੀ ਹੈ, ਹੋਰ ਕੁਝ ਨਹੀਂ ਹੈ। ਉਹਨਾਂ ਨੂੰ ਕੋਈ ਕੱਲ ਨੂੰ ਜੇ ਕੋਈ ਬੱਚਾ ਸਕੂਲ ਦੇ ਵਿੱਚੋਂ ਹਟਦਾ ਹੈ ਜਾਂ ਬੱਚੇ ਦਾ ਸਾਲ ਖਰਾਬ ਹੁੰਦਾ ਹੈ, ਸਰਕਾਰ ਨੇ ਬਿਲਕੁਲ ਅੱਗੇ ਨਹੀਂ ਆਉਣਾ। ਸਰਕਾਰ ਨੇ ਉਹਨੂੰ ਕੋਈ ਡਿਪਲੋਮਾ ਨਹੀਂ ਦੇ ਦੇਣਾ, ਕੋਈ ਉਹਨੂੰ ਪਾਸ ਨਹੀਂ ਕਰ ਦੇਣਾ। ਤਾਂ ਪੇਰੈਂਟ ਨੂੰ ਵੀ ਚਾਹੀਦਾ ਹੈ ਕਿ ਉਹ ਸਿਰਫ ਸਕੂਲਾਂ ਦੇ ਨਾਲ ਰਾਬਤਾ ਕਾਇਮ ਰੱਖਣ। ਜੇ ਉਹਨਾਂ ਨੂੰ ਲੱਗਦਾ ਹੈ ਕਿ ਸਕੂਲ ਉਹਨਾਂ ਦੇ ਬੱਚੇ ਲਈ ਐਫਰਟ ਕਰ ਰਿਹਾ ਹੈ ਤਾਂ ਉਹਨਾਂ ਨੂੰ ਸਕੂਲ ਦੇ ਵਿੱਚ ਜਾ ਕੇ ਤੇ ਜ਼ਰੂਰ ਮੈਨੇਜਮੈਂਟ ਨੂੰ ਮਿਲਣਾ ਚਾਹੀਦਾ ਹੈ ਤੇ ਜਿੰਨਾ ਕੁ ਬਣਦਾ ਹੈ ਉਹਨਾਂ ਨੂੰ ਫੀਸ ਦੇਣੀ ਚਾਹੀਦੀ ਹੈ। ਰਹਿ ਗਈ ਗੱਲ ਕੋਰਟ ਦੇ ਆਰਡਰ ਦੀ, ਤਾਂ ਮੈਨੂੰ ਲੱਗਦਾ ਨਹੀਂ ਹੈ ਕਿ ਬਹੁਤ ਵੱਡਾ ਚੌੜਾ, ਜਦ ਤੱਕ ਸਰਕਾਰ ਟਿੱਕੇ ਨਹੀਂ ਬੈਠਦੀ ਤੇ ਜਦ ਤੱਕ ਸਕੂਲ ਖੁੱਲ੍ਹਦੇ ਨਹੀਂ, ਉਦੋਂ ਤੱਕ ਫੀਸਾਂ ਦੀ ਜੋ ਕਲੈਕਸ਼ਨ ਹੈ ਉਹ ਇਸੇ ਤਰ੍ਹਾਂ ਸਲੋ ਪੇਸ ਤੇ ਹੀ ਰਹੇਗੀ। ਇਹ ਮੇਰਾ ਮੰਨਣਾ ਹੈ ਜੀ। ਦੂਸਰੀ ਗੱਲ ਆ ਜਾਂਦੀ ਹੈ, ਅਪਰ ਗ੍ਰੇਡ ਦੀ ਗੱਲ ਕਰ ਲਈਏ, ਪ੍ਰਾਇਮਰੀ ਗ੍ਰੇਡ ਦੀ ਗੱਲ ਕਰ ਲਈਏ, ਜੋ ਲਾਕਡਾਊਨ, ਅਨਲਾਕਡਾਊਨ, ਇਹਦੇ ਵਿਚਲਾ ਸਮਾਂ ਹੈਗਾ, ਇਹ ਬੜਾ ਕਸ਼ਮਕਸ਼ ਵਾਲਾ ਸਮਾਂ ਰਿਹਾ ਅਧਿਆਪਕ ਲਈ, ਵਿਦਿਆਰਥੀ ਲਈ, ਮਾਪਿਆਂ ਲਈ। ਜੋ ਸਕੂਲ ਐਫਰਟ ਕਰ ਰਿਹਾ, ਤੁਹਾਨੂੰ ਲੱਗਦਾ ਕਿ ਉਹਦਾ ਕੁਝ ਫਾਇਦਾ ਜਿਹੜਾ ਹੈਗਾ ਉਹ ਮਾਪਿਆਂ ਨੂੰ ਤੇ ਬੱਚਿਆਂ ਨੂੰ ਹੋ ਰਿਹਾ ਕਿੱਦਾਂ ਦੇ? ਕਿਉਂਕਿ ਬੱਚਿਆਂ ਦੀਆਂ, ਛੋਟੇ ਬੱਚਿਆਂ ਦੀ ਤੁਸੀਂ ਖੁਦ ਦੱਸਿਆ ਕਿ ਉਹਨਾਂ ਨੇ ਲਿਖਣਾ ਪੜ੍ਹਨਾ ਸਿੱਖਣਾ ਹੁੰਦਾ, ਉਹਨਾਂ ਦੀ ਅਲੱਗ ਕੋਸ਼ਿਸ਼ ਐਫਰਟ ਬੱਚਿਆਂ ਨੂੰ, ਮਾਪਿਆਂ ਨੂੰ ਕਰਨੇ ਚਾਹੀਦੇ, ਕਰ ਰਹੇ ਨੇ। ਪਰ ਅਧਿਆਪਕ, ਬੱਚਾ ਦੂਰ ਆ, ਆਨਲਾਈਨ ਸਟੱਡੀ ਹੈ, ਕੀ ਤੁਹਾਨੂੰ ਲੱਗਦਾ ਕਿ ਕੋਸ਼ਿਸ਼ ਡਬਲ ਹੋ ਰਹੀ ਹੈ ਸਕੂਲਾਂ ਦੀ ਤੇ ਉਹਦਾ ਕੋਈ ਆਊਟਪੁੱਟ ਨਿਕਲਦਾ ਨਜ਼ਰ ਆਉਂਦਾ? ਕਿਹੋ ਜਿਹੀ ਐਫਰਟਸ ਜਿਹੜੇ ਹੈਗੇ ਸਕੂਲ ਕਰ ਰਹੇ? ਬਿਲਕੁਲ ਇਹਦਾ ਐ ਜੀ, ਮਤਲਬ ਸਕੂਲ ਆਪਣੀ ਆਪਣੀ ਸਮਰੱਥਾ ਦੇ ਅਨੁਸਾਰ ਐਫਰਟ ਕਰ ਰਹੇ। ਜਿਵੇਂ ਮੈਂ ਜੇ ਆਪਣੀ ਗੱਲ ਕਰਾਂ ਤਾਂ ਮੈਨੂੰ ਇਹ ਲੱਗਦਾ ਕਿ ਅਸੀਂ ਬਹੁਤ ਐਫਰਟ ਕੀਤੇ ਨੇ। ਅਸੀਂ ਫੇਸਬੁੱਕ ਪੇਜ ਦੇ ਰਾਹੀਂ, ਵਟਸਐਪ ਦੇ ਰਾਹੀਂ, ਹੋਰ ਆਨਲਾਈਨ ਜੋ ਡਿਜੀਟਲ ਟੂਲਸ ਨੇ ਉਹਨਾਂ ਦੇ ਰਾਹੀਂ ਕਾਫੀ ਕੁਝ ਕੀਤਾ ਹੈ। ਮੈਨੂੰ ਲੱਗਦਾ ਅਸੀਂ ਉਹਨਾਂ ਕੁਝ ਹੀ ਕੀਤਾ ਹੈ ਜਿੰਨਾ ਜੇ ਅਸੀਂ ਸਕੂਲ ਲੱਗਦਾ ਤਾਂ ਜੋ ਕੁਝ ਕਰਦੇ ਉਹ ਅਸੀਂ ਆਨਲਾਈਨ ਦੇ ਰਾਹੀਂ ਕਰਨ ਦੀ ਕੋਸ਼ਿਸ਼ ਕੀਤੀ ਹੈ। ਰਹਿ ਗਈ ਗੱਲ ਉਹਦਾ ਆਊਟਪੁੱਟ ਆਉਣ ਦੀ, ਇਹ ਹੁਣ ਡਿਪੈਂਡ ਕਰਦਾ ਹੈ ਫੈਮਿਲੀ ਟੂ ਫੈਮਿਲੀ। ਜਿੱਥੇ ਫੈਮਿਲੀ ਦੇ ਵਿੱਚ ਇਸ ਗੱਲ ਦੀ ਵੈਲਿਊ ਸਮਝੀ ਜਾ ਰਹੀ ਹੈ, ਜਿੱਥੇ ਪੇਰੈਂਟ ਥੋੜੇ ਜਿਹੇ ਵੀ ਅਲਰਟ ਤੇ ਅਵੇਅਰ ਹੋ ਕੇ ਬੱਚਿਆਂ ਨੂੰ ਸਪੋਰਟ ਕਰ ਰਹੇ ਨੇ, ਨਾਲ ਉਹਨਾਂ ਦੇ ਬੈਠਣ ਦਾ ਸਮਾਂ ਕੱਢ ਰਹੇ ਨੇ ਜਾਂ ਉਹਨਾਂ ਤੋਂ ਪੁੱਛਤਾਛ ਕਰ ਰਹੇ ਨੇ ਬੱਚਿਆਂ ਤੋਂ, ਉੱਥੇ ਤਾਂ ਇਸ ਚੀਜ਼ ਦਾ ਫਾਇਦਾ ਹੋ ਰਿਹਾ ਹੈ। ਹਾਂ, ਜਿੱਥੇ ਬੱਚਿਆਂ ਨੂੰ ਬਿਲਕੁਲ ਹੀ ਖੁੱਲ੍ਹਾ ਛੱਡ ਦਿੱਤਾ ਗਿਆ ਹੈ ਕਿ ਆ ਲਓ ਭਾਈ ਮੋਬਾਈਲ, ਬਹਿ ਜਾਓ, ਜਾ ਕੇ ਜੋ ਹੁੰਦਾ ਹੈ ਕਰ ਲਓ, ਮੁੜ ਕੇ ਉਹਨਾਂ ਨੂੰ ਪੁੱਛ ਪੜਤਾਲ ਨਾਮ ਦੀ ਕੋਈ ਚੀਜ਼ ਨਹੀਂ ਹੈ, ਉੱਥੇ ਉਹਦੇ ਜੋ ਆਊਟਪੁੱਟ ਨੇ, ਰਿਜ਼ਲਟ ਨੇ, ਉਹ ਘੱਟ ਆ ਰਹੇ ਨੇ। ਕਿਉਂਕਿ ਸਕੂਲ ਗੋਇੰਗ ਬੱਚਿਆਂ ਦੀ ਜੋ ਏਜ ਹੁੰਦੀ ਹੈ, ਜੇ ਮੈਂ ਗੱਲ ਕਰਾਂ ਤਾਂ ਉਹ 5 ਤੋਂ 15 ਦੀ ਹੁੰਦੀ ਹੈ ਜੀ। 10ਵੀਂ ਬੱਚਾ ਪਾਸ ਕਰਦਾ ਹੈ, 16 ਸਾਲਾਂ ਦਾ ਬੱਚਾ 10ਵੀਂ ਪਾਸ ਕਰਦਾ ਹੈ। ਇਹ ਸਾਰੀ ਦੀ ਸਾਰੀ ਏਜ ਗਰੁੱਪ ਹੀ ਹੈ ਜੀ ਹੈ, ਸਿੱਖਣ ਦੇ ਲਈ ਬੜੀ ਤੇਜ਼ ਹੈ, ਲੇਕਿਨ ਸੁਪਰਵਿਜ਼ਨ ਦੀ ਬੜੀ ਲੋੜ ਹੈ। ਖੁੱਲ੍ਹਾ ਛੱਡ ਦਿੱਤਾ ਜਾਏ ਬੱਚੇ ਨੂੰ ਬਿਲਕੁਲ ਇੰਡੀਪੈਂਡੈਂਟ, ਤਾਂ ਉੱਥੇ ਬੱਚੇ ਦੀ ਲਰਨਿੰਗ ਘੱਟ ਹੋਊਗੀ ਤੇ ਉਹਦੇ ਬਾਕੀ ਇੰਟਰਸਟ ਜ਼ਿਆਦਾ ਡਿਵੈਲਪ ਹੁੰਦੇ। ਉੱਥੇ ਲਰਨਿੰਗ ਥੋੜੀ ਜਿਹੀ ਕਰਟੇਲ ਹੋ ਜਾਂਦੀ ਹੈ ਤੇ ਉਹਦੇ ਲਈ ਥੋੜਾ ਜਿਹਾ ਫਿਜ਼ੀਕਲ ਸਟਿਮੂਲਸ ਦੀ ਜ਼ਰੂਰਤ ਪੈਂਦੀ ਹੈ। ਤੇ ਜਿੱਥੇ ਜਿਨ੍ਹਾਂ ਘਰਾਂ ਦੇ ਵਿੱਚ ਪੇਰੈਂਟਸ ਨੇ ਅਲਰਟ ਹੋ ਕੇ, ਅਵੇਅਰ ਹੋ ਕੇ ਬੱਚਿਆਂ ਦੀ ਉਂਗਲੀ ਫੜ ਕੇ ਤੇ ਸਪੋਰਟ ਕੀਤਾ ਹੈ, ਉੱਥੇ ਇਸ ਚੀਜ਼ ਦਾ ਬੜਾ ਅੱਛਾ ਇੰਪੈਕਟ। ਜਿਵੇਂ ਮੈਂ ਗੱਲ ਕਰਾਂ ਤਾਂ ਕਾਫੀ ਹੱਦ ਤੱਕ ਅਸੀਂ ਜੋ ਬੜੀਆਂ ਕਲਾਸਾਂ ਨੇ ਸਾਡੀਆਂ 9, 10, 11, 12 ਦੀਆਂ, ਅਸੀਂ ਅਰਾਊਂਡ 35% to 40% ਸਿਲੇਬਸ ਪ੍ਰੋਪਰ ਤਰੀਕੇ ਨਾਲ ਕਵਰ ਕਰ ਚੁੱਕੇ ਹਾਂ ਤੇ ਇੱਕ ਵਾਰੀ ਟੈਸਟ ਲੈ ਚੁੱਕੇ ਹਾਂ ਤੇ ਦੂਜੀ ਵਾਰੀ ਟੈਸਟ ਲੈਣ ਦੀ ਸਾਡੀ ਤਿਆਰੀ ਹੈ ਤੇ ਬੱਚੇ ਬੜਾ ਅੱਛਾ ਰਿਸਪੌਂਸ ਕਰ ਰਹੇ ਨੇ ਸਾਨੂੰ, ਬਹੁਤ ਹੀ ਅੱਛਾ। ਈਵਨ ਸਾਡੇ +1 ਤੇ +2 ਦੇ ਬੱਚੇ, ਜੋ ਕਿ ਆਪਾਂ ਮੰਨਦੇ ਹਾਂ ਕਿ ਥੋੜਾ ਜਿਹਾ ਤਾਂ ਇਨਡਿਸਪਲਿਨ ਸ਼ੁਰੂ ਹੋ ਜਾਂਦਾ ਹੈ, ਮੈਨੂੰ ਮੇਰੇ +1 ਤੇ +2 ਦੇ ਬੱਚੇ ਬਹੁਤ ਵਧੀਆ ਰਿਸਪੌਂਡ ਕਰ ਰਹੇ ਨੇ। ਪੂਰੀ ਮੇਰੀ 10th ਕਲਾਸ ਬਹੁਤ ਅੱਛਾ ਰਿਸਪੌਂਡ ਕਰ ਰਹੀ ਹੈ। ਮੋਸਟਲੀ ਬੱਚੇ 80 to 90% ਬੱਚੇ ਅੱਛਾ ਕੰਮ ਕਰ ਰਹੇ ਨੇ ਤੇ ਟੈਸਟ ਦੇਣ ਲਈ ਵੀ ਤਿਆਰ ਰਹਿੰਦੇ ਨੇ ਟਾਈਮ ਟੂ ਟਾਈਮ। ਹੁਣ ਡਿਪੈਂਡ ਕਰਦਾ ਹੈ ਕਿ ਸਿਚੁਏਸ਼ਨ ਕਿਸ ਤਰ੍ਹਾਂ ਦੀ ਹੈ, ਤੁਹਾਨੂੰ ਹੈਂਡਲ ਕਿੱਦਾਂ ਕੀਤਾ ਜਾ ਰਿਹਾ ਹੈ। ਅਦਰਵਾਈਜ਼ ਐਫਰਟਸ ਜਾਰੀ ਨੇ ਸਾਰਿਆਂ ਵੱਲੋਂ। ਜਿਹੜੇ ਐਫਰਟਸ ਤੁਹਾਡੇ ਵੱਲੋਂ ਕੀਤੇ ਗਏ ਆ ਜੀ,
ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਕੀ ਲੱਗਦਾ ਇਹ ਸਾਲ ਆ ਜਿਹੜਾ ਵਿਦਿਅਕ ਸੈਸ਼ਨ ਜਿਹਨੂੰ ਆਪਾਂ ਕਹਿ ਲਈਏ ਕਿ ਲਗਭਗ ਕਰੋਨਾ ਦੀ ਮਾਰ ਉਹ ਕਰੋਨਾ ਦੀ ਮਾਰ ਦੀ ਭੇਂਟ ਚੜ ਗਿਆ, ਇਹੋ ਜਿਹੇ ਹਾਲਾਤਾਂ ਦੇ ਵਿੱਚ ਕੀ ਲੱਗਦਾ ਤੁਹਾਨੂੰ ਆਉਣ ਵਾਲਾ ਸਮਾਂ ਜਾਂ ਇਸ ਸੈਸ਼ਨ ਬਾਰੇ, ਇਹਦਾ ਐਂਡ ਜਾਂ ਇਹਦਾ ਕਿਹੋ ਜਿਹਾ ਵਿਸਤਾਰ ਆਉਣ ਵਾਲੇ ਸਮੇਂ 'ਚ ਹੋਊਗਾ? ਅੱਜ ਹੁਣ ਜੁਲਾਈ 19 ਹੋ ਚੁੱਕੀ ਹੈ ਤੇ ਹਜੇ ਵੀ ਕੰਪਲੀਟ ਅਨਸਰਟੇਨਿਟੀ ਹੈ ਜੀ। 5-7 ਦੁਨੀਆ ਦੇ ਮੁਲਕ ਹੈ ਜਿਹਨੇ ਜਿੱਥੇ ਸਕੂਲ ਸ਼ੁਰੂ ਹੋਏ ਨੇ, ਉਹ ਵੀ ਰੈਸਟ੍ਰਿਕਸ਼ਨਸ ਦੇ ਨਾਲ, ਤੇ ਆਪਣੇ ਦੇਸ਼ ਦੇ ਵਿੱਚ ਤਾਂ ਹਜੇ ਕੋਈ ਗੱਲਬਾਤ ਨਹੀਂ ਹੈ ਸਕੂਲ ਸ਼ੁਰੂ ਹੋਣ ਦੀ। ਜਿੱਥੋਂ ਤੱਕ ਮੇਰਾ ਪਰਸਨਲ ਮੰਨਣਾ ਹੈ ਉਹ ਇਹ ਕਿ ਜੋ ਕਿੰਡਰਗਾਰਟਨ ਤੇ ਪ੍ਰਾਇਮਰੀ ਸੈਕਸ਼ਨ ਹੈ ਜੀ, ਉਹਨਾਂ ਲਈ ਤਾਂ ਇਹ ਸੈਸ਼ਨ ਸ਼ਾਇਦ ਹੀ ਕੁਝ ਲੈ ਕੇ ਆਏ ਜੀ। ਸ਼ਾਇਦ ਹੀ, ਜੇ ਆਇਆ ਵੀ ਤਾਂ ਆਖਰੀ 2 ਮਹੀਨੇ 3 ਮਹੀਨੇ ਹੋ ਸਕਦੇ ਹੈ। ਹਾਂ, ਮਿਡਲ ਲੈਵਲ ਤੇ ਜੋ ਸੈਕੰਡਰੀ ਸੀਨੀਅਰ ਸੈਕੰਡਰੀ ਲੈਵਲ ਹੈ ਉੱਥੇ ਜ਼ਰੂਰ ਜੇ ਆਪਾਂ ਸਤੰਬਰ ਵਿੱਚ ਵੀ ਸੈਸ਼ਨ ਸ਼ੁਰੂ ਕਰਦੇ ਹਾਂ ਤਾਂ ਸਤੰਬਰ ਤੋਂ ਬਾਅਦ 5 ਮਹੀਨੇ ਆਪਣੇ ਕੋਲ ਹੋਣਗੇ, ਜੋ ਮੇਰੇ ਹਿਸਾਬ ਨਾਲ ਜੇ ਛੁੱਟੀਆਂ ਨਾ ਕੀਤੀਆਂ ਜਾਣ, ਜੇ ਉਦੋਂ ਵੀ ਗਵਰਨਮੈਂਟ ਛੁੱਟੀਆਂ ਦਾ ਡੰਡਾ ਨਾ ਦੇਵੇ ਕਿ ਆ ਫਲਾਨੀ ਛੁੱਟੀ ਕਰੋ, ਢਮਕਾਨੀ ਛੁੱਟੀ ਕਰੋ, ਇਹ ਕਰੋ, ਤਾਂ ਮੈਂ ਐਜ਼ ਅ ਸਕੂਲ ਪ੍ਰਿੰਸੀਪਲ ਮੈਂ ਇਹ ਦਾਅਵਾ ਕਰਦਾ ਕਿ 5 ਮਹੀਨਿਆਂ ਦੇ ਵਿੱਚ, ਕਿਉਂਕਿ ਆਲਰੇਡੀ CBSE ਤੇ NCERT ਸਿਲੇਬਸ ਨੂੰ 30% ਰਿਡਿਊਸ ਕਰ ਚੁੱਕੇ ਨੇ ਜੀ, ਤਾਂ ਸੀਨੀਅਰ ਕਲਾਸਾਂ ਦੇ ਵਿੱਚ ਕੰਮ ਕਰਵਾ ਦੇਣਾ ਹਜੇ ਵੀ ਪੂਰੀ ਤਰ੍ਹਾਂ ਪੋਸੀਬਲ ਹੈ ਤੇ ਉਹਨਾਂ ਦੇ ਐਗਜ਼ਾਮ ਵੀ, ਫਾਈਨਲ ਐਗਜ਼ਾਮ ਵੀ ਬੋਰਡ ਕੰਡਕਟ ਕਰ ਸਕਦਾ ਹੈ, ਇਸ ਲਈ ਇਸੇ ਬੱਚੇ ਤਿਆਰ ਕਰ ਸਕਦੇ ਹਾਂ। ਪ੍ਰਾਇਮਰੀ ਕਲਾਸ ਤੱਕ ਮੈਨੂੰ ਕੋਈ ਜ਼ਿਆਦਾ ਉਮੀਦ ਨਹੀਂ ਹੈ ਕਿ ਬੱਚੇ ਕੁਝ ਜ਼ਿਆਦਾ ਕਰ ਪਾਉਣਗੇ, ਕਿਉਂਕਿ ਹਾਰਡਲੀ ਉਹਨਾਂ ਨੂੰ ਸ਼ਾਇਦ 2 ਮਹੀਨੇ ਮਿਲਣਗੇ, ਤਾਂ ਉਹਨਾਂ ਦਾ ਸੈਸ਼ਨ ਜੋ ਹੈ ਉਹ ਇੱਕ ਮਿਕਸ ਕਾਈਂਡ ਆਫ ਸੈਸ਼ਨ ਕੀਤਾ ਜਾ ਸਕਦਾ ਹੈ। ਬੱਚਿਆਂ ਦਾ ਸਾਲ ਖਰਾਬ ਕਰਨ ਦੀ ਲੋੜ ਆਪਾਂ ਨੂੰ ਨਹੀਂ ਹੋਏਗੀ, ਲੇਕਿਨ ਜਿੰਨਾ ਕੁ ਸਿਲੇਬਸ ਇਸ ਸਾਲ ਹੋ ਜਾਏ, ਬਾਕੀ ਸਿਲੇਬਸ ਅਗਲੇ ਸਾਲ ਛੁੱਟੀਆਂ ਨੂੰ ਘਟਾਉਂਦੇ ਹੋ, ਕਿਉਂਕਿ ਆਮ ਤੌਰ ਤੇ ਸਕੂਲ 210 ਦਿਨ ਲੱਗਦਾ ਹੈ ਜੀ। ਜੇ ਸਕੂਲ 250 ਦਿਨ ਲੱਗ ਜੇ ਤਾਂ ਆਰਾਮ ਨਾਲ ਸਕੂਲ ਉਸ ਚੀਜ਼ ਨੂੰ ਜੋ ਘਾਟਾ ਇਸ ਸਾਲ ਦਾ ਹੈ ਉਸ ਨੂੰ ਕਵਰ ਕਰ ਸਕਦਾ ਹੈ। ਅਗਲੇ ਸੈਸ਼ਨ ਵੱਲ ਆਪਾਂ ਨੂੰ ਫੋਕਸ ਕਰਨਾ ਚਾਹੀਦਾ ਹੈ, ਕੰਮ ਕਰਨ ਵਾਲੇ ਦਿਨਾਂ ਦੀ ਗਿਣਤੀ ਵਧਾਉਣੀ ਚਾਹੀਦੀ ਹੈ ਤੇ ਸਕੂਲਾਂ ਨੂੰ ਮਜਬੂਰ ਨਹੀਂ ਕੀਤਾ ਜਾਣਾ ਚਾਹੀਦਾ ਕਿ ਤੁਸੀਂ ਹਰ ਛੁੱਟੀ ਕਰੋ। ਇਹ ਕੀਤਾ ਜਾਂਦਾ ਹੈ ਜੀ, ਕੰਮ ਕਰਨ ਤੋਂ ਰੋਕਿਆ ਜਾਂਦਾ ਹੈ ਸਰਕਾਰ ਵੱਲੋਂ ਜੀ, ਕਿ ਤੁਸੀਂ ਕੰਮ ਨਹੀਂ ਕਰਨਾ, ਘਰੇ ਬੈਠੋ। ਇਸ ਕਲਚਰ ਨੂੰ ਬਦਲਣ ਦੀ ਲੋੜ ਹੈ, ਛੁੱਟੀ ਕਲਚਰ, ਹਾਂ ਛੁੱਟੀ ਕਲਚਰ ਨੂੰ, ਵਰਕ ਕਲਚਰ ਨੂੰ ਲਿਆਉਣ ਦੀ ਲੋੜ ਹੈ। ਤਾਂ ਪ੍ਰਾਇਮਰੀ ਸੈਕਸ਼ਨ ਨੂੰ ਆਪਾਂ ਇਸ ਸਾਲ ਤੇ ਅਗਲੇ ਸਾਲ ਮਿਲਾ ਕੇ ਤੇ ਬਾਕੀ ਜੋ ਗ੍ਰੇਡਸ ਨੇ 6 ਔਨਵਰਡਸ ਉਹਨਾਂ ਨੂੰ ਆਪਾਂ ਇਸ ਸਾਲ ਵੀ ਕੰਪਲੀਟ ਕਰ ਸਕਦੇ ਹਾਂ, ਬਸ਼ਰਤੇ ਸਤੰਬਰ ਦੇ ਵਿੱਚ ਸਕੂਲ ਸ਼ੁਰੂ ਹੋ ਜਾਣ ਤੇ ਉਸ ਤੋਂ ਬਾਅਦ ਜਿੰਨਾ ਟਾਈਮ ਵਧੇਗਾ ਫਿਰ ਉਹਨਾਂ ਦਾ ਨੁਕਸਾਨ ਆਪਣਾ ਹੋਣਾ ਲਾਜ਼ਮੀ ਹੈ। ਬਿਲਕੁਲ। ਡਾਕਟਰ ਸਾਹਿਬ, ਇੱਕ ਵੱਖਰੀ ਜੀ ਗੱਲ ਜਿਹੜੀ ਹੈਗੀ ਹੈ ਉਹ ਇਹ ਵੀ ਹੈ ਕਿ ਕਰੋਨਾ ਤੋਂ ਪਹਿਲਾਂ ਜਿਹੜਾ ਪਿਛਲੇ ਸੈਸ਼ਨ ਦਾ ਰਿਜ਼ਲਟ ਆ ਪਿਛਲੇ ਦਿਨੀ ਉਹ ਅਨਾਉਂਸ ਕੀਤਾ CBSE ਨੇ ਵੀ ਤੇ ਹੋਰ ਵਿਦਿਅਕ ਬੋਰਡ ਜਿਹੜੇ ਸਾਡੇ ਮੁਲਕ ਦੇ ਹੈਗੇ ਆ, ਤਾਂ ਇਹ ਜਦੋਂ ਰਿਜ਼ਲਟ ਆਉਂਦਾ ਤਾਂ ਮਾਪਿਆਂ ਦੀ ਕੋਸ਼ਿਸ਼ ਜਿਹੜੀ ਹੈਗੀ ਹੈ ਪਹਿਲਾਂ ਵਾਲੀ ਉਹੀ ਕੋਸ਼ਿਸ਼ ਜਿਹੜੀ ਕਿ ਨੰਬਰਾਂ ਤੇ ਆਧਾਰਿਤ ਹੁੰਦੀ ਹੈ। ਹਾਂਜੀ, ਮੈਂ ਤੁਹਾਡਾ ਲਾਈਵ ਸੈਸ਼ਨ ਵੀ ਸੁਣਦਾ ਰਹਿੰਦਾ, ਮੋਟੀਵੇਟਰ ਹੋ ਤੁਸੀਂ, ਬੱਚਿਆਂ ਨੂੰ ਮੋਟੀਵੇਟ ਕਰਦੇ ਰਹਿੰਦੇ ਹੋ, ਪੇਰੈਂਟਸ ਨੂੰ ਮੋਟੀਵੇਟ ਕਰਦੇ ਰਹਿੰਦੇ ਹੋ, ਔਰ ਸੋਸ਼ਲ ਮੀਡੀਆ ਦਾ ਇੱਕ ਵਧੀਆ ਜ਼ਰੀਆ ਤੁਸੀਂ ਚੁਣਿਆ ਜਿਹਦੇ ਵਿੱਚ ਤੁਸੀਂ ਬਹੁਤ ਹੱਦ ਤੱਕ ਕਾਮਯਾਬ ਹੋ। ਬੱਚਿਆਂ ਨੂੰ ਜਦੋਂ ਅਸੀਂ ਅੰਕਾਂ ਦੇ ਆਧਾਰ ਤੇ ਵੰਡ ਦਿੰਦੇ ਹਾਂ ਤਾਂ ਮਾਪਿਆਂ ਦੇ ਵੀ ਟੈਨਸ਼ਨ ਰਹਿੰਦੀ ਹੈ ਕਿ ਮੇਰਾ ਬੱਚਾ ਯਾਰ D ਗ੍ਰੇਡ ਰਹਿ ਗਿਆ, C ਗ੍ਰੇਡ ਰਹਿ ਗਿਆ, A ਕਿਉਂ ਨਹੀਂ ਆਇਆ, ਆਊਟਸਟੈਂਡਿੰਗ ਕਿਉਂ ਨਹੀਂ। ਇਹ ਗਣਿਤ ਆਪਦੇ ਆਪ ਦੇ ਵਿੱਚ ਹੈ ਕੀ ਜੀ? ਇਹ ਮਾਪਿਆਂ ਨੂੰ ਵੀ ਟੈਂਸ ਕਰਦਾ, ਇਹ ਬੱਚਿਆਂ ਨੂੰ ਵੀ ਟੈਂਸ ਕਰਦਾ, ਤੇ ਅਧਿਆਪਕ ਇਸ ਨੂੰ ਇੱਕ ਬਤੌਰ ਪ੍ਰਿੰਸੀਪਲ, ਬਤੌਰ ਸਿੱਖਿਆ ਸ਼ਾਸਤਰੀ ਕਿਸ ਨਜ਼ਰੀਏ ਨਾਲ? ਤੁਸੀਂ ਬਹੁਤ ਵਧਾਈ ਦੇ ਪਾਤਰ ਹੋ ਬਰਾੜ ਸਾਹਿਬ ਕਿ ਤੁਸੀਂ ਇਹ ਬੜਾ ਹੀ ਰੈਲੇਵੈਂਟ ਜਿਹਾ ਤੇ ਅੱਜ ਦੇ ਟਾਈਮ ਦਾ ਬੜਾ ਹੀ ਜ਼ਰੂਰੀ, ਅਤੀ ਜ਼ਰੂਰੀ ਸਵਾਲ ਮੇਰੇ ਤੋਂ ਪੁੱਛਿਆ ਹੈ। ਤੇ ਜੋ ਮੇਰੇ ਵਿਚਾਰ ਨੇ, ਮੈਂ 3-4 ਦਿਨ ਪਹਿਲਾਂ ਹੀ ਆਪਣਾ ਇੱਕ ਵੀਡੀਓ ਬਣਾ ਕੇ ਇਸ ਚੀਜ਼ ਤੇ ਪਾਇਆ ਹੈ, ਕਿਉਂਕਿ 10th ਤੇ 12th ਦੇ ਰਿਜ਼ਲਟ ਆਏ ਸੀ ਤੇ ਮੈਨੂੰ ਪਤਾ ਚੱਲਿਆ, ਈਵਨ ਮੇਰੇ ਫਾਦਰ ਸਾਹਿਬ ਨੇ ਮੈਨੂੰ ਦੱਸਿਆ, ਕਹਿੰਦੇ ਉਹਨਾਂ ਦੇ ਪੜੋਸ ਦੇ ਵਿੱਚ ਕੋਈ ਬੱਚਾ ਸੀ ਤੇ ਮਦਰ ਆਈ ਬੱਚੇ ਦੀ, ਕਹਿੰਦੀ ਮੇਰੇ ਫਾਦਰ ਵੀ ਰਿਟਾਇਰਡ ਪ੍ਰਿੰਸੀਪਲ ਨੇ ਜੀ, ਕਹਿੰਦੀ ਸਰ ਤੁਸੀਂ ਮੇਰੀ ਬੇਟੀ ਨੂੰ ਮਾੜਾ ਜਿਹਾ ਸਮਝਾਓ ਤਾਂ ਰੋਈ ਜਾਂਦੀ ਹੈ। ਤੇ ਪਾਪਾ ਨੇ ਪੁੱਛਿਆ ਕਿ ਕੀ ਗੱਲ ਹੋ ਗਈ, ਕਿਉਂ? ਕਹਿੰਦੀ ਉਹਦੇ 93 ਆਏ ਹੈ, 93% +2 'ਚ, ਉਹਨੂੰ 97 ਦੀ ਉਮੀਦ ਸੀ। ਮੈਂ ਤਾਂ ਜ਼ੋਰ ਦੀ ਹੱਸਿਆ। ਪਾਪਾ ਕਹਿੰਦੇ ਵੀ ਮੈਂ ਤਾਂ ਆਪ ਉਹਨੂੰ ਜਾ ਕੇ ਤੇ ਕਹਿੰਦੇ ਮੈਂ ਤਾਂ ਪਿਆਰ ਨਾਲ ਉਹਦੇ ਇੰਚ ਪੇੜ 'ਚ ਲਾਈ ਵੀ ਕੌਣੀ ਨਾ ਹੋਵੇ, ਤਾਂ 93 ਤੈਨੂੰ ਖਾਦੇ ਪੀਤੇ ਨਹੀਂ ਮੁੱਕਦੇ, 93 ਥੋੜੇ ਤਾਂ ਨਹੀਂ ਹੁੰਦੇ, ਤੇ ਜੇ 4% ਵੱਧ ਆ ਵੀ ਜਾਂਦੇ ਤਾਂ ਉਹਦੇ ਨਾਲ ਤੇਰੇ ਵਿੱਚ ਕੀ ਚੇਂਜ ਆਉਣਾ ਸੀ? ਬਿਲਕੁਲ, ਤੇਰੇ ਮਾਨਸਿਕ ਸੋਚਣੇ ਵਿਚਾਰ। ਤਾਂ ਇਹ ਜੋ ਮਾਰਕਸ ਦੀ ਖੇਡ ਹੈ, ਇਹ ਦਰਅਸਲ ਬੇਸਿਕਲੀ ਆਪਾਂ ਤਾਂ ਇੰਗਲਿਸ਼ ਐਜੂਕੇਸ਼ਨ ਫੋਲੋ ਕਰ ਰਹੇ ਹਾਂ। ਲਾਰਡ ਮੈਕਾਲੇ ਨੇ ਇਹ ਸਾਰੀ ਚੀਜ਼ਾਂ ਇੰਡੀਆ 'ਚ ਲਿਆਂਦੀਆਂ ਸੀ ਜੀ, ਤੇ ਉਹਦਾ ਜੋ ਪਰਪਸ ਸੀ ਨਾ,
ਉਹ ਪਰਪਸ ਹੀ ਕੁਛ ਛੱਡ ਸੀ। ਉਹਨਾਂ ਨੂੰ ਤਾਂ ਮੈਂਟਲ ਸਲੇਵ ਚਾਹੀਦੇ ਸੀ ਜੋ ਦਿਮਾਗੀ ਤੌਰ ਤੇ ਗੁਲਾਮ ਹੋਣ ਗੁਲਾਮ। ਤੇ ਜੀ ਹਜ਼ੂਰੀ ਕਰਨ, ਜੋ ਵੀ ਦਿਸ਼ਾ ਨਿਰਦੇਸ਼ ਅੰਗਰੇਜ਼ ਸਰਕਾਰ ਦੇਵੇ ਉਸ ਨੂੰ ਉਹ ਬਿਨਾਂ ਕੁਐਸਚਨ ਕੀਤੇ ਮਾਈਂਡਡ, ਬਿਨਾਂ ਕੁਐਸਚਨ ਕੀਤੇ ਇੰਪਲੀਮੈਂਟ ਕਰਦੇ ਹਨ। ਆਪਾਂ ਅੱਜ ਵੀ ਉਹੀ ਲਾਸ਼ ਨੂੰ ਚੱਕੀ ਫਿਰਦੇ ਹਾਂ, ਲਾਰਡ ਮੈਕਾਲੇ ਦੀ ਲਾਸ਼ ਨੂੰ ਕਿਸੇ ਹੱਦ ਤੱਕ ਆਪਾਂ ਅੱਜ ਵੀ ਚੱਕੀ ਫਿਰਦੇ ਹਾਂ। ਆਪਾਂ ਕੀ ਕਰਦੇ ਹਾਂ ਜੀ, ਜੇ ਮਛਲੀ ਹੈ ਤਾਂ ਉਹਨੂੰ ਵੀ ਕਹਿੰਦੇ ਆ ਪੇੜ ਤੇ ਚੜ੍ਹ, ਜੇ ਹਾਥੀ ਹੈ ਤਾਂ ਉਹਨੂੰ ਵੀ ਕਹਿੰਦੇ ਆ ਪੇੜ ਤੇ ਚੜ੍ਹ, ਤੇ ਜੇ ਬਾਂਦਰ ਹੈ ਤਾਂ ਉਹਨੂੰ ਵੀ ਕਹਿੰਦੇ ਆ ਪੇੜ ਤੇ ਚੜ੍ਹ। ਨੈਚੁਰਲੀ ਬਾਂਦਰ ਜ਼ਿਆਦਾ ਨੰਬਰ ਲੈ ਜਾਂਦਾ ਹੈ ਤੇ ਮਛਲੀਆਂ ਤੇ ਹਾਥੀ ਵਿਚਾਰੇ ਦੇਖਦੇ ਰਹਿ ਜਾਂਦੇ ਆ। ਆਪਾਂ ਸਾਰੇ ਬੱਚਿਆਂ ਨੂੰ ਵੱਖ-ਵੱਖ ਤਰੀਕਿਆਂ ਨਾਲ ਪੜ੍ਹਾ ਕੇ ਕਹਿੰਦੇ ਆ ਨਾ ਮਲਟੀਪਲ ਇੰਟੈਲੀਜੈਂਸ ਜੀ, ਕਿੰਨੇ ਸੈਮੀਨਾਰ ਹੁੰਦੇ ਆ ਮਲਟੀਪਲ ਇੰਟੈਲੀਜੈਂਸ ਤੇ ਮੈਨੂੰ ਹਾਸਾ ਉਦੋਂ ਆਉਂਦਾ ਹੈ ਜਦੋਂ ਮਲਟੀਪਲ ਇੰਟੈਲੀਜੈਂਸ ਤੇ ਸੈਮੀਨਾਰ ਲਾ ਕੇ ਸਾਲ ਦੇ ਐਂਡ ਵਿੱਚ ਇੱਕ ਤਰ੍ਹਾਂ ਦੇ ਐਗਜ਼ਾਮ ਫਿਰ ਆਪਾਂ ਲੈ ਲੈਂਦੇ ਆ, ਪਰ ਮਲਟੀਪਲ ਇੰਟੈਲੀਜੈਂਸ ਕਿੱਥੇ? ਕੋਈ ਬੱਚਾ ਪੋਇਮ ਦੀ ਵਿਆਖਿਆ ਬੋਲ ਕੇ ਬੜੀ ਸੋਹਣੀ ਕਰ ਸਕਦਾ ਹੈ ਲੇਕਿਨ ਉਹਨੂੰ ਨੰਬਰ ਨਹੀਂ ਮਿਲਦੇ। ਨੰਬਰ ਕਿਹਨੂੰ ਮਿਲਦੇ ਆ ਬਰਾੜ ਸਾਹਿਬ? ਜਿਹੜਾ ਉਹਨੂੰ ਲਿਖ ਕੇ ਆਉਂਦਾ ਹੈ। ਹੁਣ ਲਿਖਣ ਦੀ ਸਕਿੱਲ ਤੇ ਬੋਲਣ ਦੀ ਸਕਿੱਲ ਇਹ ਤਾਂ ਵੱਖ-ਵੱਖ ਸਕਿੱਲਸ ਨੇ। ਬਿਲਕੁਲ ਹੈ ਜੀ, ਸਾਰੇ ਬੱਚੇ ਇੱਕੋ ਜਿਹੇ ਐਕਸਪਰਟ ਤਾਂ ਨਹੀਂ ਹੋ ਸਕਦੇ, ਲੇਕਿਨ ਬੈਨੀਫਿਟ ਕਿਹਨੂੰ ਮਿਲਦਾ ਹੈ? ਲਿਖਣ ਵਾਲੇ ਨੂੰ ਬੈਨੀਫਿਟ ਮਿਲਦਾ ਹੈ, ਤੇ ਜਿਹੜਾ ਮੇਰੇ ਵਰਗਾ ਬਹੁਤ ਵਧੀਆ ਵਿਆਖਿਆ ਕਰ ਸਕਦਾ ਹੈ ਉਹਨੂੰ 100 ਦੇ ਵਿੱਚੋਂ 40-50 ਦੇ ਕੇ ਟਰਕਾ ਦਿੱਤਾ ਜਾਂਦਾ ਵੀ ਕਰਕੇ ਤੂੰ ਬਹਿ ਜਾ, ਤੂੰ ਲਿਖਿਆ ਨਹੀਂ। ਤਾਂ ਇਹ ਅਸੈਸਮੈਂਟ ਦਾ ਤਾਂ ਕੋਈ ਲੌਜਿਕ ਮੈਨੂੰ ਸਮਝ ਹੀ ਨਹੀਂ ਆਇਆ। ਜੇ ਵਾਕਈ ਮਲਟੀਪਲ ਇੰਟੈਲੀਜੈਂਸ ਹੈ ਕਿ ਕੋਈ ਬੱਚਾ ਕਾਇਨੈਸਥੈਟਿਕ ਹੈ ਕਰਕੇ ਸਿੱਖਦਾ ਹੈ, ਕੋਈ ਓਰੇਟਰੀ ਹੈ ਬੋਲ ਕੇ ਸਿੱਖਦਾ ਹੈ, ਕੋਈ ਵਿਜ਼ੂਅਲ ਹੈ ਕੋਈ ਦੇਖ ਕੇ ਸਿੱਖਦਾ ਹੈ, ਤਾਂ ਕਿਉਂ ਨਾ ਉਹਨਾਂ ਦੇ ਐਗਜ਼ਾਮ ਉਸੇ ਤਰੀਕੇ ਨਾਲ ਲਏ ਜਾਣ। ਬਿਲਕੁਲ। ਮੇਰਾ ਇੱਕ ਸਵਾਲ ਹੋਰ, ਜਦੋਂ ਤੁਸੀਂ ਦੱਸਿਆ ਕਿ ਮੈਨੂੰ ਇਹ ਸਮਝ ਨਹੀਂ ਆਇਆ, ਮੈਨੂੰ ਕੁਝ ਹੋਰ ਹੀ ਸਮਝ ਆ ਰਿਹਾ, ਉਹਦੇ ਉੱਤੇ ਵੀ ਤੁਹਾਡੀ ਜਿਹੜੀ ਹੈਗੀ ਹੈ ਤੀਖਣ ਬੁੱਧੀ ਦੇ ਵਿੱਚੋਂ ਨਿਕਲਿਆ ਹੋਇਆ ਜਵਾਬ ਲੋਚਦਾ ਮੈਂ ਕਿ ਇੱਕ ਸਮਾਂ ਸੀ ਜਦੋਂ 10ਵੀਂ ਪਾਸ ਨੂੰ ਵੀ ਨੌਕਰੀ ਮਿਲ ਜਾਂਦੀ ਸੀ, ਫਿਰ ਇੱਕ ਸਮਾਂ ਆਇਆ 12ਵੀਂ ਕਰ ਦਿੱਤੀ ਗਈ, ਫਿਰ ਇੱਕ ਸਮਾਂ ਆਇਆ ਕਿ ਗ੍ਰੈਜੂਏਸ਼ਨ ਜ਼ਰੂਰੀ ਹੋ ਗਈ, ਪੋਸਟ ਗ੍ਰੈਜੂਏਸ਼ਨ ਤੱਕ ਇਸ ਨੂੰ ਲਮਕਾ ਦਿੱਤਾ ਗਿਆ, ਫਿਰ ਪ੍ਰੋਫੈਸ਼ਨਲ ਕੋਰਸਿਸ ਨਾਲ ਜੋੜ ਦਿੱਤੇ ਗਏ। ਮੇਰੀ ਨਜ਼ਰ ਦੇ ਵਿੱਚ ਮੈਨੂੰ ਇੰਜ ਲੱਗਦਾ ਕਿ ਇਹ ਜਿਹੜਾ ਨੌਕਰੀ ਲੈਣ ਲਈ ਨੰਬਰਾਂ ਦੀ ਖੇਡ ਆ ਉਹ ਸ਼ੁਰੂ ਹੋ ਗਈ, ਤੇ ਲਮਕਾਉਣ ਲਈ ਉਹਦੇ ਨਾਲ 12ਵੀਂ ਕਰਤੀ, ਪੋਸਟ ਗ੍ਰੈਜੂਏਸ਼ਨ ਕਰਤੀ, ਅੱਗੇ ਪ੍ਰੋਫੈਸ਼ਨਲ ਕੋਰਸ ਜੋੜ ਦਿੱਤੇ ਗਏ। ਤੁਸੀਂ ਇਸ ਵਾਧੇ ਨੂੰ ਨੌਕਰੀ ਲੈਣ ਲਈ, ਮਤਲਬ ਇਸ ਵਾਧੇ ਨੂੰ ਕਿਸ ਨਜ਼ਰ ਨਾਲ ਦੇਖਦੇ ਹੋ? ਕਿੰਨਾ ਕੁ ਸਾਰਥਕ ਹੈਗਾ ਜਿਹੜਾ ਇਹ ਸਰਕਾਰਾਂ ਲਮਕਾਉਣ ਤੇ ਲੱਗ ਗਈਆਂ? ਸਿੱਖਿਆ ਸ਼ਾਸਤਰੀ ਕਿਹੋ ਜਿਹੇ ਆ, ਕਿਉਂ ਕਹਿੰਦੇ ਆ 10ਵੀਂ ਤੋਂ ਬਾਅਦ 2 ਸਾਲ ਜੋੜ ਦਿਓ, 12ਵੀਂ ਹੋ ਗਈ 3 ਸਾਲ ਜੋੜ ਦਿਓ? ਇੱਕ ਬੰਦੇ ਨੇ, ਮੈਂ ਆਪਦੀ ਗੱਲ ਦੱਸ ਦੇਣਾ, ਮੈਂ ਪੜਦਾ ਵਿਆਹ ਤੋਂ ਵੀ ਲੇਟ ਹੋ ਗਿਆ, ਨਾ ਨੌਕਰੀ ਮਿਲੀ ਨਾ ਟਾਈਮ ਤੇ ਵਿਆਹ ਹੋਇਆ। ਮਤਲਬ ਇਹ ਜਿਹੜਾ ਨਾ ਖੁਦਾ ਹੀ ਮਿਲਾ ਨਾ ਵਿਸਾਲੇ ਸਨਮ, ਨਾ ਇਧਰ ਕੇ ਰਹੇ ਨਾ ਉਧਰ ਕੇ। ਮਤਲਬ ਇਹ ਜਿਹੜੇ ਇਹ ਤਰਕ ਹੈਗਾ, ਬੜੇ ਨੌਜਵਾਨ, ਮਤਲਬ ਮੈਂ ਅਜਿਹੇ ਨੌਜਵਾਨਾਂ ਨੂੰ ਜਾਣਦਾ ਜਿਹੜੇ ਉਚੇਰੀ ਸਿੱਖਿਆ ਗ੍ਰਹਿਣ ਕਰਦੇ ਵਿਆਹ ਤੋਂ ਵੀ ਲੇਟ ਹੋ ਗਏ ਤੇ ਓਵਰੇਜ ਹੋ ਗਏ, ਨੌਕਰੀ ਤੋਂ ਵੀ ਲੇਟ ਹੋ ਗਏ। ਇਹਦੇ ਬਾਰੇ ਤੁਹਾਡੀ ਕੀ ਵਿਚਾਰ ਰਾਇਸ਼ਮਾਰੀ ਹੈ? ਇਹਨੂੰ ਕਿਸ ਨਜ਼ਰ ਨਾਲ ਦੇਖਦੇ ਹੋ? ਦੇਖੋ ਜੀ, ਹਿੰਦੁਸਤਾਨੀ ਸਰਕਾਰ ਦੀ ਜੇ ਮੈਂ ਗੱਲ ਕਰਾਂ ਤਾਂ ਉਹਨਾਂ ਦਾ ਤਾਂ 1 ਪੁਆਇੰਟ ਏਜੰਡਾ ਹੈ ਕਿ ਜਿੰਨਾ ਕੁ ਭੱਜ ਸਕੋ ਉਹਨਾਂ ਕੁ ਭੱਜ ਲਓ, ਤੇ ਜਿੰਨਾ ਕੁ ਭਜਾ ਸਕੇ ਉਹਨਾਂ ਕੁ ਭਜਾ ਦਿਓ। ਦੇਖੋ, ਕੋਈ ਟਾਈਮ ਸੀ, ਆਪਾਂ ਅੱਜ ਚਾਈਨਾ ਵਿਰੋਧ ਦੀ ਗੱਲ ਕਰਦੇ ਹਾਂ, ਮੈਂ ਐਗਜ਼ਾਮਪਲ ਚਾਈਨਾ ਦਾ ਹੀ ਲਊਂਗਾ ਜੀ, ਕਿਉਂਕਿ ਜਿਹੜੀ ਚੀਜ਼ ਸਹੀ ਹੈ ਨਾ ਜੀ, ਜਿਹੜੀ ਚੀਜ਼ ਪ੍ਰੂਵਨ ਹੈ, ਜਿਹੜੀ ਚੀਜ਼ ਬੋਲਦੀ ਹੈ ਤਾਂ ਫਿਰ ਉਹ ਬੋਲਦੀ ਹੈ। ਮੈਂ ਇੰਡੀਆ ਗਵਰਨਮੈਂਟ ਦੀ ਕਾਰਗੁਜ਼ਾਰੀ ਨੂੰ ਚਾਈਨਾ ਗਵਰਨਮੈਂਟ ਦੀ ਕਾਰਗੁਜ਼ਾਰੀ ਨਾਲ ਕੰਪੇਅਰ ਕਰੂੰਗਾ। ਗੱਲ ਐਜੂਕੇਸ਼ਨ ਦੀ ਹੈ, ਨੌਕਰੀ ਦੇਣ ਦੀ ਹੈ ਜਾਂ ਸਕਿੱਲ ਡਿਵੈਲਪਮੈਂਟ ਦੀ ਹੈ, ਮੈਂ ਇਸ ਨੂੰ ਖੇਡਾਂ ਨਾਲ ਜੋੜੂੰਗਾ ਕਿਉਂਕਿ ਖੇਡਾਂ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਸਕਿੱਲ ਹੁੰਦੀਆਂ ਜੀ। ਤੇ ਇੱਕ ਖਿਡਾਰੀ 4 ਸਾਲ ਖੇਡ ਕੇ ਉਹਨਾਂ ਕੋ ਨਾਮ ਤੇ ਪੈਸੇ ਕਮਾ ਸਕਦਾ ਹੈ ਜਿੰਨਾ ਕੋਈ IAS ਆਫੀਸਰ ਬਣ ਕੇ ਸਾਰੀ ਉਮਰ 'ਚ ਨਹੀਂ ਕਮਾ ਸਕਦਾ। ਇਹਦਾ ਐਗਜ਼ਾਮਪਲ ਮੈਂ ਦਿੰਦਾ, 1980 ਤੋਂ ਬਾਅਦ ਚਾਈਨਾ ਨੇ ਆਪਣੇ ਸਪੋਰਟਸ ਡਿਵੈਲਪਮੈਂਟ ਦਾ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਤੇ ਉਹਨਾਂ ਨੇ ਕਾਫੀ ਲੰਬਾ ਸਮਾਂ ਤੱਕ 올림픽 ਦੇ ਵਿੱਚ ਭਾਗ ਨਹੀਂ ਲਿਆ। ਉਹਨਾਂ ਨੇ 8, 10 ਤੇ 12 ਸਾਲ ਦੀ ਉਮਰ ਦੇ ਬੱਚੇ ਚੂਜ਼ ਕੀਤੇ ਪੂਰੇ ਦੇਸ਼ ਦੇ ਵਿੱਚੋਂ ਤੇ ਬੜਾ ਹੀ ਇੰਟੈਂਸਿਵ ਤੇ ਐਕਸਟੈਂਸਿਵ ਟ੍ਰੇਨਿੰਗ ਪ੍ਰੋਗਰਾਮ ਸ਼ੁਰੂ ਕੀਤਾ। ਉਹ ਪ੍ਰੋਗਰਾਮ ਉਹਨਾਂ ਨੇ 12 ਸਾਲ ਚਲਾਇਆ। 12 ਸਾਲ ਉਹਨਾਂ ਨੇ 올림픽 'ਚ ਪਾਰਟਿਸਿਪੇਟ ਨਹੀਂ ਕੀਤਾ। ਅੱਜ ਆਪਾਂ ਦੇਖਦੇ ਹਾਂ ਚਾਈਨਾ ਨੇ ਅਮਰੀਕਾ ਵਰਗੀ ਮਹਾਸ਼ਕਤੀ ਨੂੰ ਪਛਾੜ ਕੇ 올림픽 ਦੇ ਵਿੱਚ ਚਾਈਨਾ ਨੰਬਰ 1 ਤੇ ਆਉਂਦਾ ਹੈ ਜੀ। ਜੇ ਕੁਝ ਕੰਮ ਕਰਨ ਦੀ ਇੱਛਾ ਹੈ ਨਾ ਜੀ, ਇੱਛਾ ਸ਼ਕਤੀ ਹੈ, ਵਿਲ ਪਾਵਰ ਹੈ, ਤਾਂ ਸਭ ਕੁਝ ਪੋਸੀਬਲ ਹੈ, ਸਾਰੀ ਚੀਜ਼ਾਂ ਹੋ ਸਕਦੀਆਂ। ਆਪਣੇ ਇੰਡੀਆ ਦੇ ਵਿੱਚ ਜਿਵੇਂ ਮੈਂ ਪਹਿਲਾਂ ਹੀ ਦੱਸਿਆ ਕਿ ਮਲਟੀਪਲ ਇੰਟੈਲੀਜੈਂਸੀ ਨਾਮ ਦੀ ਚੀਜ਼ ਜੋ ਹੈ ਸਿਰਫ ਕਿਤਾਬਾਂ ਤੇ ਸੈਮੀਨਾਰਾਂ 'ਚ ਐਗਜ਼ਿਸਟ ਕਰਦੀ ਹੈ, ਅਸਲ 'ਚ ਨਹੀਂ ਕਰਦੀ। ਸਰਕਾਰਾਂ ਨੂੰ ਚਾਹੀਦਾ ਹੈ ਕਿ ਵੱਖ-ਵੱਖ ਖੇਤਰ ਦੇ ਵਿੱਚ ਰੁਚੀ ਰੱਖਣ ਵਾਲੇ
8ਵੀਂ 9ਵੀਂ 10ਵੀਂ ਦੇ ਬੱਚਿਆਂ ਨੂੰ ਪਿਕ ਕੀਤਾ ਜਾਏ ਤੇ ਉਹਨਾਂ ਨੂੰ ਉਹਨਾਂ ਦੀ ਐਪਟੀਟਿਊਡ ਦੇ ਮੁਤਾਬਿਕ ਸਪੈਸ਼ਲਾਈਜ਼ਡ ਕੋਰਸਾਂ 'ਚ ਪਾਇਆ ਜਾਵੇ ਤੇ ਸਰਕਾਰ ਖੁਦ ਉਹ ਪ੍ਰੋਡਕਟ ਤਿਆਰ ਕਰੇ ਜੋ ਅੱਗੇ ਚੱਲ ਕੇ ਇੰਡੀਆ ਨੂੰ ਵੱਖ-ਵੱਖ ਖੇਤਰਾਂ ਦੇ ਵਿੱਚ ਅੱਗੇ ਲੈ ਕੇ ਜਾਣ। ਬੜੀ ਸ਼ਰਮ ਦੀ ਗੱਲ ਹੈ ਕਿ ਰਿਸਰਚ ਤੇ ਇਨੋਵੇਸ਼ਨ ਦੇ ਵਿੱਚ ਇੰਡੀਆ ਗਵਰਨਮੈਂਟ ਦੀ ਜੋ ਪਾਲਿਸੀ ਹੈ ਉਹ ਕੋਈ ਬਹੁਤ ਜ਼ਿਆਦਾ ਕਾਮਯਾਬ ਨਹੀਂ ਰਹੀ। ਵਰਨਾ ਕੀ ਕਾਰਨ ਹੈ ਕਿ ਆਪਾਂ ਦੂਜੇ ਅਬਦੁਲ ਕਲਾਮ ਨੂੰ, ਦੂਜੇ ਹਰਗੋਬਿੰਦ ਖੁਰਾਣਾ ਨੂੰ ਤੇ ਦੂਜੇ ਆਪਾਂ ਜੋ ਹੋਮੀ ਜਹਾਂਗੀਰ ਭਾਭਾ ਹੈ ਉਹਨਾਂ ਨੂੰ ਅੱਜ ਵੀ ਤਰਸ ਰਹੇ ਹਾਂ। ਕਿਉਂ ਉਸ ਲੈਵਲ ਤੇ ਆਪਣੇ ਕੋਲ ਸਾਇੰਟਿਸਟ ਨਹੀਂ ਨੇ? ਕਿਉਂ ਅੱਜ ਤੱਕ ਆਪਾਂ ਦੂਜੀ ਪੀਟੀ ਊਸ਼ਾ ਪੈਦਾ ਨਹੀਂ ਕਰ ਸਕੇ? ਕਿਉਂ ਆਪਣੇ ਕੋਲ ਅੱਜ ਤੱਕ ਦੂਜਾ ਮਿਲਖਾ ਸਿੰਘ ਨਹੀਂ ਆਇਆ? ਇੰਨਾ ਚਿਰ ਹੋ ਗਿਆ। ਠੀਕ ਹੈ ਜੀ, ਟੈਲੈਂਟ ਨੂੰ ਅਸਲ 'ਚ ਆਪਣਾ ਜੋ ਐਜੂਕੇਸ਼ਨ ਸਿਸਟਮ ਹੈ ਉਹ ਟੈਲੈਂਟ ਨੂੰ ਦਬਾਉਂਦਾ ਹੈ, ਉਹ ਕੁਚਲ ਕੇ ਰੱਖ ਦਿੰਦਾ ਹੈ, ਓਪਰਚੁਨਿਟੀਜ਼ ਨਹੀਂ ਦਿੰਦੀਆਂ। ਜਦ ਤੱਕ ਟੈਲੈਂਟ ਨੂੰ ਓਪਰਚੁਨਿਟੀ ਨਹੀਂ ਮਿਲਦੀ, ਟੈਲੈਂਟ ਕਿਸੇ ਕੰਮ ਦਾ ਨਹੀਂ ਹੁੰਦਾ। ਬਿਲਕੁਲ, ਇਹ ਤੁਹਾਡੀ ਗੱਲ ਬਿਲਕੁਲ ਇਹਦੇ ਨਾਲ ਵਾਸਤਾ ਵੀ ਰੱਖਦੇ ਹਾਂ ਅਸੀਂ। ਤੇ ਸਾਡੇ ਕੋਲ ਸੁਖਦੇਵ ਸੱਗੂ ਸਾਹਿਬ ਆਨਲਾਈਨ ਜੁੜੇ ਹੋਏ ਨੇ। ਬਹੁਤ ਬਹੁਤ ਧੰਨਵਾਦ ਸੱਗੂ ਸਾਹਿਬ। ਰਾਮ ਸਿੰਘ ਫੁੱਲੋ ਮਿੱਠੀ ਜੀ, ਸਤਿ ਸ਼੍ਰੀ ਅਕਾਲ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ ਸਿਕੰਦਰ ਸੰਦੋਹਾ ਸਾਹਿਬ, ਡਾਕਟਰ ਸਾਹਿਬ ਤੁਹਾਡਾ ਧੰਨਵਾਦ। ਨਵਦੀਪ ਮੁੰਡੀ ਜੀ ਪਟਿਆਲੇ ਤੋਂ ਬਹੁਤ ਉੱਘੇ ਸ਼ਾਇਰ ਨੇ, ਬਹੁਤ ਬਹੁਤ ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਮਨਦੀਪ ਸਿੰਘ ਜੀ ਸਿਵੇ ਸਾਹਿਬ, ਬਹੁਤ ਬਹੁਤ ਧੰਨਵਾਦ। ਅੰਗਰੇਜ਼ ਸਿੰਘ ਗੇਜਾ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਮਨ ਵਰਮਾ ਜੀ, ਸਤਿ ਸ਼੍ਰੀ ਅਕਾਲ। ਮਹਿਮਾਨ ਸਾਹਿਬ ਨੂੰ ਵੀ ਸਤਿ ਸ਼੍ਰੀ ਅਕਾਲ ਤੇ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਮਹਿਮਾਨ ਸਾਹਿਬ ਵੱਲੋਂ। ਜਸਪਾਲ ਜੱਸੀ ਜੀ ਪੰਜਾਬੀ ਦੇ ਲੈਕਚਰਰ ਨੇ, ਉੱਘੇ ਸ਼ਾਇਰ ਨੇ, ਮੇਰੇ ਉਸਤਾਦ ਜੀ ਵੀ ਨੇ। ਇੱਕ ਸਵਾਲ ਉਹਨਾਂ ਦਾ ਆਨਲਾਈਨ ਆਇਆ ਕਿ ਗੱਲਬਾਤ ਬਹੁਤ ਖੂਬਸੂਰਤ ਆ, ਪਰ ਜੋ ਅਧਿਆਪਕ ਧੱਕੇ ਨਾਲ ਪ੍ਰਾਈਵੇਟ ਸਕੂਲਾਂ ਵੱਲੋਂ ਬਿਨਾਂ ਤਨਖਾਹ ਤੋਂ ਛੁੱਟੀ ਭੇਜ ਦਿੱਤੇ ਗਏ ਹਨ, ਉਹਨਾਂ ਬਾਰੇ ਕੀ ਵਿਚਾਰ ਨੇ? ਇਹ ਵੀ ਡਾਕਟਰ ਸੋਮ ਹੋਰਾਂ ਤੋਂ ਪੁੱਛਿਓ ਕਿ ਜੇ ਇਹੀ ਜੀ ਗੱਲ ਜਿਹੜੀ ਸਾਹਮਣੇ ਆਉਂਦੀ ਹੈ ਵੀ ਤਨਖਾਹ ਨਹੀਂ ਦੇਖ ਸਕਦੇ, ਜਬਰੀ ਛੁੱਟੀ ਭੇਜ ਦਿਓ, ਤੇ ਇਹ ਬੜੀ ਮੰਦਭਾਗੀ ਗੱਲ ਆ ਜੱਸੀ ਸਰ। ਇਹ ਨਹੀਂ ਹੋਣੀ ਚਾਹੀਦੀ ਤੇ ਇਹਦਾ ਮੁੱਦਾ ਜਿਹੜਾ ਹੈ ਸੋਸ਼ਲ ਮੀਡੀਆ ਤੇ ਵੀ ਉੱਠਣਾ ਚਾਹੀਦਾ ਤੇ ਇਹੋ ਜਿਹੇ ਬਿਲਕੁਲ ਸਕੂਲਾਂ ਨੂੰ ਟਾਰਗੇਟ ਕਰਨਾ ਚਾਹੀਦਾ, ਉਹਨਾਂ ਦੀ ਪ੍ਰਬੰਧਕ ਕਮੇਟੀ ਨੂੰ ਟਾਰਗੇਟ ਕਰਨਾ ਚਾਹੀਦਾ। ਜਵਾਬਦੇਹੀ ਬਣਦੀ ਆ ਉਹਨਾਂ ਦੀ ਕਿ ਕਿਉਂ ਉਹ ਭੇਜਿਆ। ਇਸ ਲਈ ਉਹਨਾਂ ਅਧਿਆਪਕਾਂ ਦਾ ਵੀ ਫਰਜ਼ ਬਣਦਾ ਜਿਹੜਾ ਧੱਕੇ ਨਾਲ ਛੁੱਟੀ ਨੂੰ ਲੈ ਕੇ ਘਰੇ ਬੈਠੇ ਆ ਤੇ ਇੱਧਰ ਉੱਧਰ ਕਰ ਰਹੇ ਆ ਗੱਲਬਾਤ, ਉਹ ਖੁਦ ਵੀ ਆਪਦੀ ਆਵਾਜ਼ ਉਠਾ ਸਕਦੇ ਨੇ, ਕਿਸੇ ਵੀ ਮੰਚ ਤੇ ਉਠਾ ਸਕਦੇ ਨੇ। ਡਿਪਟੀ ਕਮਿਸ਼ਨਰ ਕੋਲ ਜਾ ਸਕਦੇ ਆ, DEO ਕੋਲ ਜਾ ਸਕਦੇ ਆ। ਅੱਧੀ ਗੱਲ ਹੋ ਗਈ ਹੈ ਤੇ ਅੱਧੀ ਸਾਡੇ ਸਿੱਖਿਆ ਸ਼ਾਸਤਰੀ ਸਾਹਿਬ ਜੱਸੀ ਸਰ ਤੁਹਾਡੇ ਸਵਾਲ ਦਾ ਜਵਾਬ ਦੇ ਰਹੇ ਨੇ। ਬਿਲਕੁਲ ਜੀ, ਇਹਦੇ ਵਿੱਚ ਮੈਂ ਇਹ ਕਹਿਣਾ ਚਾਹੂੰਗਾ ਕਿ ਹੋ ਸਕਦਾ ਹੈ ਕੁਝ ਮੈਨੇਜਮੈਂਟਸ ਨੇ ਕੁਝ ਟੀਚਰਸ ਨੂੰ ਆਪਣੇ ਵਰਕਲੋਡ ਨੂੰ ਦੇਖਦੇ ਹੋਏ ਰਿਲੀਵ ਕੀਤਾ ਹੋਵੇ, ਕਿਉਂਕਿ ਜਦ ਆਨਲਾਈਨ ਐਜੂਕੇਸ਼ਨ ਦੇਣੀ ਹੈ ਤਾਂ ਨੈਚੁਰਲੀ ਉਨੇ ਜ਼ਿਆਦਾ ਸਟਾਫ ਦੀ ਲੋੜ ਨਹੀਂ ਹੈਗੀ ਹੈ ਜਿੰਨਾ ਕਿ ਫਿਜ਼ੀਕਲ ਕਲਾਸ ਦੇ ਵਿੱਚ ਚਾਹੀਦਾ ਹੈ। ਤਾਂ ਇਹ ਜਾਂ ਕਿਤੇ ਹੋਇਆ ਵੀ ਹੈ ਤਾਂ ਉਹ ਮੈਨੇਜਮੈਂਟਸ ਨੂੰ ਚਾਹੀਦਾ ਹੈ ਕਿ ਜਦੋਂ ਵੀ ਸਕੂਲ ਖੁੱਲਣਗੇ ਤੇ ਫੀਸਾਂ ਆਉਣ ਦਾ ਇੱਕ ਸਿਲਸਿਲਾ ਬਣੇਗਾ ਤਾਂ ਉਸ ਟੀਚਰਸ ਨੂੰ ਵੀ ਪ੍ਰੋਪੋਰਸ਼ਨੇਟਲੀ ਸੈਲਰੀ ਉਸ ਚੀਜ਼ ਦੀ ਦੇ ਦੇਣੀ ਚਾਹੀਦੀ ਹੈ। ਉਸ ਦੇ ਨਾਲ ਮੈਂ ਸਮਝਦਾ ਕਿ ਇਸ ਸਮੱਸਿਆ ਦਾ ਸਮਾਧਾਨ ਹੋ ਜਾਏਗਾ ਤੇ ਘਰ ਦੀ ਗੱਲ ਨੂੰ ਕੋਈ ਬਹੁਤਾ ਬਾਹਰ ਜਾ ਕੇ ਲਿਜਾਣ 'ਚ ਵੀ ਕੋਈ ਵੱਡਾ ਬੈਨੀਫਿਟ ਨਹੀਂ ਹੈ। ਟੀਚਰਸ ਮੈਨੇਜਮੈਂਟ ਦੇ ਨਾਲ ਰਾਬਤਾ ਕਾਇਮ ਰੱਖ ਸਕਦੇ ਨੇ ਤੇ ਮੈਨੇਜਮੈਂਟਸ ਵੀ ਇਸ ਗੱਲ ਦੀ ਮਹੱਤਤਾ ਸਮਝਦੀਆਂ ਨੇ ਕਿ ਆਖਿਰਕਾਰ ਟੀਚਰਸ ਨੇ ਹੀ ਸਕੂਲ ਨੂੰ ਅੱਗੇ ਲੈ ਕੇ ਜਾਣਾ ਹੈ। ਤਾਂ ਜਿਸ ਕਿਸਮ ਦੇ ਨਾਲ ਜਿਸ ਪ੍ਰੋਪੋਰਸ਼ਨ ਦੇ ਵਿੱਚ ਫੀਸਿਸ ਆਉਣਗੀਆਂ ਤੇ ਉਸ ਪ੍ਰੋਪੋਰਸ਼ਨ ਦੇ ਵਿੱਚ ਸੈਲਰੀ ਦਾ ਡਿਸਟ੍ਰੀਬਿਊਸ਼ਨ ਜੋ ਟੀਚਰਸ ਦੇ, ਕਿਉਂਕਿ ਆਖਿਰਕਾਰ ਕਿਸੇ ਵੀ ਸਕੂਲ ਦੀ ਇਨਕਮ ਦਾ 80% ਜੋ ਹੈ 70 ਜਾਂ 80% ਉਹ ਸੈਲਰੀ ਉੱਪਰ ਹੀ ਖਰਚ ਹੁੰਦਾ ਹੈ ਜੀ। ਤਾਂ ਮੈਨੇਜਮੈਂਟ ਨੇ ਸੈਲਰੀਆਂ ਦੇ ਦੇਣੀਆਂ ਹੈ। ਇਹ ਡਿਪੈਂਡ ਕਰਦਾ ਹੈ ਕਿ ਆਪਸੀ ਰਿਲੇਸ਼ਨ ਕਿਸ ਤਰ੍ਹਾਂ ਦੇ ਨੇ, ਮੈਨੇਜਮੈਂਟਸ ਦਾ ਕੀ ਰਵੱਈਆ ਹੈ ਤੇ ਟੀਚਰਸ ਦਾ ਵੀ ਅੱਗੋਂ ਐਕਸ਼ਨ ਜਾਂ ਰਿਐਕਸ਼ਨ ਦਾ ਕੀ ਰਵੱਈਆ ਹੈ, ਤਾਂ ਇਹ ਸਮੱਸਿਆ ਹੱਲ ਕੀਤੀ ਜਾ ਸਕਦੀ ਹੈ। ਬਿਲਕੁਲ ਜੀ। ਵਿੱਕੀ ਅਗਰਵਾਲ ਸਾਹਿਬ ਤੁਹਾਡਾ ਵੀ ਧੰਨਵਾਦ। ਵਰਿੰਦਰ ਗਿੱਲ ਜੀ, ਗੁਰਨਿਸ਼ਾਨ ਢਿੱਲੋਂ, ਸਿੰਘ ਮਹਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜਿੰਨੇ ਸੋਸ਼ਲ ਮੀਡੀਆ ਤੇ ਜੁੜੇ ਹੋਏ ਸਾਥੀ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਬੂਟਾ ਕਬੀਰ ਜੀ ਜਿਹੜੇ ਆਪਣੇ ਪ੍ਰਵਾਸ ਰੇਡੀਓ ਦੇ ਪੇਜ ਤੇ ਆ, ਉਹ ਵੀ ਤੁਹਾਨੂੰ ਬੇਨਤੀ ਕਰਦੇ ਆ ਕਿ ਜਾਣ ਤੋਂ ਪਹਿਲਾਂ ਉਹਨਾਂ ਦੇ ਨਾਂ ਜਿਹੜੇ ਹੈਗੇ ਆ ਤੁਸੀਂ ਲੈਪਟਾਪ ਤੋਂ ਦੇਖ ਕੇ ਲਾਈਵ ਤੋਂ ਆਪਦੇ ਨਾਲ ਤੁਸੀਂ ਸ਼ੇਅਰ ਕਰ ਦਿਓ। ਹਾਂ, ਤੇ ਅਗਲਾ ਜਿਹੜਾ ਸਵਾਲ ਆ ਉਹ ਬੜਾ ਜਿਹੜਾ ਹੈਗਾ ਵੱਖਰਾ ਜਿਹਾ ਸਵਾਲ ਹੈ ਜੀ ਕਿ ਮਾਪਿਆਂ ਨੂੰ ਇਸ ਗੱਲ ਦੀ ਬਤੌਰ ਮਾਪੇ ਸਾਡੇ ਕੋਲ ਨੇ, ਮਾਪਿਆਂ ਨੂੰ ਵੀ ਚਿੰਤਾ, ਅਧਿਆਪਕਾਂ ਨੂੰ ਜਿਨ੍ਹਾਂ ਨੂੰ ਸੈਲਰੀ ਨਹੀਂ ਮਿਲੀ ਉਹਨਾਂ ਨੂੰ ਵੀ ਚਿੰਤਾ, ਤੇ ਤੁਸੀਂ ਬਤੌਰ ਪ੍ਰਿੰਸੀਪਲ ਮਾਪੇ ਵੀ ਦੇਖਦੇ ਆ, ਅਧਿਆਪਕ ਵੀ ਦੇਖਦੇ ਆ, ਸਕੂਲ ਦੀ ਪੜ੍ਹਾਈ ਵੀ ਦੇਖਣੀ ਹੈ। ਤੁਹਾਡਾ ਸਟ੍ਰੈਸ ਲੈਵਲ ਇਹਨਾਂ ਦਿਨਾਂ ਦੇ ਵਿੱਚ ਕਿੱਦਾਂ ਦਾ? ਤੁਸੀਂ ਆਪਦੇ ਆਪ ਨੂੰ ਜਿਹੜਾ ਹੈ ਉਹ ਕਿਸ ਤਰੀਕੇ ਨਾਲ ਫਿੱਟ ਰੱਖਦੇ ਹੋ ਤੇ ਕਿਵੇਂ ਇਸ ਸਿਚੁਏਸ਼ਨ ਨੂੰ ਲੈ ਕੇ ਮਾਪਿਆਂ ਨੂੰ, ਬੱਚਿਆਂ ਨੂੰ ਪੋਜ਼ਿਟਿਵਲੀ ਕੋਈ ਸੁਨੇਹੇ ਜਿਹੜੇ ਦੇਣੇ ਚਾਹੁੰਦੇ ਹੋ, ਕੋਈ ਟਿਪਸ ਦੇਣੇ ਚਾਹੁੰਦੇ ਹੋ? ਬਹੁਤ ਅੱਛਾ ਕੁਐਸਚਨ ਹੈ ਜੀ। ਵਾਕਈ ਟਾਈਮ ਤਾਂ ਬੜਾ ਸਟ੍ਰੈਸਫੁਲ ਹੈ ਤੇ ਜੇ ਮੈਂ ਗੱਲ ਕਰਾਂ ਤਾਂ ਬੱਚਿਆਂ ਦੀ ਕੋਈ ਸ਼ਿਕਾਇਤ ਨਾ ਆਏ, ਪੇਰੈਂਟਸ ਨੂੰ ਕੋਈ ਕੰਪਲੇਂਟ ਨਾ ਹੋਵੇ, ਟੀਚਰਸ ਵੀ ਖੁਸ਼ ਰਹਿ ਕੇ ਪੜ੍ਹਾਉਣ ਤੇ ਮੈਨੇਜਮੈਂਟ ਦਾ ਵੀ ਜੋ ਹੈ ਵਿਸ਼ਵਾਸ ਉਹ ਬਣਿਆ ਰਹੇ,
ਤਾਂ ਜੇ ਚਾਰੇ ਪੰਜੇ ਚੀਜ਼ਾਂ ਦੇਖਣੀਆਂ ਤਾਂ ਉਸ ਤੋਂ ਇਲਾਵਾ ਆਪਣੀ ਜੋ ਨਿੱਜੀ ਜ਼ਿੰਦਗੀ ਹੈ ਉਹ ਵੀ ਹੈ, ਤਾਂ ਜੇ ਇਹਨਾਂ ਸਾਰੀਆਂ ਚੀਜ਼ਾਂ ਦਾ ਇੱਕ ਮਿਕਸਅਪ ਕੀਤਾ ਜਾਏ ਤਾਂ ਵਾਕਈ ਬੜਾ ਹੀ ਸਟ੍ਰੈਸਫੁਲ ਹੋ ਜਾਂਦਾ ਹੈ ਕਈ ਵਾਰ। ਤੇ ਆਨਲਾਈਨ ਪੜ੍ਹਾਈ ਦੇ ਵਿੱਚ ਕਈ ਵਾਰੀ ਨੈਟਵਰਕ ਦੀਆਂ ਜਾਂ ਕੋਈ ਟੈਕਨੀਕਲ ਦਿੱਕਤਾਂ ਵੀ ਆਉਂਦੀਆਂ, ਤਾਂ ਪੇਰੈਂਟ 1 ਮਿੰਟ ਦੇ ਵਿੱਚ ਹੀ ਤੱਤੇ ਹੋ ਜਾਂਦੇ ਹੈ ਕਿ ਭਾਈ ਅੱਜ ਇਹ ਲਿੰਕ ਟਾਈਮ ਤੇ ਨਹੀਂ ਆਇਆ, ਜਾਂ ਅੱਜ ਇਹ ਵਰਕ ਟਾਈਮ ਤੇ ਨਹੀਂ ਆਇਆ, ਜਾਂ ਇਹ PDF ਖੁੱਲ੍ਹ ਨਹੀਂ ਰਹੀ, ਫਲਾਣਾ ਟਿਕਾਣਾ, ਬਹੁਤ ਸਾਰੀਆਂ ਚੀਜ਼ਾਂ ਹੋ ਜਾਂਦੀਆਂ। ਮੇਰਾ ਤਾਂ ਹੀ ਹੈ ਜੀ ਸਟ੍ਰੈਸ ਮੈਨੇਜਮੈਂਟ ਦਾ ਜ਼ਰੀਆ ਸਿੱਧਾ ਜਿਹਾ ਕਿ ਮੈਂ ਰੱਬ ਦਾ ਬੜਾ ਸ਼ੁਕਰਗੁਜ਼ਾਰ ਹਾਂ ਕਿ ਰੱਬ ਨੇ ਮੈਨੂੰ ਇੱਕ ਮਲਟੀ ਡਿਸਿਪਲਿਨਰੀ ਅਪਰੋਚ ਦਿੱਤੀ ਹੈ, ਤੇ ਹਰ ਚੀਜ਼ ਦੇ ਵਿੱਚ ਮੈਂ ਆਪਣਾ ਇੰਟਰਸਟ ਰੱਖਦਾ, ਤੇ ਆਪਣੀ ਕਾਫੀ ਸਾਰੀਆਂ ਮੇਰੀਆਂ ਹੌਬੀਜ਼ ਹੈ। ਆਪਣਾ ਟਾਈਮ ਮੈਂ ਫ੍ਰੀ ਬਿਲਕੁਲ ਵੀ ਨਹੀਂ ਰਹਿੰਦਾ, ਕਿਉਂਕਿ ਫ੍ਰੀ ਰਹਿਣਾ ਆਪਣੇ ਆਪ ਦੇ ਵਿੱਚ ਡਿਪਰੈਸ਼ਨ ਨੂੰ ਇਨਵਾਈਟ ਕਰਨਾ ਹੈ। ਜਦੋਂ ਆਪਾਂ ਫ੍ਰੀ ਰਵਾਂਗੇ ਤਾਂ ਹਰ ਤਰ੍ਹਾਂ ਦੀ ਗੱਲ, ਸਹੀ ਗੱਲ ਜਾਂ ਗਲਤ ਗੱਲ ਜੋ ਵੀ ਹੈ ਆਪਣੇ ਦਿਮਾਗ ਵਿੱਚ ਆਏਗੀ। ਤਾਂ ਫ੍ਰੀ ਨਾ ਰਹੋ, ਆਪਣੇ ਟਾਈਮ ਨੂੰ ਇਸ ਤਰੀਕੇ ਨਾਲ ਮੈਨੇਜ ਕਰੋ, ਉਹਦੇ ਵਿੱਚੋਂ ਇੱਕ ਰੀਜ਼ਨੇਬਲ ਜਿਹਾ ਪ੍ਰਪੋਰਸ਼ਨ ਆਪਣੀ ਹੌਬੀਜ਼ ਨੂੰ ਦਿਓ, ਸਕਿੱਲ ਡਿਵੈਲਪਮੈਂਟ ਨੂੰ ਦਿਓ। ਤਾਂ ਮੈਂ ਕਾਫੀ ਸਾਰੇ ਆਨਲਾਈਨ ਸੈਮੀਨਾਰ ਅਟੈਂਡ ਕਰਦਾ। ਇਸ ਤੋਂ ਇਲਾਵਾ ਮੈਨੂੰ ਮਿਊਜ਼ਿਕ ਦਾ ਸ਼ੌਂਕ ਹੈ, ਸਿੰਗਿੰਗ ਦਾ ਸ਼ੌਂਕ ਹੈ, ਮੈਂ ਆਪਣੇ ਉਹ ਸ਼ੌਂਕ ਵੀ ਆਨਲਾਈਨ ਪੂਰੇ ਕਰਦਾ ਰਹਿੰਦਾ, ਤੇ ਆਪਣੇ ਵੀਡੀਓਜ਼ ਵਗੈਰਾ ਬਣਾ ਕੇ ਸੋਸ਼ਲ ਮੀਡੀਆ ਤੇ ਮੈਂ ਡਾਲਦਾ, ਜਿਸ ਦੇ ਨਾਲ ਮੈਨੂੰ ਲੱਗਦਾ ਹੈ ਕਿ ਬੱਚਿਆਂ ਦੀ, ਮਾਪਿਆਂ ਦੀ ਜਾਂ ਸਮਾਜ ਦੇ ਹੋਰ ਵਰਗਾਂ ਦੀ ਹੈਲਪ ਹੋ ਸਕਦੀ ਹੈ। ਜੇਕਰ ਉਹ ਸੁਣਨਗੇ ਤੇ ਸੁਣ ਕੇ ਉਸ ਤੋਂ ਬਾਅਦ ਜੇ ਉਹ ਅਮਲ ਕਰਨਗੇ ਤਾਂ ਉਹਨਾਂ ਦੀ ਕਾਫੀ ਹੈਲਪ ਹੋ ਸਕਦੀ ਹੈ। ਤਾਂ ਇਸ ਤਰੱਕੀ ਦੀ ਕੋਸ਼ਿਸ਼ਾਂ ਦੇ ਨਾਲ ਮੈਂ ਆਪਣੇ ਆਪ ਨੂੰ ਤਰੋਤਾਜ਼ਾ ਰੱਖਦਾ। ਕੀਪ ਅਪਡੇਟਿੰਗ ਯੋਰਸੈਲਫ, ਕੀਪ ਡੂਇੰਗ ਸਮਥਿੰਗ ਨਿਊ, ਐਕਸਪੈਰੀਮੈਂਟੇਸ਼ਨ। ਤੇ ਦਿਨ ਤਾਂ ਜੇ ਕੰਮ ਕਰਨਾ ਹੈ ਤਾਂ ਮੈਂ ਇਹ ਮੰਨਦਾ ਕਿ ਦਿਨ ਬਹੁਤ ਛੋਟਾ ਹੈ, ਤੇ ਜੇ ਕੰਮ ਨਹੀਂ ਕਰਨਾ ਤਾਂ ਫਿਰ ਦਿਨ ਬਹੁਤ ਵੱਡਾ ਹੈ ਤੇ ਦਿਨ ਪਾਸ ਨਹੀਂ ਹੁੰਦਾ। ਬਿਲਕੁਲ ਜੀ। ਜਾਂਦੇ ਜਾਂਦੇ ਸਾਨੂੰ ਪਤਾ ਤੁਹਾਡੀ ਆਵਾਜ਼ ਬੜੀ ਖੂਬਸੂਰਤ ਹੈ ਕਿ ਹਰਜੀਤ ਸਿੰਘ ਜੋਗਾ ਜੀ ਸਾਡੇ ਕੋਲ ਕਲਿਆਣਪੁਰ ਸੰਗਰੂਰ DPE ਨੇ, ਉਹ ਸਰਕਾਰੀ ਸਕੂਲ ਦੇ ਵਿੱਚ, ਉਹ ਸਾਡੇ ਨਾਲ ਜੁੜੇ ਹੋਏ ਨੇ। ਮੇਰਾ ਖੁਦ ਦਾ ਭਾਂਜਾ ਪੂਨੇ ਰਹਿੰਦਾ, ਪੂਨੇ ਤੋਂ ਜਸਵੀਰ ਰੋਇੰਗ ਦਾ ਪਲੇਅਰ ਹੈ, ਇੰਟਰਨੈਸ਼ਨਲ ਪਲੇਅਰ ਆ, ਉਹ ਵੀ ਬੜਾ ਖੁਸ਼ ਹੈ ਤੇ ਦੱਸ ਰਿਹਾ ਕਿ ਅੱਜ ਬਹੁਤ ਸੋਹਣਾ ਟਿਪ ਸਟ੍ਰੈਸ ਦੂਰ ਕਰਨ ਲਈ ਮੈਂ ਆਪਣੇ ਘਰਦਿਆਂ ਨੂੰ ਦਿੱਤਾ, ਕਿ ਡਾਕਟਰ ਸੋਮ ਜੀ ਦਾ ਬਹੁਤ ਬਹੁਤ ਧੰਨਵਾਦ। ਇਸ ਤੋਂ ਇਲਾਵਾ ਸਾਡੇ ਕੋਲ ਭੁਪਿੰਦਰ ਜੀ, ਗਿਰਧਰ ਜੀ, ਸੋਮੀ ਜੀ ਤੇ ਪਰਮਜੀਤ ਕੌਰ ਢਿੱਲੋਂ ਜੀ, ਇਕਬਾਲ PT ਸਾਹਿਬ, ਭੁਪਿੰਦਰ ਚਾਵਲਾ ਜੀ, ਜਤਿੰਦਰ ਸ਼ਰਮਾ ਜੀ, ਰਮਨਜੀਤ ਖੰਗੂਰਾ ਸਾਹਿਬ, ਐਡਵੋਕੇਟ ਸੁਖਦੇਵ ਸਿੰਘ ਸਿੱਧੂ ਸਾਹਿਬ, ਜਸੀ ਸਰ, ਵਿਕਾਸ ਬਿਸ਼ਨੋਈ, ਤੇ ਬਹੁਤਿਆਂ ਦੇ ਜੇ ਤਰਲੋਚਨ ਸਿੰਘ ਜੀ, ਅੰਗਰੇਜ਼ ਸਿੰਘ ਜੀ ਫਰੈਂਕਫਰਟ ਜਰਮਨੀ ਤੋਂ, ਸਾਡੇ ਸੁੱਚਾ ਸਿੰਘ ਜੀ ਨਾਲ ਨੇ, ਬਾਜਵਾ ਸਾਹਿਬ ਸੀਐਟਲ ਤੋਂ ਜੁੜੇ ਹੋਏ ਨੇ ਸਾਡੇ ਨਾਲ, ਪਰਮਿੰਦਰ ਔਲਖ ਡੈਲਸ ਟੈਕਸਸ USA ਤੋਂ, ਬਿੰਦਰ ਮਾਨ ਸਾਹਿਬ ਸਾਡੇ ਨਾਲ ਨੇ, ਕਮਲਪ੍ਰੀਤ ਜੀ ਸਾਡੇ ਨਾਲ ਨੇ। ਇਸ ਤੋਂ ਇਲਾਵਾ ਆਸਟ੍ਰੇਲੀਆ ਤੋਂ ਕੰਗ ਸਾਹਿਬ ਸਾਡੇ ਨਾਲ ਨੇ, ਤੇ ਨਾਲ ਹੋਰ ਬਹੁਤ ਸਾਰੇ ਸਾਥੀ ਨੇ ਜਿਹੜੇ ਕਿਰਨਜੀਤ ਰਮਾਣਾ ਸਿੰਘ ਸਾਹਿਬ ਦੇ ਪੇਜ ਤੇ ਨੇ ਨਾਲ ਜੁੜੇ ਹੋਏ ਨੇ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜਾਂਦੇ ਜਾਂਦੇ ਤੁਹਾਨੂੰ ਸਰ ਦੀ ਖੂਬਸੂਰਤ ਆਵਾਜ਼ ਵੀ ਸਟ੍ਰੈਸ ਲੈਵਲ ਨੂੰ ਲੋ ਕਰਨ ਲਈ ਸੁਣਾਉਣੇ ਆ, ਕਿਉਂਕਿ ਅੱਜ ਦਾ ਟਾਈਮ ਸੀਗਾ ਜਿਹੜਾ ਬੱਚਿਆਂ ਨੂੰ ਪੜ੍ਹਾਈ ਦੀ ਲੋੜ ਆ ਤੇ ਉਹਨਾਂ ਦੇ ਅਧਿਆਪਕਾਂ ਨੂੰ ਤਨਖਾਹ ਦੀ ਲੋੜ ਆ। ਜ਼ਰੀਆ ਪ੍ਰਿੰਸੀਪਲ ਮੈਨੇਜਮੈਂਟ ਤੱਕ ਵੀ ਪਹੁੰਚਦੇ ਨੇ, ਤੇ ਜ਼ਰੀਆ ਤੁਸੀਂ ਵੀ ਹੋ ਮਾਪਿਓ, ਤੁਹਾਨੂੰ ਵੀ ਇਹ ਬੇਨਤੀ ਕਰਦੇ ਆ ਕਿ ਜ਼ਰੂਰ ਉਹ ਵਿਚਾਰੇ ਅਧਿਆਪਕਾਂ ਦਾ ਕੋਈ ਕਸੂਰ ਨਹੀਂ ਜਿਹੜੇ ਪ੍ਰਾਈਵੇਟ ਖੇਤਰ ਦੇ ਨਾਲ ਜੁੜੇ ਹੋਏ ਨੇ, ਜਿਹੜੇ ਸਿਰਫ ਤੇ ਸਿਰਫ ਡਿਪੈਂਡ ਨੇ ਤੁਹਾਡੀ ਫੀਸ ਤੇ। ਜ਼ਰੂਰ ਜਿਹੜੇ ਮਾਪਿਆਂ ਦੀ ਨੌਕਰੀ ਚਲੀ ਗਈ ਹੈ, ਜਿਹੜੇ ਮਾਪਿਆਂ ਦੀ ਰੁਜ਼ਗਾਰ ਖੁੱਸ ਗਈ ਹੈ, ਸਕੂਲ ਉਹਨਾਂ ਲਈ ਵੀ ਤਿਆਰ ਨੇ, ਉਹਨਾਂ ਦੀ ਹੈਲਪ ਕਰਨ ਨੂੰ ਵੀ ਤਿਆਰ ਨੇ। ਆਓ ਇਹ ਰਿਸ਼ਤਾ, ਜਿਹੜਾ ਖੂਬਸੂਰਤ ਰਿਸ਼ਤਾ ਜਿਹੜਾ ਹੈਗਾ, ਇਹ ਬਣਾ ਕੇ ਰੱਖੀਏ ਆਪਦੇ ਬੱਚਿਆਂ ਲਈ, ਆਪਣੇ ਲਈ, ਤੇ ਜਿਹੜਾ ਭਰ ਸਕਦਾ ਫੀਸ ਉਹ ਜ਼ਰੂਰ ਭਰੋ। ਜਿਹਦੀ ਕੋਈ ਮੁਸ਼ਕਿਲ ਆ ਉਹ ਜ਼ਰੂਰ ਮੈਨੇਜਮੈਂਟ ਦੇ ਨੋਟਿਸ 'ਚ ਲਿਆਓ, ਉਹਨਾਂ ਦੀ ਮੁਸ਼ਕਿਲ ਵੀ ਹੱਲ ਹੋਊਗੀ। ਇਹ ਇੱਕ ਚੰਗੇ ਰਿਸ਼ਤੇ ਦੀ ਉਮੀਦ ਦੇ ਵਿੱਚ ਅੱਜ ਦਾ ਇਹ ਪ੍ਰੋਗਰਾਮ ਤੁਸੀਂ ਸੁਣਿਆ, ਤੁਹਾਡਾ ਧੰਨਵਾਦ। ਡਾਕਟਰ ਸੋਮ ਹੋਣਾ ਤੋਂ ਜਾਂਦੇ ਜਾਂਦੇ ਇਹ ਗੀਤ ਸੁਣਦੇ ਕਿ ਰਿਸ਼ਤਾ ਬਰਕਰਾਰ ਰਹੇ। ਇੱਕ ਮੈਸੇਜ ਹੀ ਦੇਣਾ ਚਾਹੂੰਗਾ ਮੈਂ ਇਸ ਗੀਤ ਦੀਆਂ 4 ਲਾਈਨਾਂ ਦੇ ਥਰੂ। ਉਹ ਟੀਚਰਸ ਲਈ ਵੀ ਹੈ, ਪੇਰੈਂਟਸ ਲਈ ਵੀ ਹੈ, ਬੱਚਿਆਂ ਲਈ ਹੈ ਤੇ ਸਮਾਜ ਦੇ ਲਈ ਹੈ। ਵਾਹ। ਹਾਂਜੀ। दर्द कैसा भी हो आँख नम ना करो, दर्द कैसा भी हो आँख नम ना करो, रात काली सही कोई